ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ और बख्शिशां करने वाला है। ਅੱਜ ਵੀਰਵਾਰ ਦਾ ਪਵਿੱਤਰ ਦਿਨ ਹੈ ਔਰ ਸਾਲ ਦਾ ਆਖਰੀ ਵੀਰਵਾਰ ਹੈ, ਯਾਨੀ 31 ਦਸੰਬਰ ਦਾ ਦਿਨ ਹੈ। ਇਸ ਲਈ ਸਭ ਤੋਂ ਪਹਿਲਾਂ ਆਈ ਹੋਈ ਸਾਰੀ ਸੰਗਤ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਜੋ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ, ਅਸੀਂ ਬਹੁਤ ਬਹੁਤ ਵਧਾਈਆਂ ਦੇਵਾਂਗੇ, ਬਹੁਤ ਬਹੁਤ ਮੁਬਾਰਕਾਂ ਦੇਵਾਂਗੇ। ਔਰ ਇਹ ਮਾਲਕ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਆਉਣ ਵਾਲਾ ਸਾਲ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਹੋਵੇ, ਕਾਮਯਾਬੀ ਭਰਿਆ ਹੋਵੇ, ਸਫਲਤਾ ਭਰਿਆ ਹੋਵੇ। ਮਾਲਕ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਔਰ ਹਰ ਤਕਲੀਫ ਹਰ ਦੁੱਖ ਤੋਂ ਮਾਲਕ ਬਚਾ ਕੇ ਰੱਖਣ ਔਰ ਤੁਹਾਡੇ ਅੰਦਰੋਂ ਜਿੰਨੀਆਂ ਵੀ ਸ਼ੰਕਾਵਾਂ ਹੈ ਇਹ ਖਤਮ ਹੋ ਜਾਣ ਔਰ ਤੁਹਾਡੇ ਅੰਦਰ ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਪੈਦਾ ਹੋ ਜਾਵੇ। ਕਿਉਂਕਿ ਜਿਨ੍ਹਾਂ ਦਿਲਾਂ 'ਚ ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਹੁੰਦਾ ਹੈ, ਫਿਰ ਮਾਲਕ ਦੀਆਂ ਰਹਿਮਤਾਂ ਦੇ ਨਜ਼ਾਰੇ ਵੀ ਉਹੀ ਲੈਂਦੇ ਹੈ। ਇਸ ਲਈ ਅੱਜ ਨਵੇਂ ਸਾਲ ਦੀ ਸ਼ੁਰੂਆਤ ਤੋਂ ਠੀਕ ਇੱਕ ਦਿਨ ਪਹਿਲਾਂ ਅਗਰ ਸਾਨੂੰ ਇਹ ਮੌਕਾ ਮਿਲਿਆ ਹੈ ਸਤਸੰਗ 'ਚ ਬੈਠਣ ਦਾ, ਤਾਂ ਅੱਜ ਅਸੀਂ ਕੁਝ ਐਸਾ ਸਿੱਖ ਕੇ ਜਾਣਾ ਹੈ। ਅਸੀਂ ਸੁਣ ਕੇ ਜਾਣਾ ਨਹੀਂ ਕਹਾਂਗੇ, ਕਿਉਂਕਿ ਸੁਣ ਕੇ ਜਾਣਾ ਗੱਲ ਹੋਰ ਹੁੰਦੀ ਹੈ ਔਰ ਸਿੱਖ ਕੇ ਜਾਣਾ ਗੱਲ ਹੋਰ ਹੁੰਦੀ ਹੈ। ਜਦੋਂ ਇਨਸਾਨ ਕਿਸੇ ਚੀਜ਼ ਨੂੰ ਸਿੱਖਦਾ ਹੈ ਨਾ, ਇੱਕ ਹੁੰਦਾ ਸੁਣਨਾ, ਸੁਣਿਆ ਭੁੱਲ ਸਕਦਾ ਹੈ ਪਰ ਸਿੱਖਿਆ ਹਮੇਸ਼ਾ ਯਾਦ ਰਹਿੰਦਾ। ਜਿੱਦਾਂ ਬੰਦਾ ਕਹਿੰਦਾ ਮੈਂ ਕੰਮ ਸਿੱਖ ਲਿਆ। ਹੁਣ ਫਰਜ਼ ਕਰੋ ਇੱਕ ਇਨਸਾਨ ਨੂੰ ਤੁਸੀਂ ਸੁਣਾ ਦਿਓ ਗੱਡੀ ਕਿੱਦਾਂ ਚਲਾਈ ਜਾਂਦੀ ਹੈ, ਕਿ ਭਾਈ ਗੱਡੀ ਦੀ ਸੀਟ ਤੇ ਬੈਠਣਾ ਹੈ, ਚਾਬੀ ਲੈ ਕੇ ਸੈਲਫ ਮਾਰਨੀ ਹੈ, ਫਿਰ ਕਲੱਚ ਦਬਾਉਣਾ ਹੈ। ਹੁਣ ਇਹ ਚੀਜ਼ ਜਿਹਨਾਂ ਨਹੀਂ ਗੱਡੀ ਚਲਾਈ ਨਾ, ਉਹ ਸੁਣ ਕੇ ਸ਼ਾਇਦ ਗੱਡੀ ਤੱਕ ਜਾਂਦਾ ਜਾਂਦਾ ਭੁੱਲ ਹੀ ਜਾਵੇ ਕਿ ਪਹਿਲਾਂ ਮੈਂ ਕੀ ਕਰਨਾ ਹੈ। ਪਰ ਜਿਹਨਾਂ ਸਿੱਖ ਲਿਆ ਕਿ ਗੱਡੀ ਚਲਾਈ ਕਿੱਦਾਂ ਜਾਂਦੀ ਹੈ, ਫਿਰ ਉਹ ਅੱਜ ਚਲਾਵੇ 10 ਸਾਲ ਬਾਅਦ ਚਲਾਵੇ, ਉਹਨੂੰ ਸਾਰਾ ਕੁਝ ਯਾਦ ਹੁੰਦਾ ਹੈ ਕਿ ਮੈਂ ਇਹ ਚੀਜ਼ ਸਿੱਖ ਲਈ ਹੈ। ਕਿਉਂਕਿ ਸਿੱਖਣ ਦਾ ਮਤਲਬ ਹੈ ਇਹ ਮੇਰੇ ਅੰਦਰ ਤੱਕ ਗੱਲ ਸਮਾ ਗਈ, ਬੈਠ ਗਈ ਮੇਰੇ ਅੰਦਰ। ਹੁਣ ਜਦੋਂ ਕੋਈ ਚੀਜ਼ ਸਿੱਖ ਲਈ ਜਾਂਦੀ ਹੈ ਤਾਂ ਫਿਰ ਬੰਦਾ ਉਹ ਚੀਜ਼ ਭੁੱਲਦਾ ਨਹੀਂ ਹੈ। ਇਸ ਲਈ ਅਸੀਂ ਕਿਹਾ ਕਿ ਅਸੀਂ ਵੀ ਕੁਝ ਐਸਾ ਸਿੱਖ ਕੇ ਜਾਣਾ ਹੈ, ਸੁਣ ਕੇ ਨਹੀਂ ਜਾਣਾ। ਜੇ ਸੁਣਾਂਗੇ ਤਾਂ ਹੋ ਸਕਦਾ ਤੁਸੀਂ ਇੱਥੋਂ ਉੱਠ ਕੇ ਬਾਹਰ ਜਾਓਗੇ ਤਾਂ ਤੁਹਾਨੂੰ ਭੁੱਲ ਹੀ ਜਾਵੇ। ਕਿਉਂਕਿ ਵੈਸੇ ਵੀ ਜੇ ਸਤਸੰਗ 45 ਮਿੰਟ ਜਾਂ 60 ਮਿੰਟ ਚੱਲਦਾ ਹੈ ਤਾਂ ਬੰਦਾ 60 ਮਿੰਟ ਦੇ ਵਿੱਚ ਕੀ ਹੈ ਉਹ ਸ਼ਾਇਦ ਯਾਦ ਕਰਨਾ ਬੰਦੇ ਵਾਸਤੇ ਮੁਸ਼ਕਿਲ ਹੋ ਜਾਵੇ। ਪਰ ਜੋ ਸਿੱਖਣ ਵਾਲੀ ਚੀਜ਼ ਹੈ, ਜੋ ਸਾਡੇ ਜੀਵਨ 'ਚ ਬਦਲਾਵ ਲਿਆਉਣ ਵਾਲੀ ਚੀਜ਼ ਹੈ, ਅਗਰ ਉਹਨੂੰ ਸਿੱਖ ਕੇ ਜਾਵਾਂਗੇ ਕਿ ਹਾਂ ਇਹ ਮੈਂ ਸਿਰਫ ਸੁਣਿਆ ਨਹੀਂ ਹੈ, ਮੈਂ ਸਿੱਖ ਲਿਆ। ਸਿੱਖਣ ਦਾ ਮਤਲਬ ਇਹ ਕੰਮ ਮੈਂ ਹੁਣ ਕਰਨਾ ਹੈ। ਜਦੋਂ ਕਰਨ ਦੀ ਭਾਵਨਾ ਸਾਡੇ ਅੰਦਰ ਆ ਜਾਂਦੀ ਹੈ ਤਾਂ ਫਿਰ ਸਾਡਾ ਜੀਵਨ ਬਦਲਦਾ ਹੈ, ਫਿਰ ਸਾਡੇ ਜੀਵਨ 'ਚ ਬਦਲਾਵ ਆਉਂਦਾ ਹੈ। ਇਸ ਲਈ ਜਿੱਦਾਂ ਅਸੀਂ ਕਿਹਾ ਕਿ ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ, ਸਮਝਦੇ ਹੋ ਕਿ ਨਹੀਂ? ਔਰ ਇਹਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈਪੀ ਨਿਊ ਈਅਰ, ਕਿ ਆਉਣ ਵਾਲਾ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ। ਹੁਣ ਇਹ ਗੱਲ ਕਈ ਵਾਰ ਥੋੜਾ ਇਨਸਾਨ ਵਿਚਾਰ ਦੇ ਕੇ ਸੋਚੇ ਕਿ ਇੱਕ ਇਨਸਾਨ ਹੈਪੀ ਨਿਊ ਈਅਰ ਕਹਿ ਦਿੰਦਾ ਹੈ ਤਾਂ ਕੀ ਹੈਪੀ ਨਿਊ ਈਅਰ ਕਹਿਣ ਨਾਲ ਹੀ ਸਾਡਾ ਸਾਲ ਖੁਸ਼ੀਆਂ ਨਾਲ ਭਰਿਆ ਹੋ ਜਾਂਦਾ ਹੈ? ਕਿ ਕਿਸੇ ਨੇ ਕਹਿ ਦਿੱਤਾ ਹੈਪੀ ਨਿਊ ਈਅਰ ਤਾਂ ਸਾਲ ਖੁਸ਼ੀਆਂ ਨਾਲ ਭਰ ਜਾਂਦਾ ਹੈ? ਨਹੀਂ, ਸਿਰਫ ਕਹਿਣ ਨਾਲ ਸਾਲ ਖੁਸ਼ੀਆਂ ਨਾਲ ਨਹੀਂ ਭਰਦਾ। ਪਰ ਅਸੀਂ ਕੁਝ ਐਸਾ ਸਿੱਖ ਸਕਦੇ ਹਾਂ, ਕੁਝ ਐਸਾ ਸਮਝ ਸਕਦੇ ਹਾਂ, ਅਗਰ ਉਹਨੂੰ ਸਿੱਖ ਕੇ ਸਮਝ ਕੇ ਉਹਦੇ ਮੁਤਾਬਿਕ ਆਪਣਾ ਜੀਵਨ ਚਲਾਈਏ ਤਾਂ ਸਾਡਾ ਸਾਲ ਜ਼ਰੂਰ ਖੁਸ਼ੀਆਂ ਭਰਿਆ ਹੋ ਸਕਦਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ 3-4 ਪੁਆਇੰਟ ਅਸੀਂ ਸਮਝਣੇ ਹੈ ਕਿ ਅਗਰ ਉਹਨਾਂ 3-4 ਪੁਆਇੰਟਾਂ ਨੂੰ, ਜਾਂ ਕਹਿ ਲਓ ਕਿ 3-4 ਚੀਜ਼ਾਂ ਨੂੰ ਅਗਰ ਅੱਜ ਅਸੀਂ ਸਮਝ ਲਵਾਂਗੇ ਤਾਂ ਫਿਰ ਸਾਡੇ ਸਾਲ ਦੀ ਸ਼ੁਰੂਆਤ ਖੁਸ਼ੀਆਂ ਨਾਲ ਜ਼ਰੂਰ ਹੋ ਸਕਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਆਓ ਹੁਣ ਜਿੱਦਾਂ ਦੱਸਿਆ ਕਿ ਕੁਝ ਪੁਆਇੰਟ ਹੈ ਜਿਹੜੇ ਅਸੀਂ ਦੱਸਣੇ ਆ ਤੁਹਾਨੂੰ, ਔਰ ਤੁਸੀਂ ਉਹਨੂੰ ਸੁਣਨਾ ਨਹੀਂ ਹੈ, ਸਿੱਖਣਾ ਹੈ, ਸਮਝਣਾ ਹੈ ਔਰ ਆਪਣੇ ਹਿਰਦੇ 'ਚ ਵਸਾਉਣਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਚਾਹੁੰਦੇ ਹੋ ਨਾ ਤੁਸੀਂ ਕਿ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ, ਸਫਲਤਾ ਭਰਿਆ ਹੋਵੇ, ਕਾਮਯਾਬੀ ਭਰਿਆ ਹੋਵੇ। ਹੁਣ ਜਦੋਂ ਗੱਲ ਆਉਂਦੀ ਹੈ ਖੁਸ਼ੀਆਂ ਦੀ, ਪਹਿਲਾਂ ਖੁਸ਼ੀਆਂ ਬਾਰੇ ਸਮਝ ਲਈਏ। ਜਦੋਂ ਗੱਲ ਆਉਂਦੀ ਹੈ ਖੁਸ਼ੀਆਂ ਦੀ ਤਾਂ ਇਨਸਾਨ ਖੁਸ਼ੀ ਕਿਹਨੂੰ ਕਹਿੰਦਾ ਹੈ? जरा सोच के देखो।
ਜੇ ਤੁਹਾਨੂੰ ਅਸੀਂ ਪੁੱਛੀਏ ਕਿ ਤੁਸੀਂ ਕਹਿੰਦੇ ਹੋ ਮੈਨੂੰ ਖੁਸ਼ੀਆਂ ਚਾਹੀਦੀਆਂ ਹੈ, ਤਾਂ ਤੁਸੀਂ ਖੁਸ਼ੀ ਕਿਹਨੂੰ ਕਹਿੰਦੇ ਹੋ? ਕਿਹੜੀ ਚੀਜ਼ ਹੈ ਖੁਸ਼ੀ? ਸੋਚ ਕੇ ਦੇਖੋ। ਕੋਈ ਆਂਦਾ ਅੰਦਰੋਂ ਜਵਾਬ? ਕਿਸੇ ਦੇ ਅੰਦਰੋਂ ਜਵਾਬ ਆਂਦਾ ਤਾਂ ਹੱਥ ਖੜਾ ਕਰੋ, ਫਿਰ ਅਸੀਂ ਪੁੱਛਾਂਗੇ ਹਾਂ ਭਾਈ ਦੱਸ ਇਹਦਾ ਜਵਾਬ ਕੀ ਹੈ ਅੰਦਰੋਂ ਕੋਈ ਜਵਾਬ ਆਂਦਾ? ਜਦੋਂ ਇਨਸਾਨ ਸੋਚਦਾ ਹੈ ਕਿ ਮੇਰਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਵੇ, ਤਾਂ ਸਭ ਤੋਂ ਵੱਡੀ ਗੱਲ ਹੈ ਅਸੀਂ ਖੁਸ਼ੀ ਕਹਿੰਦੇ ਕਿਹਨੂੰ ਹੈ? ਕਿਹੜੀ ਚੀਜ਼ ਨਾਲ ਅਸੀਂ ਆਪਣੀ ਖੁਸ਼ੀ ਨੂੰ ਜੋੜਦੇ ਹਾਂ? ਪਹਿਲਾਂ ਇਹ ਕਲੀਅਰ ਹੋਣਾ ਜ਼ਰੂਰੀ ਹੈ ਕਿ ਅਸੀਂ ਖੁਸ਼ੀ ਮੰਨਦੇ ਕਿਹਨੂੰ ਹੈ। ਹੁਣ ਇੱਕ ਬੰਦਾ ਹੋ ਸਕਦਾ ਖੁਸ਼ੀ ਮੰਨੇ ਪੈਸੇ ਨੂੰ, ਕਿ ਲੈ ਮੇਰਾ ਸਾਲ ਖੁਸ਼ੀਆਂ ਭਰਿਆ ਹੋਏਗਾ ਅਗਰ ਮੈਨੂੰ 10 ਕਰੋੜ ਮਿਲ ਜਾਣ, 10 ਲੱਖ ਮਿਲ ਜਾਣ। ਤਾਂ ਅਸੀਂ ਇੱਕ ਗੱਲ ਪੁੱਛਾਂਗੇ ਤੁਹਾਨੂੰ ਕਿ ਅਗਰ 10 ਲੱਖ ਮਿਲ ਜਾਣ, 10 ਕਰੋੜ ਮਿਲ ਜਾਣ ਤਾਂ ਖੁਸ਼ੀ ਮਿਲ ਜਾਏਗੀ? ਕਿ ਪੈਸੇ ਨਾਲ ਖੁਸ਼ੀ ਜੁੜੀ ਹੋਈ ਹੈ? ਜਰਾ ਜਵਾਬ ਦੇਣਾ ਤੁਸੀਂ। ਇਹਨੂੰ ਇਦਾਂ ਵੀ ਸਮਝ ਲਓ ਕਿ ਤੁਸੀਂ ਜਲੰਧਰ ਤੋਂ ਦਿੱਲੀ ਨੂੰ ਜਾਣਾ ਹੋਵੇ ਔਰ ਟ੍ਰੇਨ ਦੇ ਵਿੱਚ ਤੁਸੀਂ ਸਫ਼ਰ ਕਰਨਾ ਹੋਵੇ ਔਰ ਤੁਹਾਡੀ ਜੇਬ 'ਚ 10,000 ਰੁਪਇਆ ਜਾਂ ਤੁਹਾਡੀ ਜੇਬ 'ਚ 5,000 ਰੁਪਇਆ। ਹੁਣ ਦਿੱਲੀ ਤੱਕ ਦਾ ਸਫ਼ਰ ਟ੍ਰੇਨ ਦੇ ਵਿੱਚ 8 ਘੰਟੇ ਲੱਗਣੇ ਆ, ਉਦਾਹਰਨ ਦੇ ਰਿਹਾ 8 ਘੰਟੇ ਲੱਗਣੇ ਆ, ਰਸਤੇ 'ਚ ਰਾਤ ਵੀ ਪੈਣੀ ਹੈ। ਹੁਣ ਜੇ ਤੁਹਾਡੀ ਜੇਬ 'ਚ 5,000 ਰੁਪਇਆ ਹੈ ਜਾਂ 10,000 ਰੁਪਇਆ ਹੈ ਤਾਂ ਤੁਸੀਂ ਆਪਣੇ ਸੀਟ ਤੇ ਆਰਾਮ ਨਾਲ ਸੌ ਸਕਦੇ ਹੋ, ਬੇਫਿਕਰ ਹੋ ਕੇ ਯਾਤਰਾ ਕਰ ਸਕਦੇ ਹੋ। ਪਰ ਜੇ ਹੁਣ ਤੁਹਾਡੀ ਜੇਬ 'ਚ 10 ਲੱਖ ਰੁਪਇਆ ਹੈ ਤਾਂ ਸੱਚ ਦੱਸਿਓ ਕੀ ਤੁਹਾਨੂੰ ਨੀਂਦ ਆ ਜਾਏਗੀ? ਜਵਾਬ ਤੁਸੀਂ ਦੇਣਾ, ਅਸੀਂ ਸਿਰਫ ਸਵਾਲ ਕਰਨਾ ਹੈ। ਜੇ 10 ਲੱਖ ਰੁਪਇਆ ਤੁਹਾਡੇ ਬੈਗ ਦੇ ਵਿੱਚ ਹੈ ਤਾਂ ਤੁਹਾਨੂੰ ਨੀਂਦ ਆ ਜਾਏਗੀ? 1 ਸੈਕਿੰਡ ਵੀ ਤੁਹਾਨੂੰ ਨੀਂਦ ਨਹੀਂ ਆਣੀ। ਜੇ ਬੈਗ ਵਿੱਚ ਹੈ ਤੁਸੀਂ ਬੈਗ ਨੂੰ ਏਦਾਂ ਫੜ ਕੇ ਏਦਾਂ ਜੱਫੀ ਪਾ ਕੇ ਬੈਠਣਾ ਹੈ ਜਾਂ ਲੇਟਣਾ ਹੈ ਕਿ ਜਿੱਦਾਂ ਬਸ ਜਾਨ ਹੀ ਹੈ ਮੇਰੀ ਇਹਦੇ 'ਚ। ਜਿੱਦਾਂ ਕਹਿੰਦੇ ਨਾ ਜਾਦੂਗਰ ਦੀ ਜਾਨ ਤੋਤੇ 'ਚ, ਏਦਾਂ ਬੰਦੇ ਦੀ ਜਾਨ ਉਹਦੇ 'ਚ। ਨਾ ਬੰਦੇ ਨੂੰ ਨੀਂਦ ਆਣੀ ਹੈ, ਨਾ ਬੰਦੇ ਨੂੰ ਚੈਨ ਆਣੀ ਹੈ। ਹੁਣ ਅਗਰ ਪੈਸੇ ਨਾਲ ਖੁਸ਼ੀ ਹੈ ਤਾਂ ਫਿਰ ਤਾਂ ਹੋਣਾ ਚਾਹੀਦਾ ਸੀ ਕਿ 10,000 ਸੀ ਤਾਂ ਖੁਸ਼ੀ ਥੋੜੀ ਸੀ, ਹੁਣ 10 ਲੱਖ ਹੈ ਤਾਂ ਖੁਸ਼ੀ ਜ਼ਿਆਦਾ ਹੈ। ਪਰ ਹੁੰਦਾ ਕੀ ਹੈ, 10,000 ਹੈ ਤਾਂ ਮੈਂ ਚੈਨ ਦੀ ਨੀਂਦ ਸੋ ਸਕਦਾ ਹੈ, 10 ਲੱਖ ਹੈ ਤਾਂ ਫਿਰ ਚੈਨ ਦੀ ਨੀਂਦ ਕਿੱਥੇ? ਸੋ ਖੁਸ਼ੀ ਕਾਹਦੇ 'ਚ ਹੈ? ਇਸ ਲਈ ਅਗਰ ਇਨਸਾਨ ਸੋਚੇ ਕਿ ਬੜੇ ਘਰ ਦੇ ਵਿੱਚ ਖੁਸ਼ੀ ਹੈ ਤਾਂ ਫਿਰ ਜ਼ਰਾ ਹੁਣ ਸਮਝ ਲੈਣਾ ਤੁਸੀਂ। ਅਸੀਂ ਕਈ ਵਾਰ ਇੱਥੇ ਵਿਚਾਰ ਕੀਤਾ ਹੈ ਕਿ ਗੁਰੂਆਂ ਨੇ ਵੀ ਕਿਹਾ ਸਗਲ ਸ੍ਰਿਸ਼ਟ ਕਾ ਰਾਜਾ ਦੁਖੀਆ, ਕਿ ਰਾਜਿਆਂ ਦੇ ਬੜੇ ਬੜੇ ਮਹਿਲ ਸੀ ਪਰ ਉਹ ਵੀ ਦੁਖੀ ਸੀ। ਹੁਣ ਬੰਦਾ ਕਹੇ ਮੈਂ ਤਾਂ ਆਪਣੇ ਘਰ 'ਚ ਰਹਿੰਦਾ ਹਾਂ, ਚਲੋ ਮੇਰਾ ਘਰ 1 ਮੰਜ਼ਲ ਦਾ ਹੈ ਜਾਂ ਮੇਰੀ ਕੋਠੀ 2 ਮੰਜ਼ਲ ਦੀ ਹੈ। ਹੁਣ ਇੱਥੇ ਤਾਂ ਗੁਰੂ ਕਹਿ ਗਏ ਬੜੇ ਬੜੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਆਲੀਸ਼ਾਨ ਮਹਿਲ ਹੁੰਦੇ ਸੀ ਉਹ ਵੀ ਸੁਖੀ ਨਹੀਂ। ਜੇ ਮਹਿਲਾਂ ਦੇ ਨਾਲ, ਘਰਾਂ ਦੇ ਨਾਲ, ਆਲੀਸ਼ਾਨ ਮਕਾਨਾਂ ਦੇ ਨਾਲ ਸੁੱਖ ਦਾ ਲਿੰਕ ਹੋਵੇ, ਸੰਬੰਧ ਹੋਵੇ, ਤਾਂ ਸੱਚ ਦੱਸਿਓ ਇੱਥੇ ਬਹੁਤ ਐਸੇ ਬੈਠੇ ਹੋਣਗੇ ਜਿਨ੍ਹਾਂ ਦਾ ਘਰ ਬਹੁਤ ਸੋਹਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਬਹੁਤ ਸੋਹਣਾ ਘਰ ਹੋਏਗਾ, ਖੁੱਲਾ ਡੁੱਲਾ ਹੋਏਗਾ, ਪਰ ਕੀ ਉਹਨਾਂ ਦੇ ਜੀਵਨ 'ਚ ਸੁੱਖ ਹੈ? ਕੀ ਉਹਨਾਂ ਦੇ ਜੀਵਨ 'ਚ ਖੁਸ਼ੀ ਹੈ? ਜ਼ਰਾ ਜਵਾਬ ਦੇਣਾ। ਫਿਰ ਪਤਾ ਲੱਗਦਾ ਹੈ ਕਿ ਖੁਸ਼ੀ ਦਾ ਸੰਬੰਧ ਬੜੇ ਮਕਾਨਾਂ ਨਾਲ ਵੀ ਹੈ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜੇ ਤੁਸੀਂ ਸੋਚੋ ਕਿ ਆਪਣੇ ਦੇਸ਼ ਦੇ ਰਾਸ਼ਟਰਪਤੀ ਨੂੰ, ਕਿਉਂਕਿ ਰਾਸ਼ਟਰਪਤੀ ਭਵਨ 'ਚ ਕਹਿੰਦੇ ਬਹੁਤ ਕਮਰੇ ਹੈ, ਕੋਈ ਪੁੱਛੇ ਰਾਸ਼ਟਰਪਤੀ ਨੂੰ ਮਹਾਰਾਜ ਐਡਾ ਵੱਡਾ ਘਰ ਹੈ ਤੁਹਾਡਾ, ਐਡੇ ਵੱਡੇ ਭਵਨ 'ਚ ਤੁਸੀਂ ਰਹਿੰਦੇ ਹੋ, ਕੀ ਸੁਖੀ ਹੋ? ਤਾਂ ਕੀ ਲੱਗਦਾ ਹੈ? ਜ਼ਰਾ ਸੋਚ ਕੇ ਦੇਖੋ। ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਸੁੱਖ ਨਾ ਦੌਲਤ ਨਾਲ ਜੁੜਿਆ ਹੈ, ਸੁੱਖ ਨਾ ਮਕਾਨਾਂ ਨਾਲ ਜੁੜਿਆ ਹੈ, ਸੁੱਖ ਨਾ ਬਾਹਰਲੇ ਕਿਸੇ ਪਦਾਰਥ ਨਾਲ ਜੁੜਿਆ ਹੋਇਆ ਹੈ। ਹੁਣ ਸੁੱਖ ਕਾਹਦੇ ਨਾਲ ਜੁੜਿਆ ਹੋਇਆ ਹੈ? ਬਸ ਇਹ ਚੀਜ਼ ਨੂੰ ਥੋੜਾ ਸਮਝ ਕੇ ਅੱਜ ਅਸੀਂ ਨਵੇਂ ਸੁੱਖ ਦੀ ਸ਼ੁਰੂਆਤ ਕਰਨੀ ਹੈ, ਆਪਣੇ ਜੀਵਨ ਦੀ ਸ਼ੁਰੂਆਤ ਕਰਨੀ ਹੈ ਕਿ ਅਸੀਂ ਪਹਿਲਾਂ ਸਮਝ ਲੈਣਾ ਹੈ ਕਿ ਸੁੱਖ ਕਿਸ ਚੀਜ਼ ਨਾਲ ਜੁੜਿਆ ਹੈ। ਸੋ ਕੁਝ ਚੀਜ਼ਾਂ ਹੈ ਸਾਡੇ ਜੀਵਨ ਦੇ ਅੰਦਰ ਜਿਨ੍ਹਾਂ ਨਾਲ ਇਹ ਸੁੱਖ ਜੁੜਿਆ ਹੋਇਆ ਹੈ, ਔਰ ਉਹੀ ਚੀਜ਼ਾਂ ਬਾਰੇ ਅੱਜ ਅਸੀਂ ਤੁਹਾਨੂੰ ਥੋੜਾ ਇਸ਼ਾਰਾ ਕਰਨਾ ਹੈ। ਅਸੀਂ ਇਸ਼ਾਰਾ ਕਰਨਾ ਹੈ, ਸਮਝ ਕੇ ਅਮਲ ਤੁਸੀਂ ਕਰਨਾ ਹੈ। ਸੋ ਕਿਹੜੀ ਚੀਜ਼ ਹੈ? ਪਹਿਲੀ ਚੀਜ਼ ਕਿਹੜੀ ਹੈ? ਅਗਰ ਸਾਨੂੰ ਜੀਵਨ 'ਚ ਸੁੱਖ ਚਾਹੀਦਾ ਹੈ, ਅਗਰ ਸਾਨੂੰ ਜੀਵਨ 'ਚ ਆਨੰਦ ਚਾਹੀਦਾ ਹੈ, ਅਗਰ ਸਾਨੂੰ ਜੀਵਨ 'ਚ ਖੁਸ਼ੀ ਚਾਹੀਦੀ ਹੈ, ਤਾਂ ਪਹਿਲੀ ਚੀਜ਼ ਹੈ ਕਿ ਫੇਰ ਹੀ ਸਾਡੇ ਜੀਵਨ 'ਚ ਖੁਸ਼ੀ ਆ ਸਕਦੀ ਹੈ, ਫੇਰ ਹੀ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਸਕਦਾ ਹੈ, ਫੇਰ ਹੀ ਸਾਡੇ ਜੀਵਨ 'ਚ ਸਾਨੂੰ ਸਫਲਤਾ ਮਿਲ ਸਕਦੀ ਹੈ। ਉਹ ਪਹਿਲੀ ਚੀਜ਼ ਹੈ ਸੁਮਨ। ਸੁਮਨ, ਸੁਮਨ ਦਾ ਮਤਲਬ ਹੁੰਦਾ ਹੈ ਸ਼ਾਂਤ ਮਨ। ਸਮਝਦੇ ਹੋ ਕਿ ਨਹੀਂ? ਕਿਉਂਕਿ ਨੀਂਦ ਵੀ ਬੰਦੇ ਨੂੰ ਕਦੋਂ ਆਉਂਦੀ? ਜਦੋਂ ਮਨ ਸ਼ਾਂਤ ਹੁੰਦਾ ਹੈ।
ਚੈਨ ਬੰਦੇ ਨੂੰ ਕਦੋਂ ਆਉਂਦਾ? ਜਦੋਂ ਮਨ ਸ਼ਾਂਤ ਹੁੰਦਾ ਹੈ। ਹੁਣ ਸਮਝ ਲਓ, ਇੱਕ ਬੰਦਾ ਆਲੀਸ਼ਾਨ ਮਕਾਨ 'ਚ ਰਹਿ ਰਿਹਾ ਹੈ ਪਰ ਉਹ ਬੇਚੈਨ ਹੈ, ਉਹਨੂੰ ਨੀਂਦ ਨਹੀਂ ਆਏਗੀ। ਪਰ ਇੱਕ ਕੱਖਾਂ ਦੀ ਕੁੱਲੀ 'ਚ ਰਹਿ ਰਿਹਾ, ਉਹਦਾ ਮਨ ਸ਼ਾਂਤ ਹੈ ਤਾਂ ਉਹ ਆਰਾਮ ਨਾਲ ਸੌ ਜਾਏਗਾ। ਹੁਣ ਸੁੱਖ ਦੀ ਨੀਂਦ ਕੌਣ ਸੁੱਤਾ? ਉੱਥੇ ਸੁੱਖ ਦੀ ਨੀਂਦ ਸੌਣ ਵਾਸਤੇ ਇਹ ਮਾਇਨੇ ਨਹੀਂ ਰਖਾਂਦਾ ਕੋਠੀ ਕਿੱਡੀ ਵੱਡੀ ਹੈ। ਸੁੱਖ ਦੀ ਨੀਂਦ ਸੌਣ ਵਾਸਤੇ ਇਹ ਮਾਇਨੇ ਨਹੀਂ ਰਖਾਂਦਾ ਕਿ ਬੈੱਡ ਕਿੰਨਾ ਕੀਮਤੀ ਹੈ, ਗੱਦੇ ਕਿੰਨੇ ਕੀਮਤੀ ਹੈ। ਸੁੱਖ ਦੀ ਨੀਂਦ ਸੌਣ ਵਾਸਤੇ ਮਾਇਨੇ ਇਹ ਰਖਾਂਦਾ ਕਿ ਸਾਡਾ ਮਨ ਸ਼ਾਂਤ ਹੈ ਜਾਂ ਨਹੀਂ। ਸਮਝਦੇ ਹੋ ਕਿ ਨਹੀਂ? ਕਹਿੰਦੇ ਨਾ, ਇੱਕ ਵਾਰ ਇੱਕ ਬਾਦਸ਼ਾਹ, ਸਰਦੀਆਂ ਦੇ ਦਿਨ ਸੀ, ਸਰਦੀਆਂ ਦੇ ਦਿਨ ਸੀ, ਸਵੇਰੇ ਸਵੇਰੇ ਜਦੋਂ ਥੋੜੀ ਧੁੱਪ ਨਿਕਲੀ ਤਾਂ ਸੈਰ ਵਾਸਤੇ ਨਿਕਲਿਆ ਤੇ ਇੱਕ ਫਕੀਰ ਨੂੰ ਦੇਖਿਆ, ਇੱਕ ਪੇੜ ਦੇ ਥੱਲੇ ਬੈਠਾ ਹੈ। ਜਦੋਂ ਪੇੜ ਦੇ ਥੱਲੇ ਬੈਠੇ ਫਕੀਰ ਨੂੰ ਬਾਦਸ਼ਾਹ ਨੇ ਦੇਖਿਆ ਤਾਂ ਮਜ਼ਾਕ 'ਚ ਪੁੱਛਿਆ ਕਿ ਐ ਫਕੀਰ, ਰਾਤ ਕਿੱਦਾਂ ਦੀ ਗੁਜ਼ਰੀ? ਕਿਉਂਕਿ ਬਾਦਸ਼ਾਹ ਨੇ ਕੀ ਪੁੱਛਿਆ? ਐ ਫਕੀਰ, ਤੇਰੀ ਰਾਤ ਕਿੱਦਾਂ ਦੀ ਗੁਜ਼ਰੀ? ਕਿਉਂਕਿ ਪੇੜ ਥੱਲੇ ਬੈਠਾ ਸੀ ਫਕੀਰ, ਸੋਚਿਆ ਕਿ ਇੰਨੀ ਸਰਦੀ ਵਿੱਚ ਕਿੱਦਾਂ ਦੀ ਰਾਤ ਗੁਜ਼ਾਰੀ ਹੋਏਗੀ ਨਾ, ਕਿੰਨੀ ਠੰਡ ਲੱਗੀ ਹੋਏਗੀ, ਕਿੰਨੀ ਪਰੇਸ਼ਾਨੀ ਹੋਏਗੀ। ਇਸ ਲਈ ਰਾਜੇ ਨੇ ਪੁੱਛਿਆ, ਐ ਫਕੀਰ, ਰਾਤ ਕਿੱਦਾਂ ਦੀ ਗੁਜ਼ਰੀ? ਤਾਂ ਫਕੀਰ ਨੇ ਹੱਸ ਕੇ ਕਿਹਾ, ਐ ਰਾਜਾ, ਅੱਧੀ ਕੁ ਰਾਤ ਤੇਰੇ ਵਰਗੀ ਗੁਜ਼ਰੀ, ਅੱਧੀ ਕੁ ਤੇਰੇ ਤੋਂ ਵਧੀਆ ਗੁਜ਼ਰੀ। ਅੱਧੀ ਕੁ ਰਾਤ ਤੇਰੇ ਵਰਗੀ ਗੁਜ਼ਰੀ, ਅੱਧੀ ਕੁ ਤੇਰੇ ਤੋਂ ਬਹੁਤ ਵਧੀਆ ਗੁਜ਼ਰੀ। ਰਾਜੇ ਨੇ ਤਾਂ ਮਜ਼ਾਕ 'ਚ ਪੁੱਛਿਆ ਸੀ, ਪਰ ਤੁਰਿਆ ਤੁਰਿਆ ਜਾਂਦਾ ਰੁਕ ਗਿਆ ਰਾਜਾ ਕਿ ਇਹ ਕਿੱਦਾਂ ਦਾ ਜਵਾਬ ਕਿ ਅੱਧੀ ਕੁ ਮੇਰੇ ਵਰਗੀ ਗੁਜ਼ਰੀ, ਯਾਨੀ ਤੇਰੇ ਵਰਗੀ, ਰਾਜੇ ਵਰਗੀ, ਔਰ ਅੱਧੀ ਕੁ ਤੇਰੇ ਤੋਂ ਬਹੁਤ ਵਧੀਆ ਗੁਜ਼ਰੀ। ਰਾਜਾ ਕਹਿੰਦਾ, ਮੈਂ ਸਮਝਿਆ ਨਹੀਂ ਐ ਫਕੀਰ ਕਿ ਤੂੰ ਕਹਿ ਰਿਹਾ ਕਿ ਅੱਧੀ ਕੁ ਰਾਤ ਮੇਰੇ ਵਰਗੀ ਗੁਜ਼ਰੀ ਔਰ ਅੱਧੀ ਕੁ ਮੇਰੇ ਤੋਂ ਜ਼ਿਆਦਾ ਅੱਛੀ ਗੁਜ਼ਰੀ, ਇਹ ਕਿੱਦਾਂ ਹੋ ਸਕਦਾ ਹੈ? ਤੂੰ ਸੁੱਤਾ ਹੈ, ਤੂੰ ਬੈਠਾ ਇਸ ਪੇੜ ਦੇ ਥੱਲੇ, ਤੂੰ ਸੁੱਤਾ ਇਸ ਪੇੜ ਦੇ ਥੱਲੇ ਔਰ ਮੈਂ ਸੁੱਤਾ ਆਪਣੇ ਆਲੀਸ਼ਾਨ ਮਹਿਲ ਦੇ ਵਿੱਚ, ਮਖਮਲੀ ਗੱਦਿਆਂ ਤੇ, ਫੁੱਲਾਂ ਦੀਆਂ ਸੇਜਾਂ ਤੇ। ਹੁਣ ਤੂੰ ਕਹਿੰਦਾ ਅੱਧੀ ਕੁ ਮੇਰੇ ਵਰਗੀ ਗੁਜ਼ਰੀ, ਅੱਧੀ ਕੁ ਮੇਰੇ ਤੋਂ ਬਹੁਤ ਚੰਗੀ ਗੁਜ਼ਰੀ। ਮੇਰੀ ਰਾਤ ਤਾਂ ਬਹੁਤ ਵਧੀਆ ਸੀ ਕਿ ਮੈਂ ਮਹਿਲਾਂ ਵਿੱਚ ਸੀ, ਔਰ ਤੂੰ ਜ਼ਮੀਨ ਤੇ, ਮੇਰੇ ਵਰਗੀ ਵੀ ਹੈ ਨਹੀਂ ਸੀ ਤੇਰੀ ਰਾਤ, ਤਾਂ ਤੂੰ ਕਹਿੰਦਾ ਮੇਰੇ ਤੋਂ ਵੀ ਚੰਗੀ ਅੱਧੀ। ਤਾਂ ਉਸ ਲਈ ਫਕੀਰ ਮੁਸਕਰਾਏ, ਕਹਿੰਦੇ, ਰਾਜਾ ਆਜਾ ਦੱਸਾਂ ਮੈਂ ਕਿਉਂ ਕਿਹਾ ਕਿ ਅੱਧੀ ਕੁ ਤੇਰੇ ਵਰਗੀ, ਅੱਧੀ ਤੇਰੇ ਤੋਂ ਬਹੁਤ ਚੰਗੀ ਗੁਜ਼ਰੀ। ਕਿ ਐ ਰਾਜਾ, ਜਦੋਂ ਰਾਤ ਨੂੰ ਤੂੰ ਸੁੱਤਾ ਸੀ ਬਿਸਤਰ ਤੇ, ਮੈਂ ਵੀ ਸੁੱਤਾ ਸੀ ਜ਼ਮੀਨ ਤੇ। ਤੂੰ ਵੀ ਨੀਂਦ ਪੂਰੀ ਕੀਤੀ, ਮੈਂ ਵੀ ਨੀਂਦ ਪੂਰੀ ਕੀਤੀ, ਔਰ ਜਦੋਂ ਤੂੰ ਵੀ ਨੀਂਦ ਸੀ ਮੈਂ ਵੀ ਨੀਂਦ 'ਚ ਸੀ। ਤਾਂ ਨੀਂਦ 'ਚ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਉਹ ਮਹਿਲਾਂ 'ਚ ਹੈ, ਮਖਮਲੀ ਗੱਦਿਆਂ ਤੇ ਹੈ ਜਾਂ ਜ਼ਮੀਨ ਤੇ ਹੈ। ਹੁਣ ਜ਼ਰਾ ਜਵਾਬ ਦੇਣਾ ਸਾਨੂੰ। ਸੌਣ ਲੱਗੇ ਤੁਹਾਨੂੰ ਪਤਾ ਹੁੰਦਾ ਮੈਂ ਆਪਣੇ ਕਮਰੇ 'ਚ ਹਾਂ, ਸੌਣ ਲੱਗੇ ਤੁਹਾਨੂੰ ਪਤਾ ਹੁੰਦਾ ਹੈ ਕਿ ਮੈਂ ਬਿਸਤਰ ਤੇ ਹਾਂ, ਪਰ ਜਦੋਂ ਨੀਂਦ ਆ ਜਾਂਦੀ ਹੈ ਤਾਂ ਕੀ ਤੁਹਾਨੂੰ ਯਾਦ ਰਹਿੰਦਾ ਹੈ ਕਿ ਮੈਂ ਕਿਹੜੇ ਕਮਰੇ 'ਚ ਹਾਂ, ਮੈਂ ਕਿਹੜੇ ਬਿਸਤਰ ਤੇ ਹਾਂ, ਮੈਂ ਕਿਹੜੇ ਦੇਸ਼ ਵਿੱਚ ਹਾਂ, ਮੈਂ ਕਿਹੜੇ ਏਰੀਏ 'ਚ ਹਾਂ? ਸਭ ਕੁਝ ਭੁੱਲ ਜਾਂਦਾ ਹੈ। ਉਸ ਲਈ ਬੰਦੇ ਨੂੰ ਇਹ ਨਹੀਂ ਯਾਦ ਰਹਿੰਦਾ ਕਿ ਮੈਂ ਇਸ ਲਈ ਕਿੱਥੇ ਹਾਂ, ਕਿਉਂਕਿ ਨੀਂਦ ਵਿੱਚ ਤਾਂ ਇਨਸਾਨ ਬਸ ਨੀਂਦ 'ਚ ਹੀ ਹੁੰਦਾ ਹੈ। ਫਿਰ ਚਾਹੇ ਜ਼ਮੀਨ ਤੇ ਹੋਵੇ, ਤਾਂ ਹੀ ਤਾਂ ਕਈ ਵਾਰ ਹੁੰਦਾ ਨਾ ਕਿ ਗੂੜੀ ਨੀਂਦ 'ਚ ਬੰਦਾ ਹੋਵੇ ਤਾਂ ਉਹਨੂੰ ਚੱਕ ਕੇ ਥੱਲੇ ਵੀ ਪਾ ਦੇ, ਉਹਨੂੰ ਪਤਾ ਹੀ ਨਹੀਂ ਲੱਗਦਾ। ਔਰ ਜਦੋਂ ਨੀਂਦ ਗੂੜੀ ਹੁੰਦੀ ਹੈ ਤਾਂ ਫਿਰ ਇਹ ਵੀ ਨਹੀਂ ਹੁੰਦਾ ਕਿ ਬਿਸਤਰ ਜ਼ਰੂਰੀ ਹੈ। ਫਿਰ ਤਾਂ ਕਈ ਵਾਰ ਦੇਖਿਆ ਹੈ ਕਿ ਬੰਦਾ ਸੀਟ ਦੇ ਉੱਤੇ ਬੈਠਾ ਬੈਠਾ ਹੀ ਸੌ ਜਾਂਦਾ ਹੈ। ਹੁੰਦਾ ਕਿ ਨਹੀਂ ਤੁਹਾਡੇ ਨਾਲ? ਤੁਸੀਂ ਟ੍ਰੇਨ 'ਚ ਜਾ ਰਹੇ ਹੋ ਜਾਂ ਬੱਸ 'ਚ ਜਾ ਰਹੇ ਹੋ, ਨੀਂਦ ਹੋਵੇ ਤਾਂ ਬੰਦਾ ਬੈਠਾ ਬੈਠਾ ਇੰਨਾ ਸੌ ਜਾਂਦਾ, ਉਹਨੂੰ ਪਤਾ ਹੀ ਨਹੀਂ ਮੈਂ ਸੀਟ ਤੇ ਬੈਠਾ ਹਾਂ। ਔਰ ਇੱਥੇ ਤੱਕ ਵੀ ਦੇਖਣ 'ਚ ਆਇਆ ਕਿ ਕਈ ਤਾਂ ਡਰਾਈਵਰ ਹੀ ਗੱਡੀ ਚਲਾਉਂਦੇ ਚਲਾਉਂਦੇ ਸੌ ਜਾਂਦੇ ਆ, ਤਾਂ ਫਿਰ ਅੱਖ ਕਦੋਂ ਖੁੱਲਦੀ ਹੈ? ਜਦੋਂ ਟੱਕਰ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਾ ਸਾਨੂੰ ਅੱਖ ਕਿਹੜੇ ਵੇਲੇ ਲੱਗ ਗਈ। ਸੋ ਨੀਂਦ ਐਸੀ ਚੀਜ਼ ਹੈ ਜਿਹਦੇ 'ਚ ਬੰਦੇ ਨੂੰ ਕੋਈ ਖਬਰ ਰਹਿੰਦੀ ਨਹੀਂ ਕਿ ਮੈਂ ਡਰਾਈਵਿੰਗ ਕਰ ਰਿਹਾ ਹਾਂ, ਮੈਂ ਸੀਟ ਤੇ ਬੈਠਾ ਹਾਂ, ਮੈਂ ਬਿਸਤਰ ਤੇ ਬੈਠਾ ਹਾਂ ਜਾਂ ਮੈਂ ਜ਼ਮੀਨ ਤੇ ਲੇਟਾ ਹਾਂ। ਕਿਉਂਕਿ ਜਦੋਂ ਗੂੜੀ ਨੀਂਦ ਹੁੰਦੀ ਹੈ ਨਾ, ਤਾਂ ਉਸ ਲਈ ਚਾਹੇ ਬੰਦਾ ਸੀਟ ਤੇ ਹੋਵੇ, ਚਾਹੇ ਬਿਸਤਰ ਤੇ ਹੋਵੇ, ਚਾਹੇ ਜ਼ਮੀਨ ਤੇ ਹੋਵੇ, ਅਵਸਥਾ ਤਿੰਨਾਂ ਦੀ ਇੱਕੋ ਹੀ ਹੁੰਦੀ ਹੈ ਕਿ ਇਸ ਲਈ ਜਗ੍ਹਾ ਮਾਇਨੇ ਨਹੀਂ ਹੈ, ਇਸ ਲਈ ਮਾਇਨੇ ਰਖਾਂਦਾ ਹੈ ਗੂੜੀ ਨੀਂਦ। ਇਸ ਲਈ ਫਕੀਰਾਂ ਨੇ ਕਿਹਾ, ਜਦੋਂ ਤੂੰ ਵੀ ਸੁੱਤਾ ਸੀ ਮੈਂ ਵੀ ਸੁੱਤਾ ਸੀ, ਉਸ ਵੇਲੇ ਮੇਰੀ ਰਾਤ ਤੇਰੇ ਵਰਗੀ ਸੀ ਔਰ ਤੇਰੀ ਰਾਤ ਮੇਰੇ ਵਰਗੀ ਸੀ। ਤਾਂ ਰਾਜੇ ਨੇ ਕਿਹਾ, ਚੱਲ ਇਹ ਤਾਂ ਹੋ ਗਿਆ, ਪਰ ਮੇਰੇ ਤੋਂ ਚੰਗੀ ਕਿੱਦਾਂ? ਤਾਂ ਫਕੀਰ ਨੇ ਕਿਹਾ, ਹੁਣ ਇਹ ਵੀ ਸੁਣ ਲੈ, ਤੇਰੇ ਤੋਂ ਚੰਗੀ ਕਿੱਦਾਂ? ਐ ਰਾਜਾ, ਜਦੋਂ ਤੂੰ ਵੀ ਸੁੱਤਾ ਸੀ ਮੈਂ ਵੀ ਸੁੱਤਾ ਸੀ, ਉਸ ਲਈ ਮੇਰੀ ਰਾਤ ਤੇਰੇ ਵਰਗੀ ਸੀ। ਫਿਰ ਅੱਧੀ ਰਾਤ ਨੂੰ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਮੈਂ ਆਪਣੇ ਰੱਬ ਨੂੰ ਯਾਦ ਕੀਤਾ, ਉਹਦੀ ਬੰਦਗੀ 'ਚ ਬਹਿ ਗਿਆ, ਤੂੰ ਸੁੱਤਾ ਰਹਿ ਗਿਆ, ਇਸ ਲਈ ਉਹ ਅੱਧੀ ਰਾਤ ਤੇਰੇ ਤੋਂ ਚੰਗੀ ਸੀ।
जरा हुण समझना, ਜਦੋਂ ਸਾਰੀ ਦੁਨੀਆ ਸੌਂਦੀ ਹੈ ਔਰ ਇੱਕ ਇਨਸਾਨ ਉੱਠ ਕੇ ਜਾਗ ਕੇ ਰੱਬ ਦੀ ਬੰਦਗੀ ਕਰਦਾ ਹੈ, ਫਿਰ ਅਸੀਂ ਕੀ ਕਹਿ ਸਕਦੇ ਹਾਂ ਕਿ ਇਹ ਇੱਕ ਬੰਦੇ ਦੀ ਰਾਤ ਬਾਕੀਆਂ ਨਾਲੋਂ ਚੰਗੀ ਸੀ, ਕਿਉਂਕਿ ਇਹ ਉੱਠ ਕੇ ਆਪਣੇ ਮਾਲਿਕ ਦੀ ਬੰਦਗੀ ਨਾਲ ਜੁੜਿਆ, ਆਪਣੇ ਮਾਲਿਕ ਦੀ ਯਾਦ ਨਾਲ ਜੁੜਿਆ, ਆਪਣੇ ਪ੍ਰਭੂ ਦੇ ਸਿਮਰਨ ਨਾਲ ਜੁੜਿਆ। ਹੁਣ ਜਦੋਂ ਇਨਸਾਨ ਪ੍ਰਭੂ ਦੇ ਸਿਮਰਨ ਨਾਲ ਜੁੜਦਾ ਹੈ, ਜਿੱਦਾਂ ਗੁਰੂਆਂ ਨੇ ਇਸ਼ਾਰਾ ਕੀਤਾ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਿ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਅਸੀਂ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਹਾਂ, ਉਹਦਾ ਨਾਮ ਜਪਦੇ ਹਾਂ, ਉਹਦੀ ਬੰਦਗੀ ਕਰਦੇ ਹਾਂ, ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਆਹ ਪਲ, ਆਹ ਘੜੀ ਸਾਡੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਪਲ ਹੈ, ਇਹ ਘੜੀ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਘੜੀ ਹੈ। ਇਸ ਲਈ ਹੁਣ ਤੁਸੀਂ ਵੀ ਦੇਖਣਾ ਹੈ ਕਿ ਤੁਹਾਡੀ ਰਾਤ ਕਿੱਦਾਂ ਗੁਜ਼ਰਦੀ ਹੈ। ਤੁਹਾਡੀ ਰਾਤ ਵੀ ਐਸੀ ਹੋਣੀ ਚਾਹੀਦੀ ਹੈ ਕਿ ਜਦ ਕੋਈ ਤੁਹਾਨੂੰ ਪੁੱਛੇ ਕਿ ਭਾਈ ਕਿੱਦਾਂ ਗੁਜ਼ਰੀ ਤੇਰੀ ਰਾਤ, ਤਾਂ ਤੁਸੀਂ ਵੀ ਕਹਿ ਸਕੋ ਅੱਧੀ ਕੁ ਤੇਰੇ ਵਰਗੀ ਤਾਂ ਅੱਧੀ ਕੁ ਤੇਰੇ ਨਾਲੋਂ ਚੰਗੀ ਗੁਜ਼ਰੀ। ਬੋਲੋ ਸਮਝਦੇ ਹੋ ਕਿ ਨਹੀਂ? ਇੱਥੇ ਕੋਈ ਹੈ ਜੀਵ ਜਿਹੜਾ ਕਹਿ ਸਕੇ ਕਿ ਹਾਂ ਮੇਰੀ ਅੱਧੀ ਕੁ ਰਾਤ ਚੰਗੀ ਗੁਜ਼ਰੀ, ਯਾਨੀ ਮੈਂ ਤੜਕੇ ਸਿਮਰਨ ਕੀਤਾ ਸੀ, ਮੈਂ ਤੜਕੇ ਬੰਦਗੀ ਕੀਤੀ ਸੀ, ਮੈਂ ਸਵੇਰੇ ਉੱਠ ਕੇ ਧਿਆਨ ਕੀਤਾ ਸੀ? ਜਿਹੜਾ ਕਹਿ ਸਕਦਾ ਹੈ ਤਾਂ ਅਸੀਂ ਕਹਾਂਗੇ ਵਾਕਈ ਫਿਰ ਉਹਨਾਂ ਦੀ ਰਾਤ ਬਾਕੀ ਦੁਨੀਆ ਨਾਲੋਂ ਅੱਧੀ ਕੁ ਤਾਂ ਉਦਾਂ ਦੀ ਗੁਜ਼ਰੀ, ਤਾਂ ਅੱਧੀ ਕੁ ਰਾਤ ਉਹਨਾਂ ਦੀ ਬਾਕੀਆਂ ਨਾਲੋਂ ਚੰਗੀ ਗੁਜ਼ਰੀ। ਇਸ ਲਈ ਇਹੀ ਕੋਸ਼ਿਸ਼ ਕਰਨੀ ਹੈ ਕਿ ਰਾਤ ਤਾਂ ਹਰ ਰੋਜ਼ ਆਉਂਦੀ ਹੈ, ਪਰ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਹਰ ਰੋਜ਼ ਆਉਣ ਵਾਲੀ ਰਾਤ ਨੂੰ ਅਸੀਂ ਚੰਗੀ ਬਣਾਈਏ। ਔਰ ਉਹ ਚੰਗੀ ਉਦੋਂ ਹੀ ਬਣੇਗੀ ਜਦੋਂ ਆਪਣੇ ਮਾਲਿਕ ਦੇ ਨਾਮ ਨਾਲ ਜੁੜਾਂਗੇ, ਆਪਣੇ ਮਾਲਿਕ ਦੇ ਸਿਮਰਨ ਨਾਲ ਜੁੜਾਂਗੇ, ਆਪਣੇ ਮਾਲਿਕ ਦੇ ਸ਼ਬਦ ਨਾਲ ਜੁੜਾਂਗੇ। ਇਸ ਲਈ ਇਹ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਆਪਣੇ ਦਿਨ ਨੂੰ ਚੰਗਾ ਕਿੱਦਾਂ ਬਣਾਉਣਾ ਹੈ, ਆਪਣੀ ਰਾਤ ਨੂੰ ਚੰਗੀ ਕਿੱਦਾਂ ਬਣਾਉਣੀ ਹੈ। ਕਿਉਂਕਿ ਚੰਗੀ ਰਾਤ ਜਾਂ ਚੰਗਾ ਦਿਨ ਉਦੋਂ ਬਣ ਜਾਂਦਾ ਹੈ, ਜਿੱਦਾਂ ਦੱਸਿਆ ਰਾਤ ਨੂੰ ਆਰਾਮ ਵੀ ਕਰਨਾ ਹੈ। ਇਹ ਵੀ ਨਹੀਂ ਗੁਰੂ ਰਹਿਬਰ ਕਹਿੰਦੇ, ਜਾਂ ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਕਿ ਸਾਰੀ ਰਾਤ ਬੈਠੇ ਰਹੋ, ਸੌਵੋ ਵੀ, ਪਰ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵੀ ਕਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਇਨਸਾਨ ਸੋਚਦਾ ਅੰਮ੍ਰਿਤ ਵੇਲਾ ਕਿਹੜਾ ਹੈ, ਤਾਂ ਥੋੜਾ ਦੱਸ ਦਈਏ ਕਿ ਸੂਰਜ ਨਿਕਲ ਤੋਂ, ਜਦੋਂ ਸੂਰਜ ਨਿਕਲਣ ਦਾ ਟਾਈਮ ਹੁੰਦਾ ਨਾ, ਚੈੱਕ ਕਰੋ ਕਿ ਸੂਰਜ ਨਿਕਲਣ ਦਾ ਟਾਈਮ ਕੀ ਹੈ। ਔਰ ਅੱਜ ਕੱਲ੍ਹ ਤਾਂ ਬੜਾ ਸੌਖਾ ਹੈ ਕਿ ਬੰਦਾ ਸਰਚ ਕਰ ਲੈਂਦਾ ਹੈ ਕਿ ਸਨਰਾਈਜ਼ ਦਾ ਟਾਈਮ ਕੀ ਹੈ, ਸੂਰਜ ਨਿਕਲਣ ਦਾ ਟਾਈਮ ਕੀ ਹੈ। ਫਿਰ ਉਸ ਤੋਂ 96 ਮਿੰਟ ਪਿੱਛੇ ਨੂੰ ਆਪਣੀ ਘੜੀ ਲੈ ਜਾਓ, ਯਾਨੀ ਤੁਸੀਂ ਅੱਜ ਚੈੱਕ ਕਰੋ ਕੱਲ ਸੂਰਜ ਨਿਕਲਣ ਦਾ ਟਾਈਮ ਕੀ ਹੈ, ਫਿਰ 96 ਮਿੰਟ 96 ਮਿੰਟ ਪਿੱਛੇ ਚਲੇ ਜਾਓ, ਤਾਂ ਸਮਝ ਲਓ ਉਹ ਤੋਂ ਲੈ ਕੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੈ। ਕਈ ਕੀ ਕਰਦੇ ਆ, ਰਾਤ ਨੂੰ 1 ਵਜੇ ਉੱਠ ਕੇ ਬਹਿ ਜਾਂਦੇ ਅੰਮ੍ਰਿਤ ਵੇਲਾ। ਉਹ ਅੰਮ੍ਰਿਤ ਵੇਲਾ ਨਹੀਂ ਹੈ, ਉਹ ਸੌਣ ਦਾ ਵੇਲਾ ਹੈ। 1:30 ਵਜੇ ਸੌਣ ਦਾ ਵੇਲਾ ਹੈ। ਇਸ ਲਈ ਸੂਰਜ ਨਿਕਲ ਤੋਂ ਪਹਿਲਾਂ, ਸੂਰਜ ਦੀਆਂ ਕਿਰਨਾਂ ਨਿਕਲ ਤੋਂ ਪਹਿਲਾਂ, ਉਹ ਸੂਰਜ ਦੀ ਝਲਕ ਮਿਲਣ ਤੋਂ ਪਹਿਲਾਂ ਅਸੀਂ 96 ਮਿੰਟ ਪਿੱਛੇ ਚਲੇ ਜਾਈਏ, ਤਾਂ ਅਸੀਂ ਉਹ ਟਾਈਮ ਨੂੰ ਕਹਿ ਸਕਦੇ ਹਾਂ ਇਹ ਅੰਮ੍ਰਿਤ ਵੇਲੇ 'ਚ ਆਉਂਦਾ ਹੈ। ਇਹ ਗੁੱਡ ਫੋਰ ਹੈਲਥ, ਸਾਡੀ ਸਿਹਤ ਵਾਸਤੇ ਵੀ, ਸਾਡੇ ਮਾਈਂਡ ਵਾਸਤੇ ਯਾਨੀ ਬ੍ਰੇਨ ਵਾਸਤੇ ਵੀ ਇਹ ਟਾਈਮ ਉਚਿਤ ਹੈ। ਇਸ ਲਈ ਹਾਂ ਇਹ ਹੋ ਸਕਦਾ ਕਿ 96 ਮਿੰਟ ਪਹਿਲਾਂ ਬੰਦਾ ਥੋੜੀ ਦੇਰ ਉੱਠੇ, ਇਸ਼ਨਾਨ ਕਰਨਾ ਹੈ, ਜਾਂ ਉਹਨੇ ਆਪਣਾ ਜੋ ਜ਼ਰੂਰਤ ਪੂਰੀ ਕਰਨੀ ਹੈ, ਜ਼ਰੂਰਤ ਪੂਰੀ ਕਰਕੇ ਬੰਦਾ ਬੈਠਣ ਦੀ ਕੋਸ਼ਿਸ਼ ਕਰੇ। ਸਮਝਦੇ ਹੋ ਕਿ ਨਹੀਂ? ਇਹ ਕਿੰਨੀ ਦੇਰ ਬਣ ਜਾਂਦਾ ਹੈ? 1 ਘੰਟਾ 36 ਮਿੰਟ ਦੇ ਕਰੀਬ, ਸਮਝ ਲੈਣਾ ਸਾਰਿਆਂ ਨੇ। ਹੁਣ ਉਹਦੇ 'ਚ ਅਸੀਂ ਕਿੰਨੀ ਦੇਰ ਬੈਠ ਸਕਦੇ ਹਾਂ, ਉਹ ਬੈਠਣ ਦੀ ਕੋਸ਼ਿਸ਼ ਕਰੀਏ, ਇਹਨੂੰ ਸਮਝਣਾ ਸਾਰਿਆਂ ਨੇ। ਇਸ ਲਈ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਰਾਤ ਵੀ ਸਾਡੀ ਉੱਤਮ ਹੋਵੇ ਤਾਂ ਦਿਨ ਵੀ ਸਾਡਾ ਉੱਤਮ ਹੋਵੇ। ਹੁਣ ਦਿਨ ਸਾਡਾ ਉੱਤਮ ਕਿੱਦਾਂ ਹੋ ਸਕਦਾ? ਉੱਤਮ ਦਾ ਮਤਲਬ ਅੱਛਾ ਕਿੱਦਾਂ ਹੋ ਸਕਦਾ ਹੈ? ਇਹਦੇ ਬਾਰੇ ਇੱਕ ਛੋਟੀ ਜਿਹੀ ਕਹਾਣੀ ਹਜ਼ੂਰ ਮੁਹੰਮਦ ਦੇ ਜੀਵਨ ਦੀ ਇੱਥੇ ਦੱਸਣਾ ਚਾਹਾਂਗੇ ਕਿ ਹਜ਼ੂਰ ਮੁਹੰਮਦ ਬੈਠੇ ਹੋਏ ਸੀ। ਜਦੋਂ ਮੁਹੰਮਦ ਸਾਹਿਬ ਬੈਠੇ ਹੋਏ ਹੈ, ਕੋਲ ਉਹਨਾਂ ਦੇ ਸਹਾਬੀ ਹੈ, ਸੇਵਕ ਹੈ, ਤਾਂ ਇੱਕ ਆਦਮੀ ਆਇਆ, ਆ ਕੇ ਹਜ਼ੂਰ ਨੂੰ ਕਹਿਣ ਲੱਗਾ, ਹਜ਼ੂਰ ਮੈਂ ਬੜਾ ਮੁਫਲਿਸ ਹਾਂ, ਮੇਰੇ ਤੇ ਕਿਰਪਾ ਕਰੋ। ਮੁਫਲਿਸ ਦਾ ਮਤਲਬ ਹੁੰਦਾ ਗਰੀਬ, ਨਿਰਧਨ, ਦੁਖੀ। ਜਿੱਦਾਂ ਬੰਦਾ ਕਹਿੰਦਾ ਬੜਾ ਗਰੀਬ ਹੈ, ਨਿਰਧਨ ਹੈ, ਬੜਾ ਦੁਖੀ ਹੈ, ਕਹਿੰਦਾ ਹਜ਼ੂਰ ਮੈਂ ਬੜਾ ਮੁਫਲਿਸ ਹਾਂ, ਮੇਰੇ ਤੇ ਕਰਮ ਕਰੋ, ਕਿਰਪਾ ਕਰੋ, ਰਹਿਮਤ ਕਰੋ ਮੇਰੇ ਤੇ। ਤਾਂ ਹਜ਼ੂਰ ਨੇ ਉਹਦੀ ਤਰਫ ਤਾਂ ਦੇਖਿਆ ਹੀ, ਮੁਸਕਰਾ ਕੇ ਆਪਣੇ ਸਹਾਬੀਆਂ ਨੂੰ ਪੁੱਛਿਆ ਹਜ਼ੂਰ ਨੇ। ਹਜ਼ੂਰ ਕਹਿੰਦੇ ਇਹ ਕਹਿ ਰਿਹਾ ਹੈ ਮੈਂ ਮੁਫਲਿਸ ਹਾਂ। ਮੁਫਲਿਸ ਦਾ ਮਤਲਬ ਫਿਰ ਦੱਸ ਦਈਏ, ਗਰੀਬ, ਨਿਰਧਨ। ਜਿੱਦਾਂ ਬੰਦਾ ਕਹਿੰਦਾ ਬੜਾ ਨਿਰਧਨ, ਦੁਖੀ ਹੈ, ਗਰੀਬ ਹੈ, ਮਜਲੂਮ ਹੈ, ਉਹਨੂੰ ਮੁਫਲਿਸ ਕਹਿ ਦਿੱਤਾ ਜਾਂਦਾ ਹੈ। ਹਜ਼ੂਰ ਕਹਿੰਦੇ ਇਹ ਕਹਿ ਰਿਹਾ ਮੈਂ ਬੜਾ ਮੁਫਲਿਸ ਹਾਂ। ਤਾਂ ਹਜ਼ੂਰ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਮੈਨੂੰ ਦੱਸੋ ਕਿ ਮੁਫਲਿਸ ਕਹਿੰਦੇ ਕਿਹਨੂੰ ਹੈ, ਮੁਫਲਿਸ ਦਾ ਮਤਲਬ ਕੀ ਹੈ?
ਆਪਣੇ ਸੇਵਕਾਂ ਨੂੰ ਪੁੱਛਿਆ ਹਜ਼ੂਰ ਨੇ, ਇਹ ਦੱਸੋ ਮੁਫਲਿਸ ਦਾ ਮਤਲਬ ਕੀ ਹੈ? ਤਾਂ ਹੁਣ ਮੁਫਲਿਸ ਦੇ ਜੋ ਮਤਲਬ ਸੀ ਉਹ ਮਤਲਬ ਦੇ ਮੁਤਾਬਿਕ ਇੱਕ ਨੇ ਕਿਹਾ ਜੀ ਮੁਫਲਿਸ ਦਾ ਮਤਲਬ ਹੈ ਨਿਰਧਨ, ਦੂਜੇ ਨੇ ਕਿਹਾ ਜੀ ਮੁਫਲਿਸ ਦਾ ਮਤਲਬ ਹੈ ਗਰੀਬ, ਤੀਜੇ ਨੇ ਕਿਹਾ ਜੀ ਮੁਫਲਿਸ ਦਾ ਮਤਲਬ ਹੈ ਜੇ ਕੋ ਮਾਲੋ ਜਰ ਨਾ ਹੋਵੇ, ਮਾਲ ਯਾਨੀ ਦੌਲਤ ਨਾ ਹੋਵੇ, ਜਰ ਵੀ ਕਹਿ ਦਿੰਦੇ ਆ, ਜੇਵਰਾਤ ਹੋ ਗਿਆ, ਧਨ ਹੋ ਗਿਆ, ਕਿ ਜਿਹਦੇ ਕੋਲ ਇਹ ਚੀਜ਼ਾਂ ਹੈ ਨਹੀਂ, ਖਾਣ ਨੂੰ ਰੋਟੀ ਨਾ ਹੋਵੇ, ਪਾਣ ਨੂੰ ਕੱਪੜਾ ਨਾ ਹੋਵੇ, ਰਹਿਣ ਨੂੰ ਘਰ ਨਾ ਹੋਵੇ, ਦੁਖੀ ਹੋਵੇ, ਉਹਨੂੰ ਮੁਫਲਿਸ ਕਹਿ ਦਿੱਤਾ ਜਾਂਦਾ ਹੈ। ਇਸ ਲਈ ਜਦੋਂ ਉਹਨੇ ਕਿਹਾ, ਤੀਸਰੇ ਸੇਵਾਦਾਰ ਨੇ, ਸੇਵਕ ਨੇ, ਸਹਾਬੀ ਨੇ ਕਿ ਹਜ਼ੂਰ ਮੁਫਲਿਸ ਦਾ ਮਤਲਬ ਹੈ ਜੇ ਕੋ ਮਾਲੋ ਜਰ ਨਾ ਹੋਵੇ, ਤਾਂ ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਫਿਰ ਤੁਸੀਂ ਸਹੀ ਮਾਇਨੇ 'ਚ ਮੁਫਲਿਸ ਬਾਰੇ ਸਮਝੇ ਹੀ ਨਹੀਂ ਕਿ ਮੁਫਲਿਸ ਕਹਿੰਦੇ ਕਿਹਨੂੰ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਤੁਸੀਂ ਜਿੰਨੀਆਂ ਵੀ ਨਿਸ਼ਾਨੀਆਂ ਦਸੀਆਂ ਮੁਫਲਿਸ ਦੀਆਂ, ਇਹ ਬਾਹਰੀ ਤੌਰ ਤੇ ਦਸੀਆਂ, ਸਹੀ ਮਾਇਨੇ 'ਚ ਸਾਡੀ ਨਜ਼ਰਾਂ 'ਚ ਮੁਫਲਿਸ ਕੌਣ ਹੈ? ਹਜ਼ੂਰ ਕਹਿੰਦੇ ਸੁਣੋ। ਤਾਂ ਹਜ਼ੂਰ ਨੇ ਕੀ ਦੱਸਿਆ ਕਿ ਮੁਫਲਿਸ वो नहीं जिसके पास माल नहीं होता, मुफलिस वो नहीं जिसके पास माल नहीं होता, मुफलिस तो वो है जिसके पास नेक अमाल नहीं होता। जरा समझना, हजूर कहते गरीब वो नहीं है जिहदे को बाहरी माल नहीं है। बंदा कहता पैसा है नहीं, खाण नूं रोटी है नहीं, पाण नूं कपड़ा है नहीं, ये गरीब। मुफलिस कहते साडियां नज़रां 'च मुफलिस वो है ਜਿਹਦੇ ਕੋਲ ਨੇਕ ਅਮਾਲ ਨਾ ਹੋਣ। ਇਸ ਲਈ ਉਹਨਾਂ ਨੇ ਜੋ ਕਿਹਾ ਨਾ, ਇਹ ਲਾਈਨ ਆਪਣੇ ਦਿਲ ਤੇ ਲਿਖਣੀ ਹੈ ਤੁਸੀਂ, ਕਿਉਂਕਿ ਬੜੀ ਸਮਝਣ ਵਾਲੀ ਹੈ। ਅੱਜ ਇਨਸਾਨ ਰੋਣਾ ਰੋਂਦਾ ਹੈ ਕਿ ਮੈਂ ਬੜਾ ਗਰੀਬ ਹਾਂ, ਮੇਰੇ ਕੋਲ ਖਾਣ ਨੂੰ ਰੋਟੀ ਹੈ ਨਹੀਂ, ਮੇਰਾ ਬਿਜ਼ਨਸ ਨਹੀਂ ਚੱਲਦਾ, ਮੇਰੇ ਕੰਮਕਾਰ 'ਚ ਬਰਕਤ ਨਹੀਂ ਹੁੰਦੀ, ਜਾਂ ਮੇਰੇ ਘਰ ਦੇ ਵਿੱਚ ਖੁਸ਼ੀਆਂ ਹੈ ਨਹੀਂ, ਮੇਰੇ ਪੈਸੇ 'ਚ ਵਾਧਾ ਨਹੀਂ ਹੁੰਦਾ। ਤਾਂ ਹੁਣ ਬੰਦਾ ਕਹਿੰਦਾ ਮੈਂ ਗਰੀਬ। ਤਾਂ ਹਜ਼ੂਰ ਉਹ ਜੜ ਦੱਸ ਰਹੇ ਹੈ ਕਿ ਗਰੀਬ ਹੋਣ ਦੇ ਪਿੱਛੇ ਕਾਰਨ ਕੀ ਹੈ। ਜੇ ਅੱਜ ਤੁਹਾਡੇ ਕੰਮ 'ਚ ਬਰਕਤ ਨਹੀਂ ਹੈ, ਕਾਰਨ ਕੀ ਹੈ? ਜੇ ਅੱਜ ਤੁਹਾਡੇ ਜੀਵਨ 'ਚ ਖੁਸ਼ੀਆਂ ਨਹੀਂ ਹੈ ਤਾਂ ਕਾਰਨ ਕੀ ਹੈ? ਜੇ ਅੱਜ ਤੁਸੀਂ ਨਿਰਧਨ ਹੋ, ਗਰੀਬ ਹੋ, ਕਾਰਨ ਕੀ ਹੈ? ਉਹ ਦੱਸ ਰਹੇ ਹੈ ਕਿ ਬਾਹਰੀ ਤੌਰ ਤੇ ਤਾਂ ਬੰਦਾ ਦੇਖਦਾ ਮੇਰੀ ਜੇਬ 'ਚ ਪੈਸਾ ਹੈ ਨਹੀਂ, ਮੈਂ ਗਰੀਬ, ਪਰ ਕਾਰਨ ਨਹੀਂ ਜਾਣਦਾ ਕਿ ਕਾਰਨ ਕੀ ਹੈ ਇਹ ਗਰੀਬੀ ਦਾ, ਇਹ ਦੁੱਖਾਂ ਦਾ, ਇਹ ਪਰੇਸ਼ਾਨੀਆਂ ਦਾ ਕਾਰਨ ਕੀ ਹੈ। ਕਿ ਜਦੋਂ ਤੇਰੇ ਜੀਵਨ 'ਚ ਬੇਬਰਕਤੀ ਆਣੀ ਸ਼ੁਰੂ ਹੋ ਜਾਵੇ, ਜਦੋਂ ਤੇਰੇ ਕੰਮ 'ਚ ਰੁਕਾਵਟਾਂ ਆਣੀਆਂ ਸ਼ੁਰੂ ਹੋ ਜਾਣ, ਜਦੋਂ ਤੇਰੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਵੇ, ਜਾਂ ਜਦੋਂ ਤੇਰੇ ਘਰ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਣ, ਤਾਂ ਸਮਝ ਲੈ ਕਿ ਇੱਥੇ ਨੇਕ ਅਮਾਲ ਦੀ ਕਮੀ ਹੈ। ਨੇਕ ਅਮਾਲ ਸਮਝਦੇ ਹੋ ਨਾ, ਅੱਛੇ ਕਰਮਾਂ ਦੀ ਕਮੀ ਹੈ। ਇਹਦਾ ਮਤਲਬ ਤੂੰ ਦਾਨ ਦੇਣਾ, ਸਿਮਰਨ ਕਰਨਾ, ਨੇਕੀ ਕਰਨੀ ਬੰਦ ਕਰ ਦਿੱਤੀ ਹੈ। ਕਿਉਂਕਿ ਜਦੋਂ ਇਨਸਾਨ ਨੇਕ ਕਰਮ ਕਰਨੇ ਬੰਦ ਕਰ ਦਿੰਦਾ ਹੈ, ਨੇਕ ਅਮਾਲ ਕਰਨੇ ਬੰਦ ਕਰ ਦਿੰਦਾ ਹੈ, ਤਾਂ ਰੱਬ ਦੀ ਰਹਿਮਤ ਦੇ ਦਰਵਾਜ਼ੇ ਉਹਦੇ ਵਾਸਤੇ ਬੰਦ ਹੋ ਜਾਂਦੇ ਹੈ। ਤਾਂ ਫਿਰ ਇਨਸਾਨ ਦੇ ਜੀਵਨ 'ਚ ਤਕਲੀਫਾਂ, ਦੁੱਖ, ਪਰੇਸ਼ਾਨੀਆਂ, ਬੇਬਰਕਤੀ ਆਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਜੇ ਜੀਵਨ 'ਚ ਤੰਗੀ ਹੈ, ਜੇ ਜੀਵਨ 'ਚ ਬਿਮਾਰੀ ਹੈ, ਜੇ ਜੀਵਨ ਦੇ ਵਿੱਚ ਪਰੇਸ਼ਾਨੀ ਹੈ, ਤਾਂ ਫਕੀਰਾਂ ਦੇ ਦਰ ਤੇ ਜਾਓ, ਬੈਠੋ। ਕਾਰਨ ਕੀ ਹੈ ਕਿ ਫਕੀਰਾਂ ਦੇ ਦਰ ਤੇ ਜਾ ਕੇ ਬੈਠਣ ਨਾਲ ਇਨਸਾਨ ਨੂੰ ਉਹ ਸਿੱਖਿਆ ਮਿਲਦੀ ਹੈ ਕਿ ਇਨਸਾਨ ਦਾ ਮਨ ਨੇਕੀਆਂ ਨਾਲ ਜੁੜਦਾ ਹੈ, ਨੇਕ ਅਮਾਲ ਦੀ ਤਰਫ ਇਨਸਾਨ ਦਾ ਮਨ ਜਾਂਦਾ ਹੈ। ਔਰ ਜਿੱਦਾਂ ਜਿੱਦਾਂ ਇਨਸਾਨ ਨੇਕ ਅਮਾਲ ਕਰਦਾ ਹੈ, ਨੇਕ ਕਰਮ ਕਰਦਾ ਹੈ, ਨੇਕ ਬੀਜ ਬੋਂਦਾ ਹੈ, ਤਾਂ ਫਿਰ ਉਹਨੂੰ ਫਲ ਵੀ ਉਹਦੇ ਮੁਤਾਬਿਕ ਮਿਲਦਾ ਹੈ। ਇਹ ਯਾਦ ਰੱਖਣਾ ਹਮੇਸ਼ਾ। ਇਸ ਲਈ ਜਦੋਂ ਸਾਨੂੰ ਲੱਗੇ ਨਾ ਕੰਮ 'ਚ ਬਰਕਤ ਨਹੀਂ ਹੈ, ਤਾਂ ਚੈੱਕ ਕਰੋ ਕਿ ਮੈਂ ਪੈਸਾ ਤਾਂ ਦੇਖ ਰਿਹਾ ਕਿ ਬਰਕਤ ਨਹੀਂ ਹੈ, ਪਰ ਮੈਂ ਇਹ ਦੇਖਾਂ ਕਿ ਬਰਕਤ ਹੈ ਕਿਉਂ ਨਹੀਂ, ਜੜ ਕੀ ਹੈ। ਜੜ ਦਾ ਕਾਰਨ ਹੋਏਗਾ ਕਿ ਮੈਂ ਹੁਣ ਨੇਕ ਅਮਾਲ ਨਹੀਂ ਕਰਦਾ, ਮੈਂ ਸਿਮਰਨ ਕਿੰਨਾ ਕੁ ਕਰਦਾ, ਮੈਂ ਸਤਸੰਗ 'ਚ ਕਿੰਨਾ ਕੁ ਜਾਂਦਾ ਹਾਂ, ਮੈਂ ਨੇਕ ਅਮਾਲ ਕਿੰਨਾ ਕਰਦਾ ਹਾਂ, ਮੈਂ ਕਿਸੇ ਨਾਲ ਮੁਸਕਰਾ ਕੇ ਕਿੰਨਾ ਕੁ ਬੋਲਦਾ। ਕਿਉਂਕਿ ਯਾਦ ਰੱਖੋ ਨੇਕ ਅਮਾਲ ਕਿਹੜਾ ਕਿਹੜਾ ਹੁੰਦਾ ਹੈ। ਜੇ ਤੁਸੀਂ ਕਿਸੇ ਨੂੰ ਮੁਸਕਰਾ ਕੇ ਵੀ ਬੁਲਾਉਂਦੇ ਹੋ ਨਾ, ਉਹ ਵੀ ਤੁਹਾਡਾ ਨੇਕ ਅਮਾਲ ਹੈ। ਜਦੋਂ ਹੱਸ ਕੇ ਕਿਸੇ ਨੂੰ ਬੁਲਾ ਲੈਂਦੇ ਹੋ, ਤਾਂ ਜਦੋਂ ਤੁਸੀਂ ਇਦਾਂ ਦੀ ਬਾਣੀ ਬੋਲਦੇ ਹੋ ਕਿ ਅਗਲੇ ਨੂੰ ਤਕਲੀਫ ਹੋਵੇ, ਅਗਲੇ ਨੂੰ ਦੁੱਖ ਹੋਵੇ, ਤਾਂ ਉਹ ਤੁਹਾਡਾ ਬੁਰਾ ਅਮਾਲ ਹੈ। ਔਰ ਬੁਰੇ ਅਮਾਲ ਦੇ ਨਾਲ ਕਹਿੰਦੇ ਨਾ, ਗੁਰਬਾਣੀ ਵੀ ਕਹਿੰਦੀ ਹੈ, ਕਰਨੀ ਆਪੋ ਆਪਣੀ ਕਹਿ ਨੇੜੇ ਕਹਿ ਦੂਰ। ਇਹ ਤੁਹਾਡੀ ਕਰਨੀ ਤੁਹਾਨੂੰ ਨੇੜੇ ਵੀ ਲੈ ਜਾਂਦੀ ਹੈ ਰੱਬ ਦੀਆਂ ਰਹਿਮਤਾਂ ਦੇ, ਉਹ ਸੱਚੇ ਰੱਬ ਦੇ। ਤਾਂ ਤੁਹਾਡੀ ਕਰਨੀ ਤੁਹਾਨੂੰ ਉਹਦੀਆਂ ਰਹਿਮਤਾਂ ਤੋਂ, ਉਹਦੇ ਘਰ ਤੋਂ ਦੂਰ ਵੀ ਕਰ ਦਿੰਦੀ ਹੈ। ਔਰ ਜਿੰਨਾ ਤੁਸੀਂ ਨੇੜੇ ਹੋਵੋਗੇ ਉਨਾ ਤੁਹਾਨੂੰ ਫਾਇਦਾ ਹੈ, ਜਿੰਨੇ ਤੁਸੀਂ ਦੂਰ ਹੋਵੋਗੇ ਉਨਾ ਨੁਕਸਾਨ ਕਿਹਦਾ ਹੈ? ਜਵਾਬ ਦੇ ਦਿਓ। ਬੁਰੀ ਕਰਨੀ ਕਰਕੇ ਅਸੀਂ ਰੱਬ ਦੀਆਂ ਰਹਿਮਤਾਂ ਤੋਂ ਦੂਰ ਹੋ ਜਾਂਦੇ ਹਾਂ, ਉਹ 'ਚ ਸਾਡਾ ਨੁਕਸਾਨ ਹੈ। ਅੱਛੀ ਕਰਨੀ ਕਰਕੇ ਅਸੀਂ ਰੱਬ ਦੀਆਂ ਰਹਿਮਤਾਂ ਦੇ ਨੇੜੇ ਹੋ ਜਾਂਦੇ ਹਾਂ, ਉਹ 'ਚ ਸਾਨੂੰ ਫਾਇਦਾ ਹੈ।
इसलिए जे घर च बीमारी आवे, घर च कोई तंगी आवे, कोई परेशानी आवे, तो जरूरत है चेक करन दी अपने अमालां नूं, अपनी करनी नूं, अपने कर्मां नूं, कि मैं करनी की कर रहा। जिद्दां जिद्दां मैं सिमरन चों या परमात्मा की इबादत तो, परमात्मा की बंदगी तो पिछे हुंदा जाऊंगा, जिद्दां जिद्दां मैं सेवा तो, सतसंग तो पिछे हुंदा चला जाऊंगा, तो ये मैं सेवा सतसंग प्रभु की बंदगी तो पिछे नहीं जा रहा, ये मैं अपनी खुशियां तो पिछे जा रहा हाँ, ये मैं बरकतां तो पिछे जा रहा हाँ, ये मैं रब दीयां रहमतां तो पिछे जा रहा हाँ। हुण ओह रहमत तो मैं पिछे जा रहा हाँ जिस रहमत की लोड़ मैनूं हर कदम ते हर साह नाल है। जरा सोचो, कहते जिंदगी जीण वास्ते जिद्दां बंदा कहंदा पानी जरूरी है, भोजन जरूरी है, तो जरा गुरुआं रहबरां पीरां फकीरां दे वचन पढ़ के देखो, सुन के देखो की समझाते हैं कि जिंदगी जीण वास्ते जिद्दां भोजन जरूरी है, पानी जरूरी है, ਉਹਦੇ ਤੋਂ भी ज्यादा जरूरी है ਉਹਦੀਆਂ ਰਹਿਮਤਾਂ ਦਾ ਹੋਣਾ। ਇਹ ਸਮਝ ਲੈਣਾ। ਇਸ ਲਈ ਆਪਣੇ ਅਮਾਲ ਚੈੱਕ ਕਰਨ ਦੀ ਸਾਨੂੰ ਜ਼ਰੂਰਤ ਹੈ, ਆਪਣੇ ਆਪ ਨੂੰ ਚੈੱਕ ਕਰਨ ਦੀ ਸਾਨੂੰ ਜ਼ਰੂਰਤ ਹੈ ਕਿ ਅਗਰ ਮੇਰੇ ਜੀਵਨ 'ਚ ਪਰੇਸ਼ਾਨੀਆਂ ਵੱਧ ਰਹੀਆਂ ਹੈ ਤਾਂ ਇਹਦਾ ਮਤਲਬ ਹੈ ਹੁਣ ਵਕਤ ਆ ਗਿਆ ਹੈ ਨੇਕ ਅਮਾਲ ਕਰਨ ਦਾ, ਨੇਕ ਕਰਨੀ ਕਰਨ ਦਾ, ਨੇਕ ਅਮਲ ਕਰਨ ਦਾ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਬੰਦਾ ਕਹਿੰਦਾ ਨਾ ਬਿਮਾਰੀ ਵੱਧ ਰਹੀ ਹੈ ਤਾਂ ਹੁਣ ਡਾਕਟਰ ਕੋਲ ਜਾਣ ਦਾ ਟਾਈਮ ਆ ਗਿਆ, ਪਰ ਇੱਥੇ ਤੁਹਾਨੂੰ ਕੀ ਕਹਾਂਗੇ, ਜੀਵਨ 'ਚ ਦੁੱਖ ਵੱਧ ਰਹੇ ਹੈ ਤੇ ਇਹਦਾ ਮਤਲਬ ਹੁਣ ਵਕਤ ਆ ਗਿਆ ਹੈ ਆਪਣੀਆਂ ਨੇਕੀਆਂ ਨੂੰ ਵਧਾਉਣ ਦਾ, ਆਪਣੀਆਂ ਅੱਛਾਈਆਂ ਨੂੰ ਵਧਾਉਣ ਦਾ, ਆਪਣੇ ਅੱਛੇ ਅਮਾਲਾਂ ਨੂੰ ਵਧਾਉਣ ਦਾ। ਇਸ ਲਈ ਹਜ਼ੂਰ ਨੇ ਇਹ ਗੱਲ ਕਹੀ कि मुफलिस वो नहीं जिसके पास माल नहीं होता, मुफलिस तो वो है जिसके पास नेक अमाल नहीं होता। कि गरीब वो है जिहड़ा नेक अमल नहीं करता, अच्छी करनी नहीं करता। अगर इंसान दे जीवन च पैसे की कमी है, इंसान दे जीवन च खुशियां की कमी है, तो नेक अमाल करने शुरू कर दिओ। अमाल का मतलब दूजिਆਂ ਨੂੰ खुशी देनी शुरू करो। जिन्ना भी हो सके अपने इन्हां हत्थां नाल चाहे 1 रुपया ही दान करो, रब दे रास्ते दान करन दी कला सीखो, अच्छा बोलन दी कला सीखो, अच्छा करन दी कला सीखो। यानी हर चीज असी अच्छी करनी है। जिस तरह 11वीं ते भी असी दस्सिया सी कि 3 चीज़ां याद रखनियां कि अच्छा सोचो, अच्छा बोलो और अच्छा करो। ये 3 चीज़ां अगर तुसी अपने जीवन च अपना लईआं कि मैं जद भी बोलना है अच्छा ही बोलना है, क्योंकि बंदे नूं बोलण लगे पता ही हुंदा है कि जो मैं बोलना है चाहे मजाक च बोलना है अगले ते असर की होना है। कई बार देखिया बंदा अपनी जीव की खाज तो मिटा लांदा बोल के, पर अगले दे दिल ते इदां दी सट मारदा है कि वह बेचारा सारी जिंदगी वो गल्लां सोच सोच के दुखी हुंदा रहिंदा है। हुंदा कि नहीं इदां? इसलिए तुहानूं भी पुछांगे कि तुसीं जरा आप सोच के देखो कि जिन्नी तुहाडी उम्र है कदी ना कदी किसी ना किसी ने ऐसा बोल तुहानूं जरूर बोलिया होएगा जिहड़ा अज भी तुहानूं याद आंदा है तो तकलीफ हुंदी है कोई इदां दा जीव जिहड़ा कहे हाँ मैं इदां दा बोल कदी किसी ने मैनूं बोलिया सी, चाहे मेरे किसी सज्जन ने, मित्र ने, रिश्तेदार ने, आंढी गुआंढी ने या किसी ने भी हाँ इदां दा बोल बोलिया सी कि अज भी मैनूं वो याद है कि हाँ उन्हां मैनूं अज भी सोचदा है तो तकलीफ हुंदी है। बोलो है कि नहीं इदां दा बोल? दसना नहीं है किसी ने, पर हम ही तो पढ़ सकते हो ना कि हाँ इदां दी गल है। किन्ने साल हो गए उन्हां वो बोल बोलिया है, पर वो बोल किदां दा सीगा कि अज भी तुहानूं याद आंदा तो तुसीं दुखी हो जांदे हो। इसीलिए तो कहंदे ना कि अस्त्र शस्त्र दा जख्म तो भर जाता है पर जवान दा जख्म नहीं भरदा। अस्त्र शस्त्र मतलब तीर तलवार नाल दिता जख्म तो भर जाएगा, पर जवान तो जिहड़ा बंदा जख्म दिंदा ना किसी नूं वो इदां दी दिल ते सट लगदी है कि बंदा बुरा हो जाता, मरण के किनारे हुंदा तां भी नहीं भुलदा। हुण आप सोचो इस चीज़ दा, आप तुसीं विचार करो कि अगर किसी ने मेरे नाल बुरा बोलिया सी, अज मैनूं याद आंदा है तो मेरा दिल दुखी हुंदा है, और अज भी जदों याद आंदा मेरा दिल दुखी हुंदा है तो मेरे अंदरों किहड़ी एनर्जी उहदे अल जांदी है? बुरी, कि उहनां मेरे नाल बुरा कीता। हुण जदों मेरे अंदरों बुरी एनर्जी उहदे अल जानी है तो कदी खुश रह ही नहीं सकता। हुण जे ओहदा बोल चाहे 5 साल पहला दा बोलिया अज मेरे दिल नूं दुखा रहा है तो मैं अपनी जिंदगी 'च फैसला कर लवां कि मैं कदी अपनी जुबान तो इदां दा बोल किसी नूं नहीं बोलना कि ओहदा दिल दुखे। करूंगी कि नहीं बच्चों? क्योंकि ये तो याद है तुहानूं किसी ने मेरे नाल बुरा बोलिया सी, याद है मैनूं, पर ये भी याद कर लो मैं किन्नियां नूं बुरा बोलिया सी, जेड़ा उहनां नूं अज याद होएगा।
ਜਰਾ ਸੋਚੋ, ਹੁਣ ਜਦੋਂ ਉਹ ਕਿਸੇ ਦਾ ਬੋਲ ਤੁਹਾਨੂੰ ਯਾਦ ਆਉਂਦਾ, ਤੁਹਾਡਾ ਦਿਲ ਦੁਖੀ ਹੁੰਦਾ ਹੈ ਉਹ ਸੋਚ ਕੇ, ਤਾਂ ਜਿਹੜੇ ਬੋਲ ਤੁਸੀਂ ਕਿਸੇ ਨੂੰ ਬੋਲੇ ਹੋਣਗੇ ਤਾਂ ਉਹਦੇ ਦਿਲ ਨੂੰ ਖੁਸ਼ੀ ਮਿਲਦੀ ਹੋਏਗੀ ਅੱਜ ਯਾਦ ਕਰਕੇ, ਉਹ ਵੀ ਦੁਖੀ ਹੁੰਦਾ ਹੋਏਗਾ। ਕਿਉਂਕਿ ਜਦੋਂ ਅੰਦਰ ਸਮਝ ਲਓ ਕਿ ਇਦਾਂ ਹੈ ਕਿ ਇੱਕ ਘਰ ਦੇ ਅੰਦਰ ਅੱਗ ਲੱਗੀ ਹੈ ਤਾਂ ਉੱਥੋਂ ਧੂੰਆਂ ਹੀ ਨਿਕਲਣਾ ਹੈ ਅੱਗ ਦਾ। ਇੱਕ ਘਰ ਦੇ ਅੰਦਰ ਤੁਸੀਂ ਅਗਰਬੱਤੀ ਲਾਈ ਹੈ ਤਾਂ ਉੱਥੋਂ ਮਹਿਕ ਹੀ ਉੱਠਣੀ ਹੈ। ਯਾਨੀ ਘਰ ਦੇ ਅੰਦਰ ਜੋ ਚੱਲਣਾ ਨਾ ਵਾਤਾਵਰਣ 'ਚ ਉਹੀ ਫੈਲਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਕਿਸੇ ਘਰ ਦੇ ਵਿੱਚ ਗੰਦਗੀ ਭਰੀ ਹੋਈ ਹੈ ਨਾ, ਉਹਦੇ ਆਲੇ ਦੁਆਲੇ ਕਿਹੜੀ ਖੁਸ਼ਬੂ ਹੋਣੀ ਹੈ ਜਾਂ ਬਦਬੂ ਹੋਣੀ ਹੈ? ਜੋ ਅੰਦਰ ਹੋਣਾ ਉਹਦੇ ਮੁਤਾਬਿਕ। ਜੇ ਅੰਦਰ ਫੁੱਲ ਰੱਖੇ ਹੋਏ ਹੈ ਤਾਂ ਉਹਦੇ ਮੁਤਾਬਿਕ ਖੁਸ਼ਬੂ ਹੋਣੀ ਹੈ। ਯਾਨੀ ਜੋ ਘਰ ਦੇ ਅੰਦਰ ਹੋਣਾ ਬਾਹਰ ਉਹੀ ਫੈਲਣਾ ਹੈ। ਇਸੇ ਤਰ੍ਹਾਂ ਜਦੋਂ ਕੋਈ ਤੁਹਾਨੂੰ ਬੁਰਾ ਬੋਲਦਾ ਹੈ, ਤੁਹਾਡੇ ਅੰਦਰੋਂ ਗੱਲ ਯਾਦ ਕਰਕੇ ਦੁੱਖ ਪੈਦਾ ਹੁੰਦਾ ਹੈ, ਉੱਤੇ ਗੁੱਸਾ ਆਉਂਦਾ ਹੈ, ਤਾਂ ਤੁਹਾਡੇ ਅੰਦਰੋਂ ਉਹ એનર્ਜੀ ਨਿਕਲਦੀ ਹੈ ਜਿਹੜੀ ਉਹਦੇ ਤੱਕ ਵੀ ਪਹੁੰਚਦੀ ਹੈ, ਔਰ ਉਹਦੇ ਨਾਲ ਉਹਦਾ ਜੀਵਨ ਵੀ ਦੁਖੀ ਹੋ ਜਾਂਦਾ ਹੈ। ਤਾਂ ਹੁਣ ਤੁਹਾਡੇ ਬੋਲੇ ਹੋਏ ਬੋਲਾਂ ਦੀ એનર્ਜੀ ਤੁਹਾਡੇ ਤੱਕ ਵੀ ਵਾਪਸ ਆਣੀ ਹੈ। ਇਸ ਲਈ ਇਹ ਵਿਚਾਰ ਕਰ ਲਈਏ ਕਿ ਜੇ ਮੈਂ ਚਾਹੁੰਦਾ ਆਉਣ ਵਾਲਾ ਸਮਾਂ ਮੇਰੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਤਾਂ ਅੱਜ ਤੋਂ ਮੈਂ ਕਿਸੇ ਨਾਲ ਬੁਰਾ ਨਹੀਂ ਬੋਲਣਾ। ਚਾਹੇ ਮਜ਼ਾਕ ਹੋਵੇ, ਚਾਹੇ ਕਿਸ ਤਰ੍ਹਾਂ ਵੀ ਹੋਵੇ, ਮੈਂ ਬੁਰਾ ਲਫ਼ਜ਼ ਨਹੀਂ ਬੋਲਣਾ। ਮੈਂ ਕਿਸੇ ਨੂੰ ਦਿਲ ਦੁਖਾਉਣ ਵਾਲਾ ਬਚਨ ਨਹੀਂ ਬੋਲਣਾ। ਔਰ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਸੋਚ ਕੇ, ਇਹ ਦੇਖ ਕੇ ਕਿ ਕਈ ਇੰਨੀ ਉਮਰ ਉਹਨਾਂ ਦੀ ਹੋ ਜਾਂਦੀ ਹੈ, ਜਾਂ ਆਪਣੇ ਆਪ ਨੂੰ ਕਹਿਣਗੇ ਮੈਂ ਬੜੀ ਪੋਸਟ ਤੇ ਬੈਠਾ ਆ। ਤਾਂ ਕੀ ਫਾਇਦਾ ਐਡੀ ਉਮਰ ਹੋਣ ਦਾ, ਐਡੀ ਪੋਸਟ ਤੇ ਬੈਠਣ ਦਾ, ਜੇ ਤੈਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਹੈ ਨਹੀਂ, ਜੇ ਤੈਨੂੰ ਗੱਲ ਕਰਨ ਦਾ ਹੀ ਸਲੀਕਾ ਹੈ ਨਹੀਂ ਕਿ ਕਿਸੇ ਨੂੰ ਵੀ ਐਵੇਂ ਕਹਿ ਦੇਣਾ ਤੂੰ ਅੰਨਾ ਆ, ਤੈਨੂੰ ਦੀਦਾ ਨਹੀਂ, ਤੂੰ ਏਦਾਂ। ਉਹ ਜ਼ੁਬਾਨ ਸੋਚ ਕੇ ਖੋਲੋ, ਕਿਉਂਕਿ ਜੋ ਤੁਸੀਂ ਬੋਲਣਾ ਹੈ ਨਾ, ਯਾਦ ਰੱਖੋ, ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਤੂੰ ਅੰਨਾ ਆ, ਤੂੰ ਅੰਨਾ ਆ, ਤੂੰ ਅੰਨਾ ਆ, ਤਾਂ ਇੱਕ ਦਿਨ ਤੁਸੀਂ ਅੰਨੇ ਹੋ ਕੇ ਬੈਠਣਾ ਹੈ। ਕਿਉਂਕਿ ਜੋ ਤੁਸੀਂ ਕਿਸੇ ਨੂੰ એનર્ਜੀ ਭੇਜਣੀ ਹੈ ਤੁਹਾਡੇ ਤੱਕ ਆਣੀ ਹੈ। ਕਿਸੇ ਪਹਾੜ 'ਚ ਜਾ ਕੇ ਦੇਖਦੇ ਹੋ ਨਾ ਤੁਸੀਂ, ਇੱਕ ਪਹਾੜ ਦੀ ਚੋਟੀ ਤੇ ਖੜ ਕੇ ਜੋ ਤੁਸੀਂ ਆਵਾਜ਼ ਦਿੰਦੇ ਹੋ, ਈਕੋਸਿਸਟਮ ਹੁੰਦਾ ਕਿ ਨਹੀਂ? ਇਧਰੋਂ ਜੋ ਤੁਸੀਂ ਬੋਲਦੇ ਹੋ ਟਕਰਾ ਕੇ ਆਵਾਜ਼ ਵਾਪਸ ਤੁਹਾਡੇ ਤੱਕ ਆਉਂਦੀ। ਹੁਣ ਇਹ ਨਾ ਸੋਚੋ ਥੱਲੇ ਕੋਈ ਖਾਈ 'ਚ ਬੈਠਾ ਹੋਇਆ ਜਿਹੜਾ ਤੁਹਾਨੂੰ ਜਵਾਬ ਦੇ ਰਿਹਾ, ਰਿਪਲਾਈ ਕਰ ਰਿਹਾ ਹੈ। ਉਹ ਤੁਹਾਡੀ ਹੀ ਆਵਾਜ਼ ਹੈ ਜੋ ਜਾ ਵੀ ਰਹੀ ਹੈ ਔਰ ਟਕਰਾ ਕੇ ਵਾਪਸ ਆ ਵੀ ਰਹੀ ਹੈ। ਕਿਉਂਕਿ ਅੱਜ ਵਿਗਿਆਨ ਵੀ ਇਹ ਚੀਜ਼ ਨੂੰ ਸਾਬਿਤ ਕਰ ਚੁੱਕਾ ਹੈ ਕਿ ਜੋ ਤੂੰ ਸ਼ਬਦ ਬੋਲਦਾ ਹੈ ਨਾ, ਉਹ ਬ੍ਰਹਿਮੰਡ ਅੰਦਰ ਲੀਨ ਹੋ ਜਾਂਦੇ ਔਰ ਉਹ ਰਿਟਰਨ ਹੋ ਕੇ ਆਉਂਦੇ ਵੀ ਉਦਾਂ ਦੀ એનર્ਜੀ ਲੈ ਕੇ। ਕਿਉਂਕਿ ਤੇਰੇ ਹੀ ਸ਼ਬਦ ਹੈ, ਤੇਰੇ ਅੰਦਰੋਂ એનર્ਜੀ ਨਿਕਲਣੀ ਹੈ, ਤਾਂ ਉਹਨਾਂ ਨੇ ਉਦਾਂ ਦੀ એનર્ਜੀ ਲੈ ਕੇ ਵਾਪਸ ਵੀ ਤੇਰੇ ਤੱਕ ਆਣਾ ਹੀ ਹੈ। ਇਸ ਲਈ ਸੋਚੋ ਕਿ ਮੈਂ ਕੀ ਬੋਲ ਰਿਹਾ ਹਾਂ, ਔਰ ਇਹਦਾ ਰਿਜ਼ਲਟ ਮੈਨੂੰ ਭੋਗਣਾ ਹੀ ਪੈਣਾ, ਚਾਹੇ ਮੈਂ ਮਜ਼ਾਕ 'ਚ ਬੋਲਾਂ, ਚਾਹੇ ਸੀਰੀਅਸਲੀ। ਕਿਉਂਕਿ ਅੱਗ 'ਚ ਹੱਥ ਪਾ ਦਿਓ, ਚਾਹੇ ਮਜ਼ਾਕ 'ਚ ਪਾ ਦਿਓ, ਚਾਹੇ ਗੁੱਸੇ ਨਾਲ ਪਾ ਦਿਓ, ਸੀਰੀਅਸ ਹੋ ਕੇ ਪਾ ਦਿਓ, ਅੱਗ ਨਾਲ ਤਾਂ ਆਪਣਾ ਕੰਮ ਕਰਨਾ ਹੀ ਹੈ। ਕਿਉਂਕਿ ਉਹ ਨਿਯਮ ਹੈ ਕੁਦਰਤ ਦਾ। ਇਸੇ ਤਰ੍ਹਾਂ ਇਹ ਨਿਯਮ ਹੈ, ਨਿਯਮ ਨੂੰ ਬਦਲਿਆ ਨਹੀਂ ਜਾ ਸਕਦਾ ਕਿ ਜੋ ਤੁਸੀਂ ਬੋਲਣਾ ਹੈ ਵਾਪਸ ਤੁਹਾਡੇ ਤੱਕ ਉਹ ਊਰਜਾ ਆਣੀ ਹੈ। ਜੋ ਤੁਸੀਂ ਕਰਮ ਕਰਨਾ ਹੈ ਨਾ, ਉਹ ਕਰਮ ਕੀਤੇ ਦਾ ਫਲ ਤੁਹਾਨੂੰ ਭੋਗਣਾ ਹੀ ਪੈਣਾ ਹੈ। ਇਸ ਲਈ ਅੱਛਾ ਬੋਲੋ। ਔਰ ਹੋਰ ਕੀ ਕਿਹਾ ਸੀ ਅਸੀਂ, ਯਾਦ ਹੈ ਕਿ ਨਹੀਂ? ਅੱਛਾ ਸੋਚੋ, ਅੱਛਾ ਬੋਲੋ ਔਰ ਅੱਛਾ ਕਰਮ ਕਰਨਾ ਹੈ। ਅੱਛਾ ਕਰੋ। ਇਹ ਤਿੰਨ ਚੀਜ਼ਾਂ ਬਾਰੇ ਕਿਹਾ ਸੀ। ਔਰ ਇੱਥੇ ਇਹੀ ਚੀਜ਼ ਹੁਣ ਦੱਸ ਰਹੇ ਹਾਂ ਅਸੀਂ ਤੁਹਾਨੂੰ ਕਿ ਜੇ ਜੀਵਨ 'ਚ ਤਕਲੀਫਾਂ, ਦੁੱਖ, ਪਰੇਸ਼ਾਨੀਆਂ ਨਾ, ਤਾਂ ਚੈੱਕ ਕਰਨਾ ਹੈ ਕਿ ਦੁੱਖ ਆ ਕਿਉਂ ਰਹੇ ਹੈ, ਪਰੇਸ਼ਾਨੀਆਂ ਆ ਕਿਉਂ ਰਹੀਆਂ ਹੈ। ਹੁਣ ਕਈ ਵਾਰ ਬੰਦਾ ਕਹਿੰਦਾ ਜੀ ਮੈਂ ਤਾਂ ਕਿਸੇ ਨਾਲ ਗਲਤ ਕਰਦਾ ਹੀ ਨਹੀਂ, ਮੈਂ ਤਾਂ ਕਿਸੇ ਨਾਲ ਮਾੜਾ ਕਰਦਾ ਹੀ ਨਹੀਂ ਹੈ। ਹੁਣ ਬੇਸ਼ੱਕ ਸਰੀਰਕ ਤੌਰ ਤੇ ਬੰਦਾ ਮਾੜਾ ਨਹੀਂ ਕਰਦਾ, ਤਾਂ ਅਸੀਂ ਕਹਿੰਦੇ ਆਪਣੇ ਵਿਚਾਰਾਂ ਨੂੰ ਚੈੱਕ ਕਰੋ ਕਿ ਵਿਚਾਰਾਂ 'ਚ ਮਾੜਾ ਕਰਦੇ ਹੋ ਜਾਂ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਬੰਦਾ ਕਹਿੰਦਾ ਮੈਂ ਸਰੀਰਕ ਤੌਰ ਤੇ ਜਾ ਕੇ ਕਿਸੇ ਨਾਲ ਨਹੀਂ ਲੜਦਾ, ਪਰ ਮਨ 'ਚ ਤਾਂ ਕਈ ਵਾਰ ਇੰਨਾ ਗੁੱਸਾ ਆਉਂਦਾ ਨਾ, ਦਿਲ ਕਰਦਾ ਤਾਂ ਗਲ ਘੁੱਟ ਦੇਵਾਂ, ਪਰ ਹਿੰਮਤ ਹੈ ਨਹੀਂ ਗਲ ਘੁੱਟਣ ਦੀ। ਹੋ ਜਾਂਦਾ ਕਿ ਨਹੀਂ ਏਦਾਂ? ਹੁਣ ਬੰਦੇ ਨੂੰ ਕੀ ਲੱਗਦਾ ਹੈ ਮੈਂ ਤਾਂ ਕਿਸੇ ਨਾਲ ਮਾੜਾ ਕਰਦਾ ਹੀ ਨਹੀਂ ਹੈ। ਹੁਣ ਸਿਰਫ ਕਰਨਾ ਹੀ ਹੈ, ਵਿਚਾਰ ਵੀ ਤੇਰੇ ਅੰਦਰ ਮਾੜੇ ਚੱਲ ਰਹੇ ਹੈ ਤਾਂ ਵਿਚਾਰ ਦਾ ਵੀ ਅਸਰ ਤੇਰੇ ਜੀਵਨ ਤੇ ਹੋ ਕੇ ਰਹਿਣਾ ਹੈ। ਇਸ ਲਈ ਮਾੜਾ ਕਰਨਾ ਵੀ ਨਹੀਂ ਹੈ ਤਾਂ ਮਾੜਾ ਸੋਚਣਾ ਵੀ ਨਹੀਂ ਹੈ। ਤੇਰਾ ਸਮਝਣਾ ਸਾਰਿਆਂ ਨੇ। ਹੁਣ ਕਈ ਵਾਰ ਦੇਖਿਆ ਕਿਸੇ ਦਾ ਬਿਜ਼ਨਸ ਚੱਲਦਾ ਹੈ, ਕਿਸੇ ਦਾ ਕੰਮ ਚੱਲਦਾ, ਤੇ ਇੱਕ ਬੰਦਾ ਬੈਠਾ ਬੈਠਾ ਸੜੀ ਜਾਂਦਾ ਹੈ, ਇਹਨੂੰ ਕਿਉਂ ਮਿਲ ਰਿਹਾ ਹੈ, ਇਹਨਾਂ ਗੱਡੀ ਕਿਉਂ ਲੈ ਲਈ, ਇਹਦੇ ਘਰ 'ਚ ਖੁਸ਼ੀਆਂ ਕਿਉਂ ਆ ਗਈਆਂ। ਜਿਹੜਾ ਇਦਾਂ ਦੇ ਈਰਖਾ ਭਰੇ ਵਿਚਾਰ ਆਪਣੇ ਅੰਦਰ ਰੱਖਦਾ ਹੈ, ਉਹਦੇ ਘਰ 'ਚ ਖੁਸ਼ੀਆਂ, ਤਰੱਕੀ ਕਦੀ ਆ ਹੀ ਨਹੀਂ ਸਕਦੀ। ਜਦੋਂ ਤੁਸੀਂ ਕਹਿੰਦੇ ਹੋ ਨਾ ਇਹ ਪ੍ਰਮਾਤਮਾ ਇਹਨੂੰ ਹੋਰ ਦੇ, ਇਹਦੇ ਰਿਜ਼ਕ 'ਚ ਬਰਕਤ ਦੇ, ਕਿਉਂਕਿ ਯਾਦ ਰੱਖੋ ਕਿ ਸਭ ਕੀ ਖੁਸ਼ੀ में ही आपकी खुशी है। ਇਹ ਪੁਆਇੰਟ ਯਾਦ ਰੱਖਣੇ। ਇਹ ਵੀ ਜਦੋਂ ਤੁਸੀਂ ਕਹਿੰਦੇ ਮੈਨੂੰ ਖੁਸ਼ੀ ਮਿਲੇ ਪਰ ਦੂਜਾ ਖੁਸ਼ੀ ਕਿਉਂ ਪਾ ਰਿਹਾ, ਉਹਨੂੰ ਖੁਸ਼ੀਆਂ ਕਿਉਂ ਮਿਲ ਰਹੀਆਂ ਹੈ, ਤਾਂ ਤੁਸੀਂ ਸਿਰਫ ਉਹਦੀਆਂ ਖੁਸ਼ੀਆਂ ਤੇ ਨਹੀਂ ਰੋਕ ਲਾ ਰਹੇ ਜਾਂ ਉਹਦੀਆਂ ਖੁਸ਼ੀਆਂ ਨੂੰ ਦੇਖ ਕੇ ਨਹੀਂ ਸੜ ਰਹੇ। ਤੁਸੀਂ ਕੁਦਰਤ ਨੂੰ ਜੋ ਸੰਦੇਸ਼ ਭੇਜ ਰਹੇ ਹੋ
ਕਿ ਉਹਨੂੰ ਖੁਸ਼ੀਆਂ ਕਿਉਂ ਮਿਲ ਰਹੀਆਂ ਹੈ, ਤਾਂ ਕੁਦਰਤ ਕਹਿੰਦੀ ਅੱਛਾ ਇਹਨੂੰ ਖੁਸ਼ੀਆਂ ਨਾਲ ਇੰਨੀ ਜਲਨ ਹੈ ਤਾਂ ਫਿਰ ਇਹਨੂੰ ਕਦੀ ਖੁਸ਼ੀ ਦੇਣੀ ਨਹੀਂ। ਕਿਉਂਕਿ ਜਿਹੜਾ ਦੂਜੇ ਦੀ ਚੀਜ਼ ਨੂੰ ਦੇਖ ਕੇ ਇੰਨਾ ਸੜ ਰਿਹਾ, ਜਦੋਂ ਇਹਨੂੰ ਮਿਲੇਗੀ ਤਾਂ ਇਹਨੂੰ ਕਿੰਨੀ ਤਕਲੀਫ ਹੋਏਗੀ। ਇਹ ਕੁਦਰਤ ਸੋਚਦੀ ਹੈ, ਨਿਯਮ ਹੈ ਕੁਦਰਤ ਦਾ। ਤਾਂ ਜਦੋਂ ਕੁਦਰਤ ਕਹੇਗੀ ਕਿ ਤੁਸੀਂ ਕਹਿੰਦੇ ਹੋ ਪ੍ਰਮਾਤਮਾ ਇਹਨੂੰ ਹੋਰ ਰਿਜ਼ਕ ਦੇ, ਹੋਰ ਬਰਕਤ ਦੇ, ਹੋਰ ਖੁਸ਼ੀਆਂ ਦੇ, ਤਾਂ ਰੱਬ ਕੀ ਕਹਿੰਦਾ, ਅੱਛਾ ਇਹਨੂੰ ਖੁਸ਼ੀਆਂ ਇੰਨੀਆਂ ਚੰਗੀਆਂ ਲੱਗਦੀਆਂ, ਸਭ ਦੇ ਵਾਸਤੇ ਖੁਸ਼ੀ ਮੰਗ ਰਿਹਾ ਹੈ, ਤਾਂ ਜਾਓ ਫਿਰ ਇਹਦੀ ਜ਼ਿੰਦਗੀ ਨੂੰ ਮੈਂ ਦੁੱਗਣੀਆਂ ਤਿਗਣੀਆਂ ਖੁਸ਼ੀਆਂ ਨਾਲ ਭਰ ਦੇਣਾ। इसलिए सबकी खुशी में ही हमारी खुशी है, ये याद रखो। ये तो जरा सोच के देखना है, अपने आप तो ही सवाल ले लेना कि इदां हुंदी है कि नहीं, कि किसी का काम ज़्यादा होवे साडा घट होवे तो असीं एवें सड़ी जाते हैं, किसी की लॉटरी निकल आवे साडी नहीं निकलती असीं एवें सड़ी जाते हैं, किसी ने तरक्की कर ली, किसी की प्रमोशन हो गई असीं एवें सड़ी जाते हैं। जदों असीं सड़दे हैं तो असीं ये संदेश भेज रहे हैं कि मैं इस चीज़ के लायक है नहीं, इसलिए कुदरत ने सानू, रब ने सानू देनी भी नहीं है। ਜਦੋਂ ਅਸੀਂ ਕਹਿੰਦੇ ਰੱਬਾ ਉਹਦੀ ਪ੍ਰਮੋਸ਼ਨ ਹੋ ਗਈ, ਸ਼ੁਕਰ ਹੈ, ਇਹਨੂੰ ਹੋਰ ਪ੍ਰਮੋਸ਼ਨ ਦੇ, ਤਾਂ ਰੱਬ ਨੇ ਕਹਿਣਾ ਠੀਕ ਹੈ, ਤੈਨੂੰ ਇੰਨਾ ਪ੍ਰਮੋਸ਼ਨ ਨਾਲ ਪਿਆਰ ਹੈ ਤਾਂ ਲੈ ਮੈਂ ਤੈਨੂੰ ਵੀ ਦਿੰਦਾ ਹਾਂ। ਰੱਬਾ ਇਹਦੀ ਲੋਟਰੀ ਨਿਕਲੀ, ਇਹਨੂੰ ਹੋਰ ਦੇ, ਅੱਛਾ ਤੈਨੂੰ ਇੰਨਾ ਪਿਆਰ ਹੈ ਜਾਂ ਮੈਂ ਤੈਨੂੰ ਵੀ ਦਿੰਦਾ ਹਾਂ। ਕਿਉਂਕਿ ਜਿਹੜੀ ਚੀਜ਼ ਤੁਸੀਂ ਖੁਸ਼ੀ ਨਾਲ ਦੂਜਿਆਂ ਵਾਸਤੇ ਕਹਿੰਦੇ ਹੋ ਨਾ, ਰੱਬ ਸੋਚਦਾ ਹੈ ਕਿ ਇਹਨੂੰ ਇਹ ਚੰਗੀ ਲੱਗਦੀ ਹੈ, ਜੇ ਉਹਦੀ ਖੁਸ਼ੀ ਵਿੱਚ ਇੰਨਾ ਖੁਸ਼ ਹੈ ਤਾਂ ਜਦੋਂ ਮੈਂ ਇਹਨੂੰ ਦਊਂਗਾ ਕਿੰਨਾ ਖੁਸ਼ ਹੋਏਗਾ। ਫਿਰ ਰੱਬ ਸਾਨੂੰ ਵੀ ਉਨਾ ਦੇਣਾ ਸ਼ੁਰੂ ਕਰ ਦਿੰਦਾ ਹੈ। ਤਾਂ ਜਦੋਂ ਦੂਜੇ ਦੀ ਤਰੱਕੀ ਵਿੱਚ ਅਸੀਂ ਸੜੀ ਜਾਈਏ ਤਾਂ ਫਿਰ ਰੱਬ ਕਹਿੰਦਾ ਉਹਦੀ ਤਰੱਕੀ ਨਾਲ ਸੜ ਰਿਹਾ ਹੈ, ਤਾਂ ਮਤਲਬ ਇਹ ਚੀਜ਼ ਇਹਨੂੰ ਚੰਗੀ ਨਹੀਂ ਲੱਗਦੀ। ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਇਹਨੂੰ ਕਿਉਂ ਦੇਣਾ? ਜਰਾ ਜਵਾਬ ਦੇਣਾ ਇੱਕ ਚੀਜ਼ ਦਾ ਸਾਨੂੰ। ਜਿਹੜੇ ਮਾਤਾ ਪਿਤਾ ਸਹੀ ਮਾਇਨੇ 'ਚ ਪਰਮਾਤਮਾ ਨਾਲ ਜੁੜੇ ਹੋਏ ਹੈ, ਜਦੋਂ ਉਹ ਆਪਣੇ ਬੱਚੇ ਨੂੰ ਕੋਈ ਚੀਜ਼ ਲਿਆ ਕੇ ਦਿੰਦੇ ਆ, ਫਰਜ਼ ਕਰੋ ਚਾਕਲੇਟ ਲਿਆ ਕੇ ਦਿੱਤੀ, ਬੋਲੋ ਸਮਝਦੇ ਹੋ ਕਿ ਨਹੀਂ? ਚਾਕਲੇਟ ਲਿਆ ਕੇ ਆਪਣੇ ਬੱਚੇ ਨੂੰ ਦਿੱਤੀ, ਉਹ ਬੱਚਾ ਦੋ ਦੋਸਤਾਂ ਨਾਲ ਖੇਡ ਰਿਹਾ ਹੈ, ਉਹ ਚਾਕਲੇਟ ਖਾਣ ਤੋਂ ਪਹਿਲਾਂ ਚਾਕਲੇਟ ਖੋਲਦਾ ਹੈ ਔਰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਦਿੰਦਾ ਹੈ, ਤਾਂ ਉਸ ਲਈ ਮਾਂ-ਬਾਪ ਨੂੰ ਖੁਸ਼ੀ ਹੁੰਦੀ ਹੈ ਜਾਂ ਦੁੱਖ ਹੁੰਦਾ ਹੈ? ਜਿਹੜੇ ਮਾਂ-ਬਾਪ ਸਹੀ ਹੋਣਗੇ ਉਹ ਤਾਂ ਕਹਿਣਗੇ ਸਾਡਾ ਬੱਚਾ ਕਿੰਨਾ ਅੱਛਾ ਹੈ ਕਿ ਦੇਖੋ ਦੂਜਿਆਂ ਦੀ ਫਿਕਰ ਵੀ ਕਰ ਰਿਹਾ ਹੈ। ਤਾਂ ਹੁਣ ਤੁਹਾਡੇ ਮਨ 'ਚ ਕੀ ਆਣਾ ਹੈ? ਇਹ ਦੂਜਿਆਂ ਦੀ ਫਿਕਰ ਕਰ ਰਿਹਾ, ਅਗਲੀ ਵਾਰ ਨੂੰ ਇਹਨੇ ਇੱਕ ਦੀ ਜਗ੍ਹਾ ਦੋ ਲਿਆ ਕੇ ਦੇਣੀਆਂ ਹੈ। ਤਾਂ ਜੇ ਇੱਕ ਬੱਚਾ ਕਵੇ ਮੇਰੀ ਚਾਕਲੇਟ ਮੈਂ ਨਹੀਂ ਤੈਨੂੰ ਦੇਣੀ, ਮੈਂ ਨਹੀਂ ਦੇਣੀ, ਮਾਂ-ਬਾਪ ਪੁੱਤ ਦੇ ਦੇ, ਨਹੀਂ ਮੈਂ ਨਹੀਂ ਦੇਣੀ, ਪੁੱਤ ਦੇ ਦੇ ਕੋਈ ਗੱਲ ਨਹੀਂ, ਥੋੜੀ ਜਿਹੀ ਦੇ, ਮੈਂ ਨਹੀਂ ਦੇਣੀ ਮੇਰੀ ਹੈ, ਤਾਂ ਮਾਂ-ਬਾਪ ਦਾ ਦਿਲ ਦੁਖੀ ਹੁੰਦਾ ਹੈ ਕਿ ਅਗਲੀ ਵਾਰੀ ਇਹਨੂੰ ਵੀ ਨਹੀਂ ਦੇਣੀ ਲਿਆ ਕੇ। ਸੱਚ ਦੱਸਿਓ ਇਹ ਗੱਲ ਹੁੰਦੀ ਹੈ ਕਿ ਨਹੀਂ? ਇਸ ਲਈ ਇਹੀ ਰਿਐਲਿਟੀ ਹੈ, ਇਹੀ ਸੱਚਾਈ ਹੈ ਦੁਨੀਆ ਦੀ ਕਿ ਜਦੋਂ ਦੂਜੇ ਨੂੰ ਅਸੀਂ ਚੀਜ਼ ਦਿੰਦੇ ਹਾਂ ਖੁਸ਼ੀ ਦੇ ਨਾਲ, ਤਾਂ ਕੁਦਰਤ ਕਹਿੰਦੀ ਹੈ ਦੂਜਿਆਂ ਨੂੰ ਦੇ ਰਿਹਾ ਖੁਸ਼ੀ ਨਾਲ, ਇਹਨੂੰ ਮੈਂ ਹੋਰ ਵੀ ਦੇਣੀ ਹੈ। ਬੰਦਾ ਕਹਿੰਦਾ ਮੈਂ ਤਾਂ ਕਿਸੇ ਦਾ ਬੁਰਾ ਕਰਦਾ ਨਹੀਂ, ਆਹੀ ਬੁਰਾਈ ਹੈ ਬੰਦੇ ਦੀ ਕਿ ਬੰਦਾ ਸਰੀਰਕ ਤੌਰ ਤੇ ਨਹੀਂ ਕਰਦਾ ਪਰ ਮਨ ਅੰਦਰ ਬੜਾ ਸੜਦਾ ਰਹਿੰਦਾ ਹੈ, ਮਨ ਅੰਦਰ ਬੜਾ ਲਾਲਚ ਕਰਦਾ ਰਹਿੰਦਾ ਹੈ, ਦੁਵੇਸ਼ ਕਰਦਾ ਰਹਿੰਦਾ ਹੈ, ਮਨ ਦੇ ਵਿੱਚ ਬੜਾ ਇਨਸਾਨ ਜਿਹਦਾ ਕਹਿੰਦੇ ਨਾ ਜੈਲਸ, ਇੱਕ ਦੂਜੇ ਨੂੰ ਦੇਖ ਕੇ ਜਲੀ ਜਾਣਾ, ਇੱਕ ਦੂਜੇ ਨੂੰ ਦੋਸ਼ ਦੇਈ ਜਾਣੇ, ਇੱਕ ਦੂਜੇ ਨੂੰ ਦੇਖ ਕੇ ਨਿੰਦਿਆ ਕਰੀ ਜਾਣੀ, ਉਹ ਇਦਾਂ ਉਹ ਇਦਾਂ, ਇਹ ਵੀ ਸਮਝ ਲਓ ਮਾੜਾ ਕਰਨ ਦੇ ਬਰਾਬਰ ਹੀ ਹੈ, ਸੋਚਣਾ ਵੀ ਕਰਨ ਦੇ ਬਰਾਬਰ ਹੀ ਹੈ। ਇਸ ਲਈ ਅਸੀਂ ਕਿਹਾ ਬੁਰਾ ਸੋਚਣਾ ਨਹੀਂ, बुरा मत सोचो, बुरा मत बोलो, बुरा मत करो। इसलिए अज तो ये चीज याद रखनी कि जे तुसी चाहते हो मेरे घर च बरकत आन, मेरे घर च खुशियां आन, तो दूजियां दी खुशी नूं देख के जलो ना, बल्कि फरियाद करो, दुआ करो कि रब इन्हां नूं सदा खुश रखे। ਦੂਜਿਆਂ ਦੀ ਤਰੱਕੀ ਦੇਖ ਕੇ ਦੁਆ ਕਰੋ ਕਿ ਰੱਬ ਇਹਨਾਂ ਨੂੰ ਹੋਰ ਵੀ ਤਰੱਕੀ ਦੇਵੇ। ਦੂਜਿਆਂ ਦੇ ਜੀਵਨ 'ਚ ਕੋਈ ਖੁਸ਼ੀ ਆਉਂਦੀ ਹੈ ਜਾਂ ਕੋਈ ਵੀ ਉਹਨਾਂ ਦੇ ਕਾਰੋਬਾਰ 'ਚ ਬਰਕਤਾਂ ਆਉਂਦੀਆਂ ਤਾਂ ਕਹੋ ਰੱਬ ਇਹਨਾਂ ਦੇ ਕਾਰੋਬਾਰ 'ਚ ਹੋਰ ਵੀ ਬਰਕਤ ਦੇਵੇ। ਔਰ ਇਹ ਗੱਲ ਗਰੰਟੀ ਸਾਡੇ ਕੋਲ ਲਿਖ ਕੇ ਲੈ ਲਓ, ਜਦੋਂ ਤੁਸੀਂ ਦੂਜਿਆਂ ਦੀ ਤਰੱਕੀ ਮੰਗਣੀ ਸ਼ੁਰੂ ਕਰਤੀ, ਦੂਜਿਆਂ ਵਾਸਤੇ ਖੁਸ਼ੀ ਮੰਗਣੀ ਸ਼ੁਰੂ ਕਰਤੀ, ਦੂਜਿਆਂ ਵਾਸਤੇ ਬਰਕਤ ਮੰਗਣੀ ਸ਼ੁਰੂ ਕਰ ਦਿੱਤੀ, ਤੇ ਗਰੰਟੀ ਸਾਡੇ ਕੋਲ ਲੈ ਲਓ ਤੁਹਾਡੇ ਜੀਵਨ 'ਚ ਖੁਸ਼ੀਆਂ, ਰਹਿਮਤਾਂ, ਬਰਕਤਾਂ ਜ਼ਿਆਦਾ ਆਉਣਗੀਆਂ। ਆਹੀ ਕਹਿੰਦੇ ਲਿਖ ਕੇ ਲੈ ਲਓ, ਗੱਲ ਕੋਈ ਕਹਿਣ ਵਾਲੀ ਨਹੀਂ ਹੈ, ਇਹ ਗੱਲ ਸੱਚੀ ਹੈ। ਇੱਕ ਤਾਂ ਹੁੰਦਾ ਨਾ ਬੰਦਾ ਕਹਿ ਦਿੰਦਾ ਹੈ ਪਰ ਉਹਦਾ ਕੋਈ ਅਸਰ ਨਹੀਂ ਹੁੰਦਾ, ਇਹ ਗੱਲ 'ਚ ਅਸਰ ਹੈ। ਨਹੀਂ ਤਾਂ ਤੁਸੀਂ ਕਮ ਸੇ ਕਮ ਇੱਕ ਮਹੀਨਾ ਹੀ ਇਹ ਕਰਕੇ ਦੇਖ ਲਓ, ਤੁਹਾਨੂੰ ਆਪ ਪਤਾ ਲੱਗੇਗਾ। ਪਰ ਕਰਨਾ ਦਿਲੋਂ ਹੈ, ਇਹ ਨਹੀਂ ਕਿ ਜਵਾਨੋਂ ਕਹਿਣਾ ਤਾਂ ਅੰਦਰੋਂ ਸੜੀ ਜਾਣਾ। ਰੱਬ ਇਹਨੂੰ ਤਰੱਕੀ ਦੇਵੇ, ਰੱਬ ਤਰੱਕੀ ਦੇਵੇ, ਪਰ ਅੰਦਰੋਂ ਦਿਲ ਨਹੀਂ ਕਰਦਾ, ਪਰ ਮਾਲਕਾਂ ਨੇ ਕਿਹਾ ਸੀ ਤਾਂ ਕਹਿ ਰਹੇ ਹਾਂ। ਤਾਂ ਰੱਬ ਨੇ ਵੀ ਤੁਹਾਡੀ ਜਵਾਨ ਨੂੰ ਨਹੀਂ ਦੇਖਣਾ, ਰੱਬ ਨੇ ਦਿਲ ਨੂੰ ਦੇਖਣਾ ਕਿ ਆਵਾਜ਼ ਦਿਲ 'ਚੋਂ ਨਿਕਲ ਰਹੀ ਹੈ ਜਾਂ ਜਵਾਨ 'ਚੋਂ ਨਿਕਲ ਰਹੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਜਦੋਂ ਬੰਦਾ ਆਂਢ ਗੁਆਂਢ ਇੱਧਰ ਉੱਧਰ ਕੋਈ ਵੀ ਹੋਵੇ, ਚਾਹੇ ਸਾਡੀ ਕੰਪਨੀ 'ਚ ਕੋਈ ਹੋਵੇ, ਚਾਹੇ ਸਾਡੇ ਨਾਲ ਆਫਿਸ ਵਿੱਚ ਕੋਈ ਹੋਵੇ, ਚਾਹੇ ਨਾਲ ਸਾਡੇ ਮਜ਼ਦੂਰ ਹੀ ਕੋਈ ਹੋਵੇ, ਜਦੋਂ ਕਿਸੇ ਨੂੰ ਵੀ ਦੇਖ ਕੇ ਅਸੀਂ ਸੜਦੇ ਹਾਂ ਤਾਂ ਅਸੀਂ ਉਹਨੂੰ ਦੇਖ ਕੇ ਨਹੀਂ ਸੜ ਰਹੇ, ਅਸੀਂ ਆਪਣੇ ਜੀਵਨ ਨੂੰ ਸਾੜ ਰਹੇ ਹਾਂ। ਯਾਨੀ ਅਸੀਂ ਆਪਣੀ ਤਰੱਕੀ ਨੂੰ, ਆਪਣੀ ਬਰਕਤਾਂ ਨੂੰ, ਆਪਣੀਆਂ ਖੁਸ਼ੀਆਂ ਨੂੰ ਅਸੀਂ ਖਤਮ ਕਰ ਰਹੇ ਹਾਂ।
ਇਸ ਲਈ ਚਾਹੇ ਕੋਈ ਮਜ਼ਦੂਰ ਹੋਵੇ, ਚਾਹੇ ਕੋਈ ਬਿਜ਼ਨਸਮੈਨ ਹੋਵੇ, ਕੋਈ ਦੁਕਾਨਦਾਰ ਹੋਵੇ, ਕੋਈ ਘਰ ਗ੍ਰਸਤੀ ਵਾਲਾ ਹੋਵੇ, ਹਰ ਇਨਸਾਨ ਇਹ ਇੱਕ ਨੁਕਤੇ ਨੂੰ ਪਕੜ ਲਓ ਕਿ ਮੈਂ ਸਭ ਦੇ ਵਾਸਤੇ ਖੁਸ਼ੀਆਂ ਦੀ ਕਾਮਨਾ ਕਰਨੀ ਹੈ, ਸਭ ਦੇ ਵਾਸਤੇ ਬਰਕਤਾਂ ਦੀ ਕਾਮਨਾ ਕਰਨੀ ਹੈ, ਸਭ ਦੇ ਵਾਸਤੇ ਸੁੱਖਾਂ ਦੀ ਕਾਮਨਾ ਕਰਨੀ ਹੈ, ਸਭ ਦੇ ਵਾਸਤੇ ਸ਼ਾਂਤੀ ਦੀ ਕਾਮਨਾ ਕਰਨੀ ਹੈ, ਸਭ ਦੇ ਵਾਸਤੇ ਤਰੱਕੀ ਦੀ ਕਾਮਨਾ ਕਰਨੀ ਹੈ, ਸਭ ਦੇ ਵਾਸਤੇ ਅੱਛੀ ਸਿਹਤ ਦੀ ਕਾਮਨਾ ਕਰਨੀ ਹੈ। ਯਾਨੀ ਜੋ ਵੀ ਸ਼ੁਭ ਹੈ ਮੈਂ ਸਭ ਦੇ ਵਾਸਤੇ ਉਹ ਹਰ ਸ਼ੁਭ ਚੀਜ਼ ਦੀ ਕਾਮਨਾ ਕਰਨੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਮੈਂ ਇਹ ਗੱਲ ਸਵੇਰੇ ਸਵੇਰੇ ਕਹਿ ਦਿਆ ਕਰੋ 2-3 ਵਾਰ ਕਿ ਐ ਮੇਰੇ ਮਾਲਿਕ, ਐ ਪ੍ਰਮਾਤਮਾ, ਮੈਂ ਆਪਣੀ ਦਿਲ ਦੀ ਗਹਿਰਾਈ ਤੋਂ ਸਭ ਦੇ ਵਾਸਤੇ, ਸਾਰੀ ਸ੍ਰਿਸ਼ਟੀ ਵਾਸਤੇ, ਸਾਰੇ ਸੰਸਾਰ ਦੇ ਜੀਵਾਂ ਵਾਸਤੇ ਸੰਪੰਨਤਾ ਦੀ, ਸਮਰਿੱਧੀ ਦੀ, ਖੁਸ਼ੀਆਂ ਦੀ, ਸੁੱਖਾਂ ਦੀ, ਅੱਛੀ ਸਿਹਤ ਦੀ, ਸ਼ਾਂਤੀ ਦੀ, ਆਨੰਦ ਦੀ, ਕਾਮਯਾਬੀ, ਤਰੱਕੀ ਦੀ ਦੁਆ ਕਰਦਾ ਹੈ। ਮੇਰੇ ਮਾਲਿਕ ਮੇਰੀ ਇਹ ਦੁਆ ਕਬੂਲ ਕਰ। ਮੈਂ ਸਵੇਰੇ ਸਵੇਰੇ ਕਹਿ ਦਿਆ ਕਰੋ, ਇਹ 'ਚ ਸਭ ਕੁਝ ਆ ਗਿਆ ਇਹ ਦੁਆ ਦੇ ਅੰਦਰ ਹੀ। ਹੁਣ ਯਾਦ ਰੱਖੋ, ਜਦੋਂ ਸਾਰੀ ਸ੍ਰਿਸ਼ਟੀ ਵਾਸਤੇ ਮੰਗੂਗੇ ਤਾਂ ਜਿੱਦਾਂ ਹੀ ਦੱਸਿਆ ਕਿ ਸਭ ਕੀ ਖੁਸ਼ੀ में ही हमारी खुशी है, और दूजी गल ये भी कहांगे कि सबकी जीत में ही हमारी जीत है। बोलो समझते हो कि नहीं? क्योंकि ਜਦੋਂ ਸਭ ਨੂੰ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਵੀ ਗੱਲ ਯਾਦ ਰੱਖੋ, ਫਿਰ ਸਾਡੀ ਜਿੱਤ ਵੀ 100% ਪੱਕੀ ਹੈ। ਇਹ ਗੱਲ ਯਾਦ ਰੱਖਣਾ। ਹੁਣ ਜਦੋਂ ਤੁਹਾਡੇ ਮਨ 'ਚ ਦੂਜਿਆਂ ਨੂੰ ਜਿਤਾਉਣ ਦੀ ਭਾਵਨਾ ਹੈ ਨਾ ਕਿ ਮਾਲਿਕ ਸਭ ਨੂੰ ਜਿੱਤ ਦੇਵੇ, ਤਾਂ ਇਹ ਵੀ ਗੱਲ ਨੋਟ ਕਰ ਲਓ, ਲਿਖ ਲਓ ਕਿ ਜਦੋਂ ਸਾਡੇ ਮਨ 'ਚ ਦੂਜਿਆਂ ਨੂੰ ਜਿਤਾਉਣ ਦੀ ਭਾਵਨਾ ਹੋਵੇ ਕਿ ਮਾਲਿਕ ਸਭ ਨੂੰ ਜਿਤਾਵੇ, ਹੁਣ ਅਗਲਾ ਜਿੱਤੇ ਨਾ ਜਿੱਤੇ ਪਰ ਤੁਹਾਡੀ ਜਿੱਤ ਪੱਕੀ ਹੋਏਗੀ, ਤੁਹਾਡੀ ਜਿੱਤ ਪੱਕੀ ਹੋਏਗੀ। ਸਮਝਣਾ ਜ਼ਰਾ। ਹੁਣ ਕਈ ਵਾਰ ਕਈ ਦੇਖਦੇ ਹੈ ਉਹਨਾਂ ਦੇ ਬੱਚਾ ਹੋ ਗਿਆ, ਰੱਬ ਨੇ ਉਹਨਾਂ ਨੂੰ ਦਾਤ ਦੇਤੀ, ਉਹਨਾਂ ਨੂੰ ਖੁਸ਼ੀਆਂ ਦੇਤੀਆਂ, ਸੜਦੇ ਐ, ਜਲਨ ਕਰਦੇ ਐ, ਤਾਂ ਫਿਰ ਐਸਾ ਇਨਸਾਨ ਕੀ ਕਰਦਾ ਹੈ? ਉਹਨੂੰ ਕਦੀ ਉਹ ਖੁਸ਼ੀ ਮਿਲ ਹੀ ਨਹੀਂ ਪਾਉਂਦੀ, ਕਿਉਂਕਿ ਰੱਬ ਕਹਿੰਦਾ ਅੱਛਾ ਜਲ ਰਿਹਾ ਹੈ, ਉਹਨੂੰ ਦੇਖ ਕੇ ਖੁਸ਼ੀ ਨਹੀਂ, ਤਾਂ ਇਹਦਾ ਮਤਲਬ ਇਹ ਚੀਜ਼ ਇਹਦੇ ਵਾਸਤੇ ਖੁਸ਼ੀ ਵਾਲੀ ਨਹੀਂ ਹੈ। ਜਦੋਂ ਬੰਦਾ ਉਹਦੀ ਖੁਸ਼ੀ 'ਚ ਆਪ ਖੁਸ਼ ਹੁੰਦਾ ਹੈ ਤਾਂ ਰੱਬ ਕਹਿੰਦਾ ਜੇ ਉਹਦੀ ਖੁਸ਼ੀ 'ਚ ਇੰਨਾ ਖੁਸ਼ ਹੈ ਤਾਂ ਜਦੋਂ ਮੈਂ ਇਹਦੀ ਝੋਲੀ ਖੁਸ਼ੀਆਂ ਨਾਲ ਭਰੂੰਗਾ ਤੈਨੂੰ ਕਿੰਨੀ ਖੁਸ਼ੀ ਹੋਏਗੀ। ਯਾਦ ਰੱਖੋ, ਅਗਰ ਕੋਈ ਤੁਹਾਡੇ ਆਂਢ ਗੁਆਂਢ 'ਚ ਬਿਮਾਰ ਹੋ ਗਿਆ ਜਾਂ ਕਿਸੇ ਦਾ ਕੋਈ ਹਾਦਸਾ ਹੋ ਕੇ ਕੋਈ ਸੱਟ ਚੋਟ ਲੱਗ ਗਈ, ਤੁਸੀਂ ਜਾਂਦੇ ਹੋ ਖਬਰ ਲੈਣ ਔਰ ਮਨ 'ਚ ਆ ਕੇ ਕਹਿੰਦੇ ਚੰਗਾ ਹੋ ਗਿਆ, ਚੰਗਾ ਹੋਇਆ ਲੱਤ ਟੁੱਟੀ, ਚੰਗਾ ਹੋਇਆ ਇਦਾਂ ਹੋ ਗਿਆ, ਤਾਂ ਫਿਰ ਤੁਸੀਂ ਕਿਹੜੀ ਚੀਜ਼ ਨੂੰ ਬੁਲਾ ਰਹੇ ਹੋ ਆਪਣੀ ਤਰਫ? ਜੋ ਉਹਦੀ ਘਟਨਾ 'ਚ ਤੁਹਾਨੂੰ ਚੰਗਾ ਲੱਗ ਰਿਹਾ ਨਾ, ਚੰਗਾ ਹੋਇਆ, ਤਾਂ ਰੱਬ ਨੇ ਕਹਿਣਾ ਆਹ ਚੀਜ਼ ਇਹਨੂੰ ਚੰਗੀ ਲੱਗਦੀ ਹੈ, ਔਰ ਇਹ ਚੀਜ਼ ਇਹਨੂੰ ਚੰਗੀ ਲੱਗਦੀ ਤੇ ਇਹਨੂੰ ਵੀ ਇਹ ਜ਼ਰੂਰ ਦੇਵਾਂ। ਬੋਲੋ ਸਮਝਦੇ ਹੋ ਕਿ ਨਹੀਂ? ਇੱਥੇ ਮਹਾਤਮਾ ਗਾਂਧੀ ਦੇ ਜੀਵਨ ਦੀ ਘਟਨਾ ਦੱਸਾਂਗੇ, ਸੱਚੀ ਘਟਨਾ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਚੀਜ਼ ਚੰਗੀ ਲੱਗਦੀ ਕਿੱਦਾਂ ਜ਼ਿਆਦਾ ਮਿਲਦੀ ਹੈ ਸਾਨੂੰ। ਕਹਿੰਦੇ ਮਹਾਤਮਾ ਗਾਂਧੀ, ਉਹਨਾਂ ਦਾ ਇੱਕ ਨਿਯਮ ਸੀ ਮਹਾਤਮਾ ਗਾਂਧੀ ਦੇ ਆਸ਼ਰਮ ਦਾ, ਯਾਨੀ ਜਿੱਥੇ ਉਹ ਰਹਿੰਦੇ ਸੀ, ਕਿ ਜਦੋਂ ਭੋਜਨ ਕੀਤਾ ਜਾਂਦਾ ਸੀ ਤਾਂ ਭੋਜਨ ਵਿੱਚ ਨਿੰਮ ਦੀ ਚਟਨੀ ਵੀ ਜ਼ਰੂਰ ਰੱਖਦੇ ਹੁੰਦੇ ਸੀ। ਨਿੰਮ ਪਤਾ ਹੀ ਹੈ ਕਿੰਨੀ ਕੜਵੀ ਹੁੰਦੀ ਹੈ। ਕੌਲੀ ਵਿੱਚ ਨਿੰਮ ਦੀ ਚਟਨੀ ਬਣਾ ਕੇ ਮਹਾਤਮਾ ਗਾਂਧੀ ਦੇ ਭੋਜਨ 'ਚ ਸ਼ਾਮਿਲ ਸੀ, ਤਾਂ ਜਿਨ੍ਹਾਂ ਵੀ ਉਹਨਾਂ ਨਾਲ ਭੋਜਨ ਕਰਨਾ ਹੁੰਦਾ ਸੀ ਉਹਨਾਂ ਨੂੰ ਵੀ ਨਿੰਮ ਦੀ ਚਟਨੀ ਭੋਜਨ ਦੇ ਨਾਲ ਪਰੋਸੀ ਜਾਂਦੀ ਸੀ, ਦਿੱਤੀ ਜਾਂਦੀ ਸੀ। ਹੁਣ ਨਿੰਮ ਦੀ ਚਟਨੀ ਕੜਵੀ, ਪਰ ਮਹਾਤਮਾ ਗਾਂਧੀ ਖਾ ਲੈਂਦੇ ਸੀ, ਕਿਉਂਕਿ ਕਹਿੰਦੇ ਸਵਾਦਾਂ 'ਚ ਉੱਪਰ ਉੱਠਣਾ ਚਾਹੀਦਾ ਸਾਨੂੰ, ਕੜਵਾ ਕੀ, ਕੋਸੈਲਾ ਕੀ ਤਾਂ ਮਿੱਠਾ ਕੀ, ਪਰ ਇਨਸਾਨ ਹੈ ਕਿ ਸਵਾਦਾਂ 'ਚ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ। ਹੁਣ ਇੱਕ ਪੱਤਰਕਾਰ ਜਦੋਂ ਮਹਾਤਮਾ ਗਾਂਧੀ ਦਾ ਇੰਟਰਵਿਊ ਲੈਣ ਵਾਸਤੇ ਆਇਆ ਤਾਂ ਉਸ ਵੇਲੇ ਭੋਜਨ ਦਾ ਟਾਈਮ ਸੀ। ਮਹਾਤਮਾ ਗਾਂਧੀ ਨੇ ਕਿਹਾ ਇੰਟਰਵਿਊ ਬਾਅਦ 'ਚ ਦੇਵਾਂਗੇ, ਪਹਿਲਾਂ ਭੋਜਨ ਕਰਾਓ ਇਹਨੂੰ ਵੀ। ਹੁਣ ਜਦੋਂ ਪੱਤਰਕਾਰ ਦੇ ਸਾਹਮਣੇ, ਉਸ ਰਿਪੋਰਟਰ ਦੇ ਸਾਹਮਣੇ ਥਾਲੀ ਰੱਖੀ ਗਈ ਭੋਜਨ ਦੀ, ਕੋਲੀਆਂ ਵਿੱਚ ਦਾਲ ਹੈ, ਸਬਜ਼ੀ ਹੈ, ਮਿੱਠਾ ਹੈ, ਯਾਨੀ ਜੋ ਵੀ ਸੀ ਸਭ ਕੁਝ ਸੀ, ਨਾਲ ਚਟਨੀ ਵੀ ਸੀ, ਤਾਂ ਪੱਤਰਕਾਰ ਨੇ ਸੋਚਿਆ ਹਰਾ ਹਰਾ ਕੀ ਹੈ, ਸ਼ਾਇਦ ਪੁਦੀਨੇ ਦੀ ਚਟਨੀ ਹੋਏਗੀ। ਉਹਨਾਂ ਮਾੜੀ ਉਂਗਲੀ ਲਾ ਕੇ ਦੇਖੀ, ਉਹ ਤਾਂ ਕੋੜੀ ਸੀ, ਜ਼ਹਿਰ ਵਰਗੀ। ਉਹ ਕਹਿੰਦੇ ਇਹ ਕੀ? ਤਾਂ ਬਰਤਾਨ ਵਾਲੇ ਨੇ ਕਿਹਾ, ਸੇਵਕ ਨੇ, ਕਹਿੰਦਾ ਜੀ ਇਹ ਨੀਮ ਦੀ ਚਟਨੀ ਹੈ, ਨਿੰਮ ਦੀ ਚਟਨੀ ਹੈ। ਹੁਣ ਪੱਤਰਕਾਰ ਨੇ ਸੋਚਿਆ, ਕਨਫਿਊਜ਼ ਹੋ ਗਿਆ ਵਿਚਾਰਾ ਕਿ ਜੇ ਮੈਂ ਭੋਜਨ ਤੋਂ ਬਾਅਦ ਖਾਵਾਂ ਇਹਨੂੰ ਤਾਂ ਸਾਰੇ ਭੋਜਨ ਦਾ ਸਵਾਦ ਚਲਾ ਜਾਣਾ, ਕਿਤੇ ਉਲਟੀ ਨਾ ਆ ਜਾਵੇ, ਤਾਂ ਇਹਦੇ ਨਾਲੋਂ ਚੰਗਾ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਹਿਲੇ ਪੀ ਲਵਾਂ, ਬਾਅਦ ਚੋਂ ਸਵਾਦ ਨਾਲ ਭੋਜਨ ਖਾਊਂ। ਕਿਉਂਕਿ ਬੰਦੇ ਨੂੰ ਹੁੰਦਾ ਨਾ ਕੋੜੀ ਚੀਜ਼ ਖਾਣੀ ਹੈ ਨਾ ਪਹਿਲੇ ਹੀ ਖਾ ਲਓ, ਬਾਅਦ ਚੋਂ ਭੋਜਨ ਦਾ ਸਵਾਦ ਤਾਂ ਮੂੰਹ 'ਚ ਰਹੇਗਾ। ਜੇ ਲਾਸਟ ਵਿੱਚ ਕੋੜੀ ਚੀਜ਼ ਖਾਧੀ ਤਾਂ ਫਿਰ ਕੀ ਹੋਣਾ? ਉਹ ਭੋਜਨ ਦਾ ਸਵਾਦ ਵੀ ਜਾਣਾ ਆ ਔਰ ਸਾਰਾ ਦਿਨ ਮੂੰਹ ਵੀ ਕੌੜਾ ਰਹਿਣਾ ਹੈ, ਤਾਂ ਕਿਤੇ ਇਹ ਵੀ ਖਤਰਾ ਹੈ ਕਿ ਚਟਨੀ ਪੀ ਕੇ ਉਲਟੀ ਨਾ ਆ ਜਾਵੇ। ਇਸ ਲਈ ਅਗਲੇ ਨੇ ਬੜੀ ਸਮਝਦਾਰੀ ਵਰਤੀ, ਉਹਨੇ ਕੋਲੀ ਚੱਕੀ ਕਿ ਜੇ ਖਾਣੀ ਪੈਣੀ ਹੈ, ਕਿਉਂਕਿ ਉਹਨਾਂ ਇਹ ਵੀ ਪੁੱਛਿਆ ਖਾਣੀ ਪੈਣੀ, ਉਹ ਕਹਿੰਦੇ ਜੀ ਨਿਯਮ ਹੈ ਆਸ਼ਰਮ ਦਾ, ਇਹ ਨਿੰਮ ਦੀ ਚਟਨੀ ਤਾਂ ਖਾਣੀ ਪੈਣੀ ਹੈ, ਇਹਨੂੰ ਛੱਡ ਨਹੀਂ ਸਕਦੇ। ਤਾਂ ਉਹਨਾਂ ਕਿਹਾ ਜੇ ਉਹਨੂੰ ਖਾਣੀ ਪੈਣੀ ਹੈ ਤਾਂ ਪਹਿਲੇ ਹੀ ਖਾ ਲਵਾਂ। ਉਹਨੇ ਕੋਲੀ ਚੱਕੀ, ਪਾਣੀ ਆ ਪਾਇਆ, ਘੋਲ ਕੇ ਨਾ ਅੱਖਾਂ ਬੰਦ ਕਰਕੇ ਕੋੜਾ ਘੁੱਟ ਕਰਕੇ ਸਾਰੀ ਪੀ ਗਿਆ, ਨਾਲ ਹੀ ਪਾਣੀ 2-4 ਘੁੱਟ ਪੀ ਕੇ ਕਰਕੇ ਫਿਰ ਰੋਟੀ ਖਾਣ ਲੱਗਾ। ਜਦੋਂ ਰੋਟੀ ਖਾਣ ਲੱਗਾ ਤਾਂ ਮਹਾਤਮਾ ਗਾਂਧੀ ਨੇ ਕਿਹਾ
ਇਹਨੂੰ ਨਿੰਮ ਦੀ ਚਟਨੀ ਬੜੀ ਪਸੰਦ ਆਈ ਹੈ, ਵੱਡੀ ਕੋਲੀ ਦਿਓ ਭਰ ਕੇ। ਹੁਣ ਕਹਿੰਦੇ ਛੋਟੀ ਕੋਲੀ ਸੀ, ਹੁਣ ਵੱਡੀ ਪਾ ਕੇ ਦਿੱਤੀ ਕਿ ਇਹਨੂੰ ਇੰਨੀ ਪਸੰਦ ਆਈ, ਪਹਿਲੇ ਪੀ ਆ ਭਾਈ, ਇਹਨੂੰ ਵੱਡੀ ਦਿਓ। ਹੁਣ ਉਹਨੇ ਕਿਹੜੀ ਨੀਅਤ ਨਾਲ ਪੀਤੀ? ਉਹਨੇ ਇਸ ਨੀਅਤ ਨਾਲ ਪੀਤੀ ਕਿ ਬੇਕਾਰ ਦੀ ਚੀਜ਼ ਹੈ, ਤਕਲੀਫ ਦੇਣ ਵਾਲੀ ਚੀਜ਼ ਹੈ, ਇਹਨੂੰ ਪਹਿਲਾਂ ਲੈ ਲਾਵਾਂ, ਬਾਅਦ ਚੋਂ ਆਰਾਮ ਨਾਲ ਭੋਜਨ ਕਰੂੰ। ਮਹਾਤਮਾ ਗਾਂਧੀ ਨੇ ਕੀ ਸਮਝਿਆ? ਇਹਨੂੰ ਚਟਣੀ ਬੜੀ ਪਸੰਦ ਆਈ ਹੈ ਭਾਈ, ਹੋਰ ਦਿਓ, ਵੱਡੀ ਕੋਲੀ ਦਿਓ। ਹੁਣ ਉਹ ਤਾਂ ਵਿਚਾਰਾ ਪਰੇਸ਼ਾਨ ਹੋ ਗਿਆ, ਹੈ ਇਹ ਕੀ ਹੋ ਗਿਆ ਜਦੋਂ ਕੋਲੀ ਭਰ ਕੇ ਆ ਗਈ, ਕਿ ਹੁਣ ਤਾਂ ਲਾਸਟ ਵਿੱਚ ਇਹ ਪੀਵਾਂਗੇ, ਜੇ ਹੁਣ ਪੀ ਲੈ ਕਿਤੇ ਫਿਰ ਨਾ ਕੋਲੀ ਆ ਜਾਵੇ, ਇਹ ਤੋਂ ਵੱਡੀ ਨਾ ਆ ਜਾਵੇ। ਇਸ ਕਹਾਣੀ ਤੋਂ ਕੀ ਪਤਾ ਲੱਗਦਾ? ਜਦੋਂ ਅਸੀਂ ਵੀ ਕੁਦਰਤ ਨੂੰ ਕਹਿੰਦੇ ਆ ਨਾ, ਚੰਗਾ ਹੋਇਆ ਇਹਦਾ ਐਕਸੀਡੈਂਟ ਹੋ ਗਿਆ, ਚੰਗਾ ਹੋਇਆ ਇਹਦੀ ਲੱਤ ਟੁੱਟ ਗਈ, ਚੰਗਾ ਹੋਇਆ ਇਹਦਾ ਕੰਮ ਬੰਦ ਹੋ ਗਿਆ, ਤਾਂ ਹੁਣ ਤੁਸੀਂ ਕਿਹੜੀ ਭਾਵਨਾ ਨਾਲ ਕਹਿ ਰਹੇ ਹੋ? ਕੁਦਰਤ ਇਹ ਨਹੀਂ ਦੇਖਦੀ, ਕੁਦਰਤ ਦੇਖਦੀ ਹੈ ਤੁਹਾਡੀ ਸੋਚ ਨੂੰ। ਇਹ ਕਹਿ ਰਿਹਾ ਚੰਗਾ ਹੋਇਆ, ਇਸ ਲਈ ਆਹ ਚੀਜ਼ ਇਹਨੂੰ ਚੰਗੀ ਲੱਗਦੀ, ਇਹਨੂੰ ਹੋਰ ਦਿਓ, ਇਹਨੂੰ ਦਿਓ। ਫਿਰ ਤੁਹਾਡੇ ਨਾਲ ਵੀ ਉਹ ਹਾਦਸੇ ਹੁੰਦੇ ਹੈ, ਫਿਰ ਤੁਹਾਡੇ ਤੇ ਵੀ ਉਹ ਪ੍ਰੋਬਲਮ ਆਉਂਦੀ ਹੈ। ਜੇ ਤੁਸੀਂ ਕਿਸੇ ਦੇ ਦੁੱਖ ਨੂੰ ਦੇਖ ਕੇ ਖੁਸ਼ ਹੁੰਦੇ ਹੋ ਤਾਂ ਯਾਦ ਰੱਖੋ, ਤੁਹਾਡੀ ਖੁਸ਼ੀ ਰੱਬ ਨੂੰ ਸੰਦੇਸ਼ ਦਿੰਦੀ ਹੈ ਕਿ ਮੈਨੂੰ ਦੁੱਖਾਂ 'ਚ ਬਹੁਤ ਖੁਸ਼ੀ ਹੁੰਦੀ ਹੈ, ਮੈਂ ਉਹਦੇ ਦੁੱਖ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਤਾਂ ਰੱਬ ਕਹਿੰਦਾ ਜੀ ਉਹਦੀ ਚੀਜ਼ ਨੂੰ ਦੇਖ ਕੇ ਇੰਨਾ ਖੁਸ਼ ਹੈ, ਤਾਂ ਜਦੋਂ ਇਹਨੂੰ ਆਪਣੇ ਆਪ ਨੂੰ ਮਿਲੇਗੀ ਕਿੰਨਾ ਖੁਸ਼ ਹੋਏਗਾ। ਇਸ ਲਈ ਮੈਂ ਇਹਦਾ ਬਾਪ ਹਾਂ, ਇਹਨੂੰ ਖੁਸ਼ੀ ਦੇਵਾਂ। ਫਿਰ ਰੱਬ ਸਾਨੂੰ ਦੇ ਦਿੰਦਾ, ਉਹ ਜ਼ਿਆਦਾ ਦਿੰਦਾ ਹੈ, ਉਹਦੇ ਨਾਲੋਂ ਜ਼ਿਆਦਾ ਦਿੰਦਾ ਹੈ। ਜੇ ਉਹਦੀ ਇੰਨੀ ਕੁ ਬਾਂਹ ਟੁੱਟੀ ਹੋਵੇ ਤਾਂ ਸਾਡੀ ਪੂਰੀ ਟੁੱਟ ਜਾਣੀ ਹੈ, ਕਿਉਂਕਿ ਸਾਨੂੰ ਰੱਬ ਨੇ ਜ਼ਿਆਦਾ ਹੀ ਦੇਣੀ ਹੈ। ਜੇ ਤਾਂ ਛੋਟੀ ਗੋਲੀ ਸੀ, ਵੱਡੀ ਹੋ ਕੇ ਆ ਗਈ। ਇਸ ਲਈ ਇਹ ਗੱਲ ਸਿਰਫ ਇਸ ਲਈ ਨਹੀਂ ਦੱਸ ਰਹੇ ਕਿ ਤੁਸੀਂ ਹੱਸੋ, ਇਹ ਗੱਲ ਇਸ ਲਈ ਦੱਸ ਰਹੇ ਹਾਂ ਕਿ ਸੁਣ ਕੇ ਆਪਣੇ ਜੀਵਨ 'ਚ ਬਦਲਾਵ ਲਿਆਓ, ਕਿ ਅੱਜ ਤੋਂ ਬਾਅਦ ਅਸੀਂ ਕਿਸੇ ਵਾਸਤੇ ਵੀ ਕੋਈ ਬੁਰਾ ਸ਼ਬਦ ਨਹੀਂ ਬੋਲਣਾ। ਯਾਦ ਰੱਖਣਾ। ਔਰ ਇਦਾਂ ਦੇ ਕਈ ਰਿਜ਼ਲਟ, ਇਦਾਂ ਦੇ ਬੜੇ ਮਾਲਕਾਂ ਦੇ ਸਮੇਂ ਦੀ ਗੱਲ ਹੈ। ਇੱਕ ਔਰਤ ਆਈ, ਉਹਦਾ 12 ਕੁ ਸਾਲ ਦਾ ਬੱਚਾ ਸੀ। ਹੁਣ 12 ਕੁ ਸਾਲ ਦਾ ਬੱਚਾ ਸੀ, ਉਹ ਬੱਚੇ ਨੂੰ ਦੋ ਤਕਲੀਫਾਂ ਸੀ। ਇੱਕ ਤਾਂ ਉਹਦੀ ਅੱਖਾਂ ਭੈਂਗੀਆਂ ਸੀ ਥੋੜੀਆਂ ਜੀਆਂ। ਉਹ ਜਿਸਲੇ ਉਹ ਦੂਸਰਾ ਬਾਥਰੂਮ ਕਰਦਾ ਸੀ ਤਾਂ ਲੜਕੇ ਦਾ ਬਾਥਰੂਮ ਜਿਹੜਾ ਪਿੱਛੇ ਨੂੰ ਜਾਂਦਾ ਸੀ। ਬੋਲੋ ਸਮਝਦੇ ਹੋ ਕਿ ਨਹੀਂ? ਉਹਨੇ ਆ ਕੇ ਮਾਲਕਾ ਕੋ ਬੇਨਤੀ ਕੀਤੀ ਕਿ ਮਾਲਕੋ ਪਹਿਲੀ ਵਾਰ ਆਏ, ਰਹਿਮਤ ਕਰੋ। ਮਾਲਕ ਨੇ ਅੱਖਾਂ ਬੰਦ ਕੀਤੀਆਂ ਤਾਂ ਅੱਖਾਂ ਖੋਲ ਕੇ ਮਾਲਕ ਕਹਿਣ ਲੱਗੇ, ਬੀਬੀ ਯਾਦ ਹੈ ਕੁਛ ਤੈਨੂੰ? ਕਹਿੰਦੀ ਕੀ? ਕਹਿੰਦੇ ਤੁਹਾਡੇ ਜਦੋਂ ਤੇਰੀ ਸ਼ਾਦੀ ਨਹੀਂ ਹੋਈ ਸੀ ਨਾ, ਤਾਂ ਤੁਹਾਡੇ ਗੁਆਂਢ 'ਚ ਇੱਕ ਪਰਿਵਾਰ ਸੀ, ਉਹਦਾ ਇੱਕ ਬੱਚਾ ਸੀ, ਉਹਦੀਆਂ ਅੱਖਾਂ ਭੈਂਗੀਆਂ ਸੀ। ਤਾਂ ਤੂੰ ਕੀ ਕਹਿੰਦੀ ਹੁੰਦੀ ਸੀ? ਆਹ ਦੇਖ, ਇਹ ਭੈਂਗਾ ਆ ਗਿਆ, ਭੈਂਗਾ ਆ ਗਿਆ, ਭੈਂਗਾ ਆ ਗਿਆ, ਦੇਖ ਇਹ ਬਾਥਰੂਮ ਕਰਦਾ ਊਂਠ ਵਾਂਗੂ ਬਾਥਰੂਮ ਕਰਦਾ, ਇਹ ਯਾਨੀ ਪਿਸ਼ਾਬ ਕਰਦਾ ਊਂਠ ਵਾਂਗੂ। ਕਹਿੰਦੇ ਉਹ ਤੂੰ ਉਹਨੂੰ ਨਿੰਦਦੀ ਸੀ ਨਾ, ਤਾਂ ਕੁਦਰਤ ਨੇ ਤੈਨੂੰ ਔਲਾਦ ਦਿੱਤੀ ਤਾਂ ਉਹ ਸਾਰੇ ਗੁਣ ਤੇ ਚ ਪਾ ਕੇ ਭੇਜੇ। ਜ਼ਰਾ ਯਾਦ ਰੱਖਣਾ, ਕਿਉਂਕਿ ਤਾਂ ਹੀ ਕਹਿੰਦੇ ਜੈਸਾ ਬੀਜੇ ਸੋ ਲੁਣੇ ਕਰਮਾ ਸੰਦਰਾ ਖੇਤ। ਜੇ ਅੱਜ ਤੁਸੀਂ ਕਿਸੇ ਨੂੰ ਦੇਖ ਕੇ ਮਜ਼ਾਕ ਉਡਾਉਂਦੇ ਹੋ ਨਾ, ਉਹ ਦੇਖ ਲੈ ਕਿੱਦਾਂ ਠੋਕਰਾਂ ਖਾਂਦਾ, ਉਹ ਦੇਖ ਲੈ ਉਹਨੂੰ ਤੁਰਨਾ ਨਹੀਂ ਆਉਂਦਾ। ਤਾਂ ਯਾਦ ਰੱਖੋ, ਜਲਦੀ ਤੁਹਾਡੀ ਚਾਲ ਵੀ ਕੁਦਰਤ ਨੇ ਵਿਗਾੜ ਦੇਣੀ ਹੈ। ਇਸ ਲਈ ਮਜ਼ਾਕ ਨਾ ਕਰੋ ਕਿਸੇ ਦਾ ਮਜ਼ਾਕ ਨਾ ਉਡਾਓ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਚਾਹੇ ਕੋਈ ਅਮੀਰ ਹੈ ਗਰੀਬ ਹੈ, ਅਮੀਰ ਦਾ ਤਾਂ ਬੰਦਾ ਮਜ਼ਾਕ ਹੁੰਦੇ ਨਹੀਂ ਉਡਾਉਂਦਾ ਕਿ ਲੈ ਵੀ ਅਮੀਰ ਦਾ ਮਜ਼ਾਕ ਉਡਾਇਆ ਤਾਂ ਮਹਿੰਗਾ ਪੈ ਜਾਏਗਾ। ਤਾਂ ਇਹ ਵੀ ਯਾਦ ਰੱਖੋ कि अमीर को जे पैसा है ना, अमीर को जे शक्ति है, तो गरीब का मजाक भी ना उड़ाओ, क्योंकि गरीब का भी रब देखता है। समझते हो कि नहीं? सबनों तो उही बनाने वाला है। इसलिए असीं क्या कुछ पॉइंट दसने हैं तुहानूं, ताकि तुसीं उन्हां पॉइंटां नूं समझ के अपने जीवन नूं सीख सको। क्योंकि पॉइंट उही जिहनूं हुणे ही सीख सकदे हो तुसीं। इहदे वास्ते कोई महीनों की प्रैक्टिस करने की लोड़ नहीं है कि मैं घर जाके प्रैक्टिस करूंगा। कोई साइकिल चलाना नहीं है, गड्डी चलानी नहीं है कि मैनूं महीना प्रैक्टिस करनी पेगी फिर आनी है। ये तो हुणे ही हो जाएगी जे हुणे ही तुसीं अंदर फैसला लै लवो। अज तो मैं अपने आप नाल वादा करदा हाँ, अपने अंदर बैठे अपने मालिक नाल वादा करदा हाँ कि अज तो मैं बुरा सोचना नहीं है, बुरा बोलना नहीं है और बुरा करना नहीं है। आज ही फैसला कर लो। आज तो मैं सोचना भी अच्छा है, अपने वास्ते भी और सब दे वास्ते। बोलो समझदे हो कि नहीं? सब दे वास्ते अच्छा सोचण दा। बोलो कर दो कि नहीं फैसला? अज जे जीवन च खुशियां चाहिए फैसला करना पैना है। नहीं तो याद रखो, जिदा पहले ही दसिया, मुफलिस वो नहीं जिसके पास माल नहीं होता, मुफलिस तो वो है जिसके पास नेक अमाल नहीं होता। जे तुहाडे जीवन च नेक अमाल है नहीं तो फिर तुसीं गरीब हो, फिर तुहानूं कोई अमीर कर ही नहीं सकता। तो जे तुसीं अज ही अपनी मुफलिसी, अपनी गरीबी, अपनी निर्धनता, अपने दुखों को दूर करना चाहते हो तो अज ही फैसला ले लो, मैं दिमाग च भी अच्छा सोचना है, मेरे थॉट भी पॉजिटिव होण, अच्छे होण, मेरे बोल भी अच्छे होण, मेरी करनी भी की होवे, अच्छी होवे।
ਨਾ ਮੈਂ ਆਪਣੇ ਬਾਰੇ ਬੁਰਾ ਸੋਚਣਾ ਹੈ। ਆਪਣੇ ਬਾਰੇ ਬੁਰਾ ਸੋਚਣ ਦਾ ਮਤਲਬ ਉਹ ਕਈ ਵਾਰ ਦੱਸ ਚੁੱਕੇ ਹਾਂ ਅਸੀਂ, ਹਾਏ ਮੈਂ ਬਿਮਾਰ ਹਾਂ, ਮੇਰੀ ਬਿਮਾਰੀ ਨਹੀਂ ਖਤਮ ਹੁੰਦੀ, ਇਹ ਵੀ ਨੈਗੇਟਿਵ ਸੋਚਣਾ ਹੈ। ਇਹ ਵੀ ਬੰਦ ਕਰੋ, ਇਹ ਕਹਿਣਾ ਸ਼ੁਰੂ ਕਰੋ ਮੈਂ ਠੀਕ ਹਾਂ, ਮਾਲਕ ਦੀ ਰਹਿਮਤ ਨਾਲ ਮੈਂ, ਮਾਲਕ ਦੀ ਰਹਿਮਤ ਨਾਲ ਮੈਂ, ਜਰਾ ਕਹਿ ਦਿਓ ਪੂਰੇ ਜੋਸ਼ ਨਾਲ ਦਿਲੋਂ, ਮਾਲਕ ਦੀ ਰਹਿਮਤ ਨਾਲ ਮੈਂ, ਮਾਲਕ ਦੀ ਰਹਿਮਤ ਨਾਲ ਮੈਂ, ਮਾਲਕ ਦੀ ਰਹਿਮਤ ਨਾਲ ਮੈਂ ਠੀਕ ਹੈ ਦਾ ਮਤਲਬ ਹਰ ਤਰ੍ਹਾਂ ਨਾਲ ਠੀਕ ਆ। ਜਿੱਦਾਂ ਦੱਸਿਆ ਕਿ ਡਾਕਟਰ ਇਮਲ ਕੂਏ ਉਹ ਹਮੇਸ਼ਾ ਆਪਣੇ ਮਰੀਜ਼ਾਂ ਨੂੰ ਕਹਿੰਦੇ ਹੁੰਦੇ ਸੀ ਕਿ ਰੋਜ਼ ਸ਼ੀਸ਼ੇ ਮੂਹਰੇ ਖੜ ਕੇ ਨਾ ਇਹ ਗੱਲ 10 ਵਾਰੀ ਬੋਲਣੀ ਹੈ ਆਪਣੇ ਆਪ ਨੂੰ ਦੇਖ ਕੇ कि हर दिन हर तरह ना मैं बेहतर और बेहतर हो रहा हूं, हर दिन हर तरह से मैं बेहतर और बेहतर हो रहा हूं। बोलो समझ दो कि डे बाय डे इन एवरी वे आई एम बेटर एंड बेटर, कि हर दिन हर तरह ना डे बाय डे इन एवरी वे, हर दिन, क्योंकि डे बाय डे इन एवरी वे हर तरह नाल, हर तरीके नाल, चाहे शरीरिक तौर पर है, चाहे मानसिक तौर पर है, चाहे अध्यात्मिक तौर पर है, चाहे आर्थिक तौर पर है, हर तरह नाल मैं बेहतर और बेहतर हो रहा हूं, यानी हर तरह नाल मैं चंगा हो रहा हां। तो तुसीं देखोगे हर रोज जदों तुसीं देखोगे लोगों ने कहना भाई तेरी उम्र घटन की बजाय, यानी घटन का मतलब की है कि अगे तो अगे बंदा कहता बुढ़ा हो रहा है, पर तेरी उम्र तो इदां लगता है तू यंग हो जाता, अगे तो अगे तेरी शक्ति बढ़ती जा रही है, अगे तो अगे तेरी ताकत बढ़ती जा रही है, और ये हो सकता है। जरा याद रखो, क्योंकि तुहाडी बॉडी च जिहड़े 50,000 ट्रिलियन सैल है ना, तुसीं जिद्दां दा उन्हां नूं सिग्नल देना है, उन्हां उदां दी एनर्जी पैदा करनी शुरू कर देनी है। जदों तुसीं पॉजिटिव थिंकिंग रखदे हो, पॉजिटिव कहंदे हो कि मालिक दी रहमत नाल मैं ठीक है, जदों जोश नाल बोलदे हो तां तुहाडे ओ सैल जिहड़े डैड होए हुंदे ना, चार्ज होने शुरू हो जाते हैं। तां डैड दा मतलब की है, हुण जरा गौर करो, कहंदे बैटरी घट गई तां असीं कहंदे डैड हो गई, इदां ही बंदे दे सैल दी ऊर्जा घटदी है तां बंदा भी हो जाता है डैड, आ मर गया। तां जे असीं अपने सैलां नूं कदी डैड होण ही ना दईए, पॉजिटिव ऊर्जा नाल भरपूर रखिए, जोश नाल भरपूर रखिए, तां बंदा 90 साल दी उम्र च भी कहेगा ओ भाई ये तां 18 साल दे नौजवान दी तरह जवान है, क्योंकि नौजवान और बुढ़े च फर्क ही हुंदा है। हुण जरा एक सवाल दा जवाब देना सानूं, एक 18 साल दा नौजवान है और एक 90 साल का बजुर्ग, सामने एक पहाड़ है। हुण 18 साल का नौजवान कहता है आ मेरे तो नहीं चढ़ होना, वो 2 कदम चढ़ता साह चढ़ जाता है, हाय हाय करता बह जाता है, तो बजुर्ग जो 90 साल का है वो देखता है तो दौड़ के चढ़ जाता है। हुण तुसीं जवान किहनूं कहोगे? तुसीं कहना 18 साल का तो बुढ़ा है, 4 कदम तुर के साह चढ़ जाता है, और 90 साल का तुरिया जा रहा है बिना रुके, ये तो जवानों नालों भी ज़्यादा शक्तिशाली है। क्योंकि ऐसी जवानी या बुढ़ापा कहते किहनूं है, इत्थे एज की गल नहीं है कि 18 साल 90 साल, इत्थे गल है साडी एनर्जी की, साडी ऊर्जा की। जे 18 साल की उम्र च भी बंदे की एनर्जी लो है तो वह 100 साल का बुढ़ा है, तो जे 100 साल की उम्र च भी बंदे की एनर्जी हाई है तो वह 100 साल का जवान है। हुण तुसीं की बनना है? 20 साल दे, 22 साल दे, 30 साल दे, कितनी उम्र है तुहाडी आप ही चेक कर लो बुढ़े, या जे मेरी उम्र 60 साल है तो मैं इन्ना एनर्जी नाल भरपूर हो जावां, जोश नाल भरपूर हो जावां कि बंदे भी कहण, नौजवान भी कहण कि हैं ये तो भाई 60 साल का जवान है, ये तो 60 साल का नौजवान है, जिहड़ा काम ऐसी नहीं कर सकते ये कर रहा है। और ये हो सकता है क्योंकि सारी खेल तुहाडे अंदर दी है, तां ही तां कहा ना, ये गल नहीं मस्जिद मंदिर दी, ये खेल है सारी अंदर दी, ये अंदर दी खेल है, मंदिर मस्जिदां दी खेल नहीं है, ये तेरे अंदर खेल सारी चल रही है। तू जिद्दां दी अफर्मेशन, जिद्दां दे बोल अपने आप नूं बोलने है ना, मैं मर गया, मैं मर गया, मैं कमजोर, मेरे तो नहीं होना, मेरे तो नहीं होना, तू बुढ़ा हुंदा चला जाता है। तो मैं कर सकदा हां, मैं कर सकदा हां, मेरा मालिक मेरे नाल है, मेरी जित पक्की है, मैं जित के दिखाऊंगा क्योंकि मेरा मालिक मेरे नाल है। तो फिर चाहे बंदा 100 साल का भी होवे, वो जितदा चला जाता है। समझ ला जरा, इसलिए अज एक गल कह दियो कि मालिक दी रहमत मेरे नाल है, मेरी जित पक्की है। मालिक दी रहमत मेरे नाल है, मेरी जित पक्की है, ना पक्की है, जिदा बंदा कहता ना गल पक्की है, ये नहीं बदल सकती। अज कह दियो फिर, मालिक दी रहमत मेरे नाल है, मेरी जित, मेरी जित, मेरी जित। पूरे जोश ना किया कि नहीं? बाहर कितनी ठंड है, पर सानू देख लो
ਇਹ ਜੋਸ਼ ਨਹੀਂ ਤਾਂ ਹੋਰ ਕੀ ਹੈ। ਕਈ ਵਾਰ ਵੀਡੀਓ ਪਾਈ ਦੀ ਹੈ ਨਾ, ਉਹ ਜੀ ਪੁੱਛਦੇ ਗਰਮੀਆਂ ਦਾ ਸਤਸੰਗ ਹੈ, ਇਹ ਮੈਸੇਜ ਕਰਦਾ ਨਹੀਂ ਜੀ ਇਹ ਦਸੰਬਰ ਮਹੀਨੇ ਦਾ ਸਤਸੰਗ ਹੈ। ਇੰਨੀ ਠੰਡ 'ਚ ਗਰਮੀ, ਠੀਕ ਹੈ। ਅੰਦਰ ਜੋਸ਼ ਹੋਵੇ ਨਾ ਤਾਂ ਫਿਰ ਬਾਹਰਲੇ ਮੌਸਮ ਦਾ ਕੋਈ ਅਸਰ ਨਹੀਂ ਬੰਦੇ ਤੇ ਪੈਂਦਾ। ਤਾਂ ਜਿਹਨਾਂ ਅੰਦਰ ਜੋਸ਼ ਨਹੀਂ ਹੈ, ਉਹ ਜਨੂਨ ਨਹੀਂ ਹੈ, ਉਹ ਜੂਨ 'ਚ ਵੀ ਕਹਿਣਗੇ ਠੰਡ ਲੱਗਦੀ, ਪੱਖਾ ਬੰਦ ਕਰ ਦੇ, ਆ ਗੋਡੇ ਦੁਖਦੇ, ਜੋੜ ਦੁਖਦੇ ਮੇਰੇ, ਹੋ ਜਾਂਦੀ ਕਿ ਨਹੀਂ ਹਾਲਤ। ਸੋ ਤੁਹਾਡੇ ਅੰਦਰ ਉਹ ਐਡੀ ਵੱਡੀ ਤਾਕਤ ਹੈ, ਤੁਹਾਡੇ ਅੰਦਰ ਐਡੀ ਵੱਡੀ એનર્ਜੀ ਹੈ। ਇਸ ਲਈ ਇੱਕ ਸਵਾਲ ਦਾ ਜਵਾਬ ਦਿਓ ਸਾਨੂੰ ਕਿ ਸ਼ੇਰ ਦਾ ਬੱਚਾ ਕੌਣ ਹੁੰਦਾ ਹੈ? ਬੜੀ ਹੌਲੀ ਆਵਾਜ਼ ਆਈ। ਸੈੱਲ ਡੈਡ ਹੋ ਗਏ, ਅਸੀਂ ਚਾਰਜ ਕਰ ਰਹੇ, ਤੁਸੀਂ ਫੇਰ ਡੈਡ ਹੋਈ ਜਾਂਦੇ ਹੋ। ਲੱਗਦਾ ਵੱਡਾ ਚਾਰਜਰ ਲਾਣਾ ਪੈਣਾ ਹੈ, ਫਾਸਟ ਚਾਰਜਰ। ਅਸੀਂ ਤਾਂ ਸੁਪਰ ਫਾਸਟ ਚਾਰਜਰ ਰੱਖਿਆ ਹੈ ਕਿ 45 ਮਿੰਟ ਬੈਠੋ ਤਾਂ ਚਾਰਜ ਹੋ ਕੇ ਜਾਓ। 45 ਮਿੰਟ ਸਤਸੰਗ ਸੁਣੋ, ਘੰਟਾ ਸਤਸੰਗ ਸੁਣੋ ਤਾਂ એનર્ਜੀ ਨਾਲ ਭਰਪੂਰ ਹੋ ਕੇ ਜਾਓ। ਇਹ ਸੁਪਰ ਫਾਸਟ ਚਾਰਜਰ ਹੈ ਮਾਲਕ ਦੇ ਘਰ 'ਚ, ਸਮਝਦੇ ਹੋ ਕਿ ਨਹੀਂ? એનર્ਜੀ ਮਿਲ ਰਹੀ ਹੈ ਕਿ ਨਹੀਂ? ਹੁਣ ਜਵਾਬ ਦਿਓ, ਸ਼ੇਰ ਦੇ ਬੱਚੇ ਕੌਣ ਹੁੰਦੇ ਆ? ਬਾਜ ਦੇ ਬੱਚੇ। ਬਾਜ ਇੱਕ ਪੰਛੀ ਹੁੰਦਾ ਹੈ। ਬਾਜ ਦੇ ਬੱਚੇ, ਸ਼ੇਰ ਦੇ ਬੱਚੇ। ਅਸੀਂ ਆਪਣੇ ਮਾਲਿਕ ਦੇ ਬੱਚੇ ਆ, ਸ਼ਕਤੀਸ਼ਾਲੀ ਪ੍ਰਮਾਤਮਾ ਦੇ ਬੱਚੇ ਆ। ਫਿਰ ਅਸੀਂ ਕਿੱਦਾਂ ਕਮਜ਼ੋਰ ਹੋ ਸਕਦੇ ਆ? ਸ਼ਕਤੀਸ਼ਾਲੀ ਦੇ ਬੱਚੇ ਸ਼ਕਤੀਸ਼ਾਲੀ ਹੋ ਸਕਦੇ ਆ। ਇਸ ਲਈ ਕਹਿ ਦਿਓ, ਮੈਂ ਇੱਕ ਸ਼ਕਤੀਸ਼ਾਲੀ, मैं एक शक्तिशाली, मैं एक शक्तिशाली, मैं एक शक्तिशाली आत्मा हूं। मैं कोई कमजोर नहीं हाँ। जे मेरा बाप शक्तिशाली है, जिदा दसिया शेर का बच्चा शेर ही हो सकता है, बाज का बच्चा बाज ही हो सकता है, तो मैं भी अपने ओ मालिक का बाप का बच्चा जो सर्व शक्तिशाली है, सारे संसार को चलाने वाला। इसलिए मैं, जे मेरा बाप शक्तिशाली है तो मैं भी कोई घट शक्तिशाली नहीं हाँ। जे मेरा बाप ताकतवर है तो मैं भी ताकतवर हाँ। जे मेरा बाप आनंद का रूप है तो मैं भी आनंद हाँ। जे मेरा बाप परम दयालु है तो मैं भी दयालु हाँ। जे मेरा बाप परम दयावान है तो मैं भी दयावान है। यानी जो गुण मेरे बाप दे वही गुण मेरे है। और जिन्ना सच ये है ना कि शेर का बच्चा शेर होता है, तो उन्ना ये भी हो जाता है कि जे शेर की सोच ही गिद्दड़ वाली हो जाए तो फिर बेचारा बाप भी की करे। बाप ने कहना मैं तो तेनू जन्म तो तेनू शेर की कोख चों मिलिया सी, पर तू कम गिद्दड़ां वाले कर रहे, इसलिए पुत्त शेर बन। हुण इत्थे भी तुसीं याद रखो कि अज पैदा सानू कीता है साडे सर्व शक्तिशाली परमात्मा प्रभु ने। असीं ओहदे अंश हां, सारे ओहदे बच्चे हां असीं सारे। पर अज साडी नैगेटिव सोच, अज साडी बुरी सोच, अज साडियां शंकावां, साडी बेविश्वासी सानू गिद्दड़ बना रही है, कमजोर बना रही है। इसलिए असीं तुहाडे अंदरों एक कमजोरी दूर करना चाहते हैं, तुहानू तुहाडी असली शक्ति दिखाना चाहते हैं, तुहानू तुहाडी असली ताकत नाल मिलाना चाहते हैं कि तुसीं कमजोर नहीं हो, तुसीं सर्व शक्तिशाली पिता दे बच्चे हो, तुहाडी शक्ति भी बहुत ज्यादा है। इसलिए अपनी शक्ति नू पहचानो, अपनी ताकत नू पहचानो। जे कमजोर मन्नी जावांगे तो कमजोर हो जाओगे, तो जे अपने आप नू समझ लवांगे कि मैं ओहदा बच्चा हाँ। बोलो समझ दो, अपने जरा समझना, ये अपने दिल च बिठा लो, अपने अंदर गहराई तक ये गल ले लो कि मैं अपने मालिक का बच्चा हाँ, मैं कमजोर नहीं हाँ, मैं बहुत शक्तिशाली हाँ। अहीं तो कहते हाँ कि यकीन रखो जिन्हां दी एनर्जी, जिद्दां अहीं दसिया कि जिन्हां अंदर प्रभु दे प्रेम की शक्ति, ओहदे विश्वास की शक्ति पैदा हो जाती है, फिर ओहदे लागे तकलीफां दुख परेशानियां तो आ ही नहीं सकदियां। ਜਦੋਂ ਅਸੀਂ ਕਹਿੰਦੇ ਆ ਨਾ ਮੈਨੂੰ ਆਹ ਚੀਜ਼ ਚੁੰਬੜ ਗਈ, ਮੈਨੂੰ ਉਹ ਚੀਜ਼ ਤੰਗ ਕਰਦੀ ਹੈ, ਮੈਨੂੰ ਆਹ ਗੁਆਂਢੀ ਤੰਗ ਕਰਦਾ, ਮੈਨੂੰ ਉਹ ਤੰਗ ਕਰਦਾ, ਇਹਦਾ ਮਤਲਬ ਵਿਸ਼ਵਾਸ ਦੀ ਕਮੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਵਿਸ਼ਵਾਸ ਪੂਰਾ ਹੋਵੇ ਤਾਂ ਬੰਦਾ ਕਹਿੰਦਾ ਇੱਕ ਕੀ ਪੂਰੀ ਦੁਨੀਆ ਵੀ ਮਿਲ ਕੇ ਮੇਰਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਮੈਂ ਸਰਵ ਸ਼ਕਤੀਸ਼ਾਲੀ ਪਿਤਾ ਦਾ ਬੱਚਾ ਹਾਂ। ਜੇ ਮੈਂ ਉਹਦਾ ਬੱਚਾ ਹਾਂ ਤਾਂ ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਹੈ ਜਾਂ ਨਹੀਂ? किहदे बच्चे हो तुसीं? जे मालिक दे बच्चे हो ना, तो फिर यकीन भी रखो मैं अपने मालिक दा बच्चा हाँ, मैं अपने मालिक दा बच्चा हाँ। मेरे जीवन च खुशियां ही, मेरे जीवन च खुशियां ही। अज मैं पहचान लिया अपनी ताकत नू, पहचान लिया अपनी शक्ति नू कि मेरे अंदर वो सर्व शक्तिशाली परमात्मा बैठा है। इसलिए मेरे सारे दुख दूर, मेरे सारे दुख दूर, मेरे सारे दुख दूर।
ਪਾਸੇ ਵਿਸ਼ਵਾਸ। ਸੋ ਕਰੋ ਆਪਣੇ ਸੈੱਲਾਂ ਨੂੰ ਪੂਰੀ ਤਰ੍ਹਾਂ ਚਾਰਜ। ਛੱਡ ਦਿਓ ਨੈਗੇਟਿਵਿਟੀ, ਛੱਡ ਦਿਓ ਬੁਰੀ ਸੋਚ, ਭਰੋ ਆਪਣੇ ਆਪ ਨੂੰ ਯਕੀਨ ਦੇ ਨਾਲ, ਭਰੋ ਆਪਣੇ ਆਪ ਨੂੰ ਵਿਸ਼ਵਾਸ ਦੇ ਨਾਲ। ਤੁਹਾਡਾ ਵਿਸ਼ਵਾਸ ਇੰਨਾ ਪੱਕਾ ਹੋਵੇ, ਤੁਸੀਂ ਯਕੀਨ ਦੇ ਨਾਲ ਇੰਨੇ ਭਰ ਜਾਵੋ ਕਿ ਮੁਸੀਬਤ ਦੁੱਖ ਆਵੇ ਵੀ ਤੁਹਾਡੇ ਟਕਰਾ ਕੇ ਚੂਰ ਚੂਰ ਹੋ ਜਾਵੇ ਕਿ ਭਾਈ ਇਹ ਤਾਂ ਮਜ਼ਬੂਤ ਹੀ ਬੜਾ ਹੈ, ਮੇਰਾ ਇੱਥੇ ਬਸ ਨਹੀਂ ਚੱਲਦਾ। ਸਮਝਦੇ ਹੋ ਕਿ ਨਹੀਂ? ਇੰਨੇ ਮਜ਼ਬੂਤ ਬਣ ਜਾਓ। ਇਹ ਨਹੀਂ ਕਿ ਇੰਨੇ ਕਮਜ਼ੋਰ ਕਿ ਦੁੱਖ ਹਾਲੇ ਉਹ ਹੋਵੇ ਤਾਂ ਡਰੇ ਅਸੀਂ ਇੱਥੇ ਜਾਈਏ। ਕੁੱਤਾ ਭੌਂਕੇ ਗਲੀ 'ਚ ਤਾਂ ਲੋਕੇ ਅਸੀਂ ਇੱਥੇ ਬਹਿ ਜਾਈਏ, ਭਾਈ ਇਹ ਕੁੱਤਾ ਭੌਂਕ ਰਿਹਾ ਹੈ ਤਾਂ ਫਿਰ ਕਹੀਏ ਮੈਂ ਸ਼ੇਰ ਦਾ ਬੱਚਾ ਹਾਂ। ਭਾਈ ਤੇਰੇ ਕਰਮ ਨਹੀਂ ਦੱਸਦੇ ਸ਼ੇਰ ਦਾ ਬੱਚਾ ਤੂੰ, ਕਿਉਂਕਿ ਸ਼ੇਰ ਦਾ ਬੱਚਾ ਹੋਵੇ ਤਾਂ ਇੱਕ ਕੁੱਤਾ ਕੀ, ਹਜ਼ਾਰਾਂ ਕੁੱਤੇ ਵੀ ਹੋਣ ਤਾਂ ਹਜ਼ਾਰਾਂ ਕੁੱਤੇ ਮਿਲ ਕੇ ਵੀ ਇੱਕ ਸ਼ੇਰ ਨੂੰ ਨਹੀਂ ਡਰਾ ਸਕਦੇ। ਸਮਝਦੇ ਹੋ ਕਿ ਨਹੀਂ? ਹਜ਼ਾਰਾਂ ਕੁੱਤੇ ਵੀ ਮਿਲ ਕੇ ਸ਼ੇਰ ਨੂੰ ਨਹੀਂ ਡਰਾ ਸਕਦੇ। ਜਾਂ ਇੱਕ ਫਿਲਮੀ ਡਾਇਲੋਗ ਵੀ ਹੈ, ਹਜ਼ਾਰਾਂ ਕੁੱਤੇ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ। ਇਹ ਤਾਂ ਕਹਿ ਰਹੇ, ਕੋਈ ਕਹੇ ਕਿ ਮਾਲਕ ਫਿਲਮੀ ਡਾਇਲੋਗ ਸੁਣਾਈ ਜਾਂਦੇ ਆ, ਪਰ ਇਹ ਤਾਂ ਗੱਲ ਤੁਹਾਨੂੰ ਸਮਝਾਉਣ ਦੀ ਹੈ, ਕਿਉਂਕਿ ਆਹ ਚੀਜ਼ ਨਵੀਂ ਹੈ ਕਿ ਹਜ਼ਾਰਾਂ ਕੁੱਤੇ ਮਿਲ ਕੇ ਵੀ ਇੱਕ ਸ਼ੇਰ ਨੂੰ ਨਹੀਂ ਡਰਾ ਸਕਦੇ। ਇਸ ਲਈ ਹਜ਼ਾਰਾਂ ਦੁੱਖ ਵੀ ਤੁਹਾਡੇ ਜੀਵਨ 'ਚ ਆ ਜਾਣ ਤਾਂ ਤੁਸੀਂ ਕਿਹਦੇ ਬੱਚੇ ਹੋ? ਉਸ ਮਾਲਿਕ ਦੇ। ਕਿ ਹਜ਼ਾਰਾਂ ਕੀ ਲੱਖਾਂ ਦੁੱਖ ਵੀ ਆ ਜਾਣ ਤਾਂ ਦੁੱਖ ਮੈਨੂੰ ਡਰਾ ਨਹੀਂ ਸਕਦੇ, ਕਿਉਂਕਿ ਮੈਂ ਆਪਣੇ ਮਾਲਿਕ ਦਾ ਬੱਚਾ ਹਾਂ। ਮੈਂ ਸਰਵ ਸ਼ਕਤੀਸ਼ਾਲੀ ਪਰਮਾਤਮਾ ਦਾ ਬੱਚਾ ਹਾਂ। ਕੀ ਤੁਸੀਂ ਆਪਣੇ ਮਾਲਿਕ ਨੂੰ ਕਮਜ਼ੋਰ ਸਮਝਦੇ ਹੋ? ਉਹ ਇੱਥੇ ਇੱਕ ਨਾ ਆਪਣੇ ਦੁਨਿਆਵੀ ਤੌਰ ਤੇ ਹੀ ਕੋਈ ਪਹਿਲਵਾਨ ਹੋਵੇ ਨਾ, ਉਹਦਾ ਬੱਚਾ ਹੋਏ, ਉਹ ਕਹਿੰਦਾ ਤੈਨੂੰ ਪਤਾ ਮੇਰਾ ਡੈਡੀ ਕੌਣ ਆ? ਪਹਿਲਵਾਨ ਆ, ਪਹਿਲਵਾਨ ਕਹਿ ਦਿੰਦਾ ਕਿ ਨਹੀਂ? ਉਹ ਇੱਕ ਬੱਚਾ ਆਪਣੇ ਡੈਡੀ ਤੇ ਮਾਣ ਕਰ ਸਕਦਾ, ਮੇਰਾ ਡੈਡੀ ਪਹਿਲਵਾਨ ਆ, ਮੇਰਾ ਡੈਡੀ ਬਾਕਸਰ ਹੈ, ਜਾਂ ਮੇਰਾ ਡੈਡੀ ਇਦਾਂ ਆ। ਤਾਂ ਜਿਹਦਾ ਡੈਡੀ ਉਦਾਂ ਦਾ ਹੋਵੇ ਉਹ ਕਹਿੰਦਾ ਯਾਰ ਮੇਰਾ ਡੈਡੀ ਤਾਂ ਹੈ ਹੀ ਕੁਛ ਨਹੀਂ, ਮਾੜਕੂ ਜਿਹਾ ਹੈ, ਤੁਰਦਾ ਤੁਹਾਡੇ ਕੋਲ ਪੈਂਦਾ ਹੈ। ਹੁਣ ਇਦਾਂ ਦੇ ਬੱਚੇ ਨੇ ਮਾਣ ਕੀ ਕਰਨਾ? ਇਦਾਂ ਦੇ ਬੱਚੇ ਅੰਦਰ ਹਿੰਮਤ ਕਿੱਥੋਂ ਆਣੀ? ਕਿਉਂਕਿ ਜਿਹਦਾ ਡੈਡੀ ਇਦਾਂ ਦਾ ਹੋਵੇ ਉਹਨੂੰ ਦੇਖ ਕੇ ਬੱਚੇ ਦੀ ਹਿੰਮਤ ਵੀ ਉਦਾਂ ਦੀ ਹੋਣੀ ਹੈ। ਤਾਂ ਜਿਹਦਾ ਡੈਡੀ ਪਹਿਲਵਾਨ ਹੋਵੇ ਉਹ ਬੱਚੇ ਦੀ ਹਿੰਮਤ ਵੀ ਉਦਾਂ ਦੀ ਹੁੰਦੀ ਹੈ। ਤਾਂ ਹੁਣ ਜੇ ਪਹਿਲਵਾਨ ਦੇ ਬੱਚੇ ਦੀ ਹਿੰਮਤ ਇੰਨੀ ਹੋ ਸਕਦੀ, ਤੈਨੂੰ ਪਤਾ ਮੇਰਾ ਬਾਪ ਕੌਣ ਹੈ, ਤਾਂ ਜ਼ਰਾ ਐਸੀ ਕਵਾਂਗੇ ਤੁਸੀਂ ਤਾਂ ਆਪਣੀ ਹਿੰਮਤ ਨੂੰ ਲੱਖਾਂ ਗੁਣਾ ਵਧਾ ਲਓ, ਤਾਂ ਕਿ ਤੁਸੀਂ ਵੀ ਕਹਿ ਸਕੋ ਦੁੱਖਾਂ ਪਰੇਸ਼ਾਨੀਆਂ ਤਕਲੀਫਾਂ ਨੂੰ ਕਿ ਮੈਂ ਨਹੀਂ ਡਰਦਾ। ਤੈਨੂੰ ਪਤਾ ਮੇਰਾ ਬਾਪ ਕੌਣ ਹੈ? ਤੈਨੂੰ ਪਤਾ ਮੇਰਾ ਬਾਪ ਕੌਣ ਹੈ? ਮੇਰਾ ਬਾਪ ਉਹ ਮੇਰਾ ਮਾਲਿਕ ਹੈ, ਮੇਰਾ ਪਰਮਾਤਮਾ ਪ੍ਰਭੂ ਹੈ। ਮੈਂ ਨਹੀਂ ਤੁਹਾਡੀ ਪਰਵਾਹ ਕਰਦਾ, ਮੈਂ ਨਹੀਂ ਡਰਦਾ ਤੁਹਾਡੇ ਤੋਂ, ਕਿਉਂਕਿ ਮੇਰਾ ਬਾਪ ਬਹੁਤ ਸ਼ਕਤੀਸ਼ਾਲੀ ਹੈ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਅੱਜ ਤੋਂ ਇਹ ਗੱਲ ਆਪਣੇ ਅੰਦਰ ਵਸਾ ਲੈਣੀ। ਸ਼ੰਕਾਵਾਂ ਛੱਡੋ, ਚਿੰਤਾਵਾਂ ਛੱਡੋ, ਤਕਲੀਫਾਂ ਦੁੱਖਾਂ ਦੀ ਪਰਵਾਹ ਕਰਨਾ ਬੰਦ ਕਰ ਦਿਓ। ਹਰ ਤਕਲੀਫ ਹਰ ਦੁੱਖ ਘਟਦੀ ਚਲੀ ਜਾਂਦੀ ਹੈ ਜਦੋਂ ਸਾਡਾ ਵਿਸ਼ਵਾਸ ਵੱਧਦਾ ਚਲਾ ਜਾਂਦਾ ਹੈ, ਸਾਡਾ ਭਰੋਸਾ ਵੱਧਦਾ ਚਲਾ ਜਾਂਦਾ ਹੈ। ਇਸ ਲਈ ਹੁਣ ਟਾਈਮ ਕਾਫੀ ਹੋ ਗਿਆ, ਆਖਰਲੇ ਵਚਨਾਂ ਵੱਲ ਚੱਲੀਏ। ਜੇ ਜੀਵਨ 'ਚ ਖੁਸ਼ੀਆਂ ਚਾਹੀਦੀਆਂ ਹੈ ਤਾਂ ਅੱਜ ਤੋਂ ਨੇਕ ਅਮਾਲ ਸ਼ੁਰੂ ਕਰ ਦਿਓ। ਅੱਛਾ ਦੇਖਣਾ, ਅੱਛਾ ਬੋਲਣਾ, ਅੱਛਾ ਕਰਨਾ। ਕਿਉਂਕਿ ਜਦੋਂ ਤੁਸੀਂ ਅੱਛਾ ਕਰਦੇ ਹੋ, ਅੱਛਾ ਬੋਲਦੇ ਹੋ, ਅੱਛਾ ਦੇਖਦੇ ਹੋ, ਤਾਂ ਇਹ ਉਹ ਨੇਕੀਆਂ ਹੈ ਕਿ ਜਦੋਂ ਤੁਹਾਡੇ ਜੀਵਨ 'ਚ ਨੇਕੀਆਂ ਵੱਧਦੀਆਂ ਹੈ ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਵੀ, ਬਰਕਤਾਂ ਵੀ, ਤੰਦਰੁਸਤੀ ਵੀ, ਹਰ ਚੀਜ਼ ਵੱਧਦੀ ਚਲੀ ਜਾਂਦੀ ਹੈ। ਇਸ ਲਈ ਅੱਜ ਤੋਂ ਬਾਅਦ ਕਿਸੇ ਨੂੰ ਦੇਖ ਕੇ ਬੁਰਾ ਬੋਲਣਾ ਨਹੀਂ ਹੈ, ਕਿਸੇ ਨੂੰ ਦੇਖ ਕੇ ਸੜਨਾ ਨਹੀਂ ਹੈ, ਕਿਸੇ ਨੂੰ ਦੇਖ ਕੇ ਮਾੜੀ ਸੋਚ ਨਹੀਂ ਰੱਖਣੀ, ਬਲਕਿ ਸਭ ਦੇ ਵਾਸਤੇ ਅੱਛੀ ਸੋਚ ਰੱਖਣੀ ਹੈ। ਕਿਉਂਕਿ ਸਭ ਦੇ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ, ਸਭ ਦੀ ਜਿੱਤ ਵਿੱਚ ਹੀ ਸਾਡੀ ਜਿੱਤ ਹੈ। ਸਭ ਕੀ ਜੀਤ ਮੇਂ ਹਮਾਰੀ ਜੀਤ ਹੈ। ਇਹ ਯਾਦ ਰੱਖਣਾ ਕਿ ਜਦੋਂ ਮੈਂ ਦੂਜਿਆਂ ਦੀ ਜਿੱਤ ਦੀ ਦੁਆ ਕਰੂੰਗਾ ਤਾਂ ਮੇਰੀ ਜਿੱਤ ਪੱਕੀ ਹੈ। ਜਦੋਂ ਮੈਂ ਦੂਜਿਆਂ ਦੀ ਖੁਸ਼ੀ ਦੀ ਦੁਆ ਕਰੂੰਗਾ, ਦੂਜਿਆਂ ਦੇ ਸੁੱਖਾਂ ਦੀ ਦੁਆ ਕਰੂੰਗਾ ਤਾਂ ਮੈਨੂੰ ਜ਼ਰੂਰ ਸੁੱਖ ਮਿਲਣਗੇ, ਮੈਨੂੰ ਜ਼ਰੂਰ ਖੁਸ਼ੀਆਂ ਮਿਲਣਗੀਆਂ। ਕਿਉਂਕਿ ਇਹ ਤੁਹਾਡੀ ਦੁਆ ਦਾ ਅਸਰ ਹੈ ਕਿ ਜੈਸੀ ਤੁਸੀਂ ਦੁਆ ਸਭ ਦੇ ਵਾਸਤੇ ਕਰਨੀ ਹੈ, ਤੁਹਾਡੇ ਰੱਬ ਨੇ ਕਹਿਣਾ ਇਹ ਚੀਜ਼ ਸਭ ਦੇ ਵਾਸਤੇ ਮੰਗ ਰਿਹਾ, ਇਹਨੂੰ ਬੜੀ ਚੰਗੀ ਲੱਗਦੀ ਹੈ, ਇਸ ਲਈ ਇਹਨੂੰ ਕਈ ਗੁਣਾ ਦੇਵਾਂ। ਜਿਹਦਾ ਚਾਕਲੇਟ ਦੀ ਗੱਲ ਦੱਸੀ ਬੱਚੇ ਵਾਲੀ, ਕਿ ਜਦੋਂ ਬੱਚਾ ਦਿੰਦਾ ਹੈ ਨਾ, ਮਾਂ-ਬਾਪ ਦਾ ਦਿਲ ਆਪ ਕਰਦਾ ਹੈ ਦੂਜਿਆਂ ਨੂੰ ਦਿੱਤਾ, ਅਗਲੀ ਵਾਰ ਨੂੰ ਇਹਨੂੰ 2 ਦੇਣੀਆਂ ਜਾਂ 3 ਦੇਣੀਆਂ ਲਿਆ ਕੇ। ਤਾਂ ਜੇ ਇੱਕ ਵੀ ਨਾ ਦੇਵੇ, ਉਹ ਰੋਈ ਜਾਵੇ ਮੇਰੀ ਮੇਰੀ ਮੈਂ ਨਹੀਂ ਦੇਣੀ, ਤਾਂ ਫਿਰ ਮਾਂ-ਬਾਪ ਵੀ ਖਿੱਚ ਕੇ ਕੀ ਕਹਿੰਦੇ ਆ, ਇਹਨੂੰ ਦੇਣੀ ਨਹੀਂ ਅੱਗੇ ਤੋਂ, ਤਾਂ ਕਿ ਝਗੜਾ ਹੀ ਨਾ ਹੋਵੇ। ਇਦਾਂ ਦਾ ਹੋ ਜਾਂਦਾ ਕਿ ਨਹੀਂ? ਹੁਣ ਤੁਸੀਂ ਸੋਚੋ, ਤੁਸੀਂ ਦਾਤਾਂ ਚਾਹੁੰਦੇ ਹੋ, ਖੁਸ਼ੀਆਂ ਚਾਹੁੰਦੇ ਹੋ, ਤਾਂ ਅੱਜ ਤੋਂ ਨੇਕੀਆਂ ਕਰਨੀਆਂ ਸ਼ੁਰੂ ਕਰ ਦਿਓ। ਜਿੱਦਾਂ ਦੱਸਿਆ, ਇਹਨਾਂ ਹੱਥਾਂ ਨਾਲ ਦਾਨ ਪੁੰਨ ਦਾ ਕਰਮ ਕਰੋ। ਚਾਹੇ ਥੋੜਾ ਹੀ ਕਰੋ, ਜਿੰਨਾ ਹੋ ਸਕਦਾ ਹਿੰਮਤ ਅਨੁਸਾਰ ਦਾਨ ਕਰੋ। ਚਾਹੇ ਥੋੜਾ ਹੀ ਕਰੋ, ਜਿੰਨਾ ਹੋ ਸਕਦਾ ਅੱਛਾ ਕਰੋ, ਪਰ ਅੱਛਾ ਕਰਨ ਦੀ ਆਦਤ ਤਾਂ ਪਾਓ, ਕਿਉਂਕਿ ਸ਼ੁਰੂਆਤ ਕਰਾਂਗੇ ਤਾਂ ਹੀ ਅੱਗੇ ਵਧਾਂਗੇ। ਬੋਲੋ, ਸਮਝਦੇ ਹੋ ਕਿ ਨਹੀਂ? ਔਰ ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਜਿੱਦਾਂ ਦੱਸਿਆ ਸੀ ਕਿ ਲਾਲ ਕੱਪੜੇ ਕ੍ਰਿਸਮਸ ਤੇ ਕਿਉਂ ਪਾਏ ਜਾਂਦੇ ਹੈ। ਮੈਂ ਛੋਟ ਲਫ਼ਜ਼ਾਂ 'ਚ ਦੱਸ ਦਈਏ ਕਿ ਕ੍ਰਿਸਮਸ ਦਾ ਲਾਲ ਕੱਪੜੇ ਦੇ ਨਾਲ ਕੀ ਲਿੰਕ ਹੈ। ਹੁਣ ਜੀਸਸ ਕ੍ਰਾਈਸਟ ਨੇ ਕਦੀ ਲਾਲ ਕੱਪੜੇ ਨਹੀਂ ਪਾਏ, ਪਰ ਫਿਰ ਵੀ ਕ੍ਰਿਸਮਸ ਤੇ ਲਾਲ ਕੱਪੜੇ ਪਾਏ ਜਾਂਦੇ ਹੈ, ਕਿਉਂਕਿ ਲਾਲ ਕੱਪੜਾ ਸੈਂਟਾ ਕਲੌਜ਼ ਦੇ ਨਾਲ ਜੁੜਿਆ ਹੋਇਆ ਹੈ। ਇੱਕ ਸੰਤ ਹੋਏ ਸੀ ਜਿਨ੍ਹਾਂ ਦਾ ਨਾਮ ਸੀ ਸੈਂਟ ਨਿਕਲਸ।
ਜਰਾ ਗੌਰ ਕਰਨਾ, ਸੈਂਟ ਨਿਕਲਸ ਉਹਨਾਂ ਦਾ ਨਾਮ ਸੀ। ਉਹ ਇੰਨੇ ਜੀਸਸ ਨਾਲ ਪ੍ਰੇਮ ਕਰਦੇ ਸੀ ਕਿ ਜਦੋਂ ਵੀ ਕ੍ਰਿਸਮਸ ਆਣੀ ਤਾਂ ਉਹਨਾਂ ਨੇ ਰਾਤ ਨੂੰ ਚੋਰੀ ਚੋਰੀ ਜਾਣਾ, ਚੋਰੀ ਚੋਰੀ ਜਾ ਕੇ ਕਿਸੇ ਦੇ ਦਰਵਾਜ਼ੇ ਅੱਗੇ ਕੋਈ ਗਿਫਟ ਰੱਖ ਦੇਣਾ, ਕੋਈ ਚੀਜ਼ ਰੱਖ ਦੇਣੀ, ਕਿਸੇ ਜੁੱਤੀਆਂ 'ਚ ਪੈਸਾ ਰੱਖ ਦੇਣਾ, ਯਾਨੀ ਇੱਕ ਸਿੱਕਾ ਪਾ ਦੇਣਾ, ਕਿਸੇ ਨੇ ਕੋਈ ਝੋਲਾ ਟੰਗਿਆ ਉਹਦੇ 'ਚ ਕੁਝ ਪਾ ਦੇਣਾ, ਤਾਂ ਕਿ ਸਵੇਰ ਨੂੰ ਜਦੋਂ ਉੱਠੇ ਉਹ ਦੇਖੇ ਜੁੱਤੀ 'ਚੋਂ ਪੈਸਾ ਨਿਕਲਿਆ, ਉਹਨੂੰ ਖੁਸ਼ੀ ਹੋਏਗੀ। ਜਦੋਂ ਉਹ ਝੋਲਾ ਖੋਲੇਗਾ ਉਹ 'ਚੋਂ ਕੋਈ ਚੀਜ਼ ਮਿਲੇਗੀ। ਹੁਣ ਜਦੋਂ ਫ੍ਰੀ ਦੀ ਕੋਈ ਚੀਜ਼ ਮਿਲਦੀ ਹੁੰਦੇ ਨੂੰ ਖੁਸ਼ੀ ਹੁੰਦੀ ਹੈ ਕਿ ਨਹੀਂ, ਕਿ ਕੌਣ ਰੱਖ ਗਿਆ, ਕੌਣ ਕਰ ਗਿਆ। ਤਾਂ ਉਹ ਸੰਤਾਂ ਦਾ ਕੰਮ ਹੀ ਇਹ ਸੀ ਕਿ ਉਹਨਾਂ ਨੇ ਪਤਾ ਨਹੀਂ ਲੱਗਣ ਦੇਣਾ, ਰਾਤ ਨੂੰ ਨਿਕਲਣਾ, ਇੱਕ ਬੈਗ ਪਾ ਲੈਣਾ ਸੈਂਟ ਨਿਕਲਸ ਨੇ, ਔਰ ਬੈਗ ਪਾ ਕੇ ਉਹਨਾਂ ਨੇ ਉਹ ਸਾਰੇ ਪਾਸੇ ਬੰਨਣਾ। ਔਰ ਉਹ ਉਸ ਵੇਲੇ ਜਦੋਂ ਰਾਤ ਨੂੰ ਨਿਕਲਦੇ ਸੀ ਤਾਂ ਲਾਲ ਕੋਟ ਪਾ ਕੇ ਨਿਕਲਦੇ ਹੁੰਦੇ ਸੀ, ਕਿਉਂਕਿ ਕ੍ਰਿਸਮਸ 'ਚ ਠੰਡ ਬੜੀ ਹੁੰਦੀ, ਤੁਹਾਨੂੰ ਪਤਾ ਦਸੰਬਰ ਮਹੀਨੇ 'ਚ ਬੜੀ ਸਰਦੀ ਹੁੰਦੀ ਹੈ। ਹੁਣ ਕਈਆਂ ਨੇ ਪਿੱਠ ਦੇਖਣੀ, ਉਹ ਗਿਆ ਲਾਲ ਕੱਪੜੇ ਵਾਲਾ, ਕਿਉਂਕਿ ਕਈ ਇਦਾਂ ਦੇ ਵੀ ਹੁੰਦੇ ਆ ਰਾਤ ਨੂੰ ਘੁੰਮਦੇ ਜਾਗਦੇ, ਪਰ ਕੋਈ ਉਹਨਾਂ ਦਾ ਚਿਹਰਾ ਨਹੀਂ ਦੇਖ ਪਾਉਂਦਾ ਸੀ ਕਿਉਂਕਿ ਕੈਪ ਲੰਬੀ ਲਾ ਕੇ ਰੱਖਦੇ ਸੀ। ਤਾਂ ਫਿਰ ਉਹਨਾਂ ਨੂੰ ਕੀ ਕਿਹਾ ਕਈਆਂ ਨੇ, ਉਹ ਖੁਸ਼ੀਆਂ ਦੇਣ ਵਾਲਾ ਹੈ, ਉਹ ਖੁਸ਼ੀਆਂ ਵੰਡਣ ਵਾਲਾ ਹੈ, ਕਿਉਂਕਿ ਜਿਹੜਾ ਬਿਨਾਂ ਕਿਸੇ ਇੱਛਾ ਤੋਂ ਦੂਜਿਆਂ ਨੂੰ ਦੇ ਰਿਹਾ ਹੈ, ਇਹਦਾ ਮਤਲਬ ਇਹ ਕੋਈ ਸੰਤ ਹੀ ਹੋ ਸਕਦਾ ਹੈ। ਫਿਰ ਉਹ ਸੈਂਟ ਤੋਂ ਸੰਤਾ ਕਲੋਜ਼ ਹੋ ਗਿਆ। ਫਿਰ ਹੌਲੀ ਹੌਲੀ ਕਹਾਣੀ ਬਣਦੀ ਗਈ ਕਿ ਕ੍ਰਿਸਮਸ ਦੀ ਰਾਤ ਆਂਦੀ ਹੈ, ਭਾਈ ਇੱਕ ਸੰਤ ਆਂਦੇ ਹੈ ਸੈਂਟਾ ਕਲੋਜ਼, ਕਿਉਂਕਿ ਬੱਚੇ ਨੂੰ ਇਹ ਕਹਾਣੀ ਜ਼ਿਆਦਾ ਪਸੰਦ ਆਂਦੀ ਕਿ ਉੜ ਕੇ ਆਵੇ ਹਵਾ 'ਚੋਂ, ਕੋਈ ਪਰੀ ਆਵੇ, ਕੋਈ ਫਰਿਸ਼ਤਾ ਆਵੇ ਔਰ ਆ ਕੇ ਸਾਡੇ ਚਿਮਨੀ 'ਚ ਕੁਝ ਰੱਖ ਜਾਵੇ। ਫਿਰ ਇਹ ਕਹਾਣੀ ਬੱਚਿਆਂ ਨੂੰ ਇਦਾਂ ਸੁਣਾਈ ਜਾਣ ਲੱਗੀ, ਬੱਚਿਆਂ ਨੇ ਕਹਿਣਾ ਕਿੱਥੋਂ ਆਂਦਾ ਸੀ ਉਹ, ਕਿੱਦਾਂ ਆਂਦਾ ਸੀ ਉਹ, ਤਾਂ ਫਿਰ ਮਾਂ ਬਾਪ ਨੇ ਸੁਣਾਣੀ ਇਸ ਤਰ੍ਹਾਂ ਆਂਦਾ ਸੀ। ਇਸ ਲਈ ਲਾਲ ਰੰਗ ਸੈਂਟ ਨਿਕਲਸ ਦੇ ਨਾਲ ਜੁੜਿਆ ਹੋਇਆ ਸੀ, ਔਰ ਉਹਨਾਂ ਦਾ ਕੰਮ ਸੀ ਸਭ ਨੂੰ ਖੁਸ਼ੀਆਂ ਦੇਣੀਆਂ, ਸਭ ਨੂੰ ਖੁਸ਼ੀਆਂ ਵੰਡਣੀਆਂ। ਇਸ ਲਈ ਤਾਂ ਹੀ ਤਾਂ ਕਹਿੰਦੇ ਕ੍ਰਿਸਮਸ ਨੂੰ ਖੁਸ਼ੀਆਂ ਦਾ ਦਿਨ ਕਿਹਾ ਜਾਂਦਾ ਹੈ, ਕਿਉਂਕਿ ਯੂਰਪ ਵਿੱਚ ਬਾਹਰਲੇ ਦੇਸ਼ਾਂ 'ਚ, ਪਰ ਅਸੀਂ ਕਹਾਂਗੇ ਕਿ ਉੱਥੇ ਤਾਂ ਸਾਲ ਬਾਅਦ ਇੱਕ ਖੁਸ਼ੀ ਦਾ ਦਿਨ ਆਉਂਦਾ ਹੈ, ਪਰ ਅਸੀਂ ਆਪਣੇ ਆਪ ਨੂੰ ਕਹਾਂਗੇ ਕਰਮਾਂ ਵਾਲੇ ਹਾਂ ਕਿ ਅਸੀਂ ਭਾਰਤ ਦੀ ਧਰਤੀ ਤੇ ਆ। ਦੇਖੋ ਸਾਨੂੰ ਸਾਲ 'ਚ ਕਿੰਨੇ ਖੁਸ਼ੀਆਂ ਦੇ ਦਿਨ ਮਿਲ ਜਾਂਦੇ ਆ। ਲੋਹੜੀ ਦੀ ਖੁਸ਼ੀ ਆ ਗਈ, ਵਿਸਾਖੀ ਦੀ ਖੁਸ਼ੀ ਆ ਗਈ, ਹੋਲੀ ਦੀ ਖੁਸ਼ੀ ਆ ਗਈ, ਦੀਵਾਲੀ ਦੀ ਖੁਸ਼ੀ ਆ ਗਈ, ਦੁਸ਼ਹਿਰੇ ਦੀ ਖੁਸ਼ੀ ਆ ਗਈ, ਇੱਥੇ ਤੱਕ ਕਿ ਕ੍ਰਿਸਮਸ ਦੀ ਖੁਸ਼ੀ ਵੀ ਆ ਗਈ, ਈਦ ਦੀ ਖੁਸ਼ੀ ਆ ਗਈ। ਯਾਨੀ ਸਾਡਾ ਇਹ ਦੇਸ਼ ਇਦਾਂ ਦਾ ਹੈ ਜਿੱਥੇ ਹਰ ਤਿਉਹਾਰ ਨੂੰ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਹਾਂ। ਪਰ ਸਮਝਦੇ ਹੋ ਕਿ ਨਹੀਂ, ਔਰ ਰਲ ਮਿਲ ਕੇ ਮਨਾਉਂਦੇ ਹਾਂ। ਇਸ ਲਈ ਇਹ ਮੌਕੇ ਹੈ, ਗੁਰੂ ਰਹਿਬਰ ਪੀਰ ਫਕੀਰ ਦੱਸਦੇ ਐ ਕਿ ਦੇਖੋ ਕਿ ਤੁਹਾਨੂੰ ਕਿੰਨੇ ਖੁਸ਼ੀਆਂ ਦੇ ਮੌਕੇ ਮਿਲਦੇ ਆ ਭਾਈ, ਤੁਸੀਂ ਕਮ ਸੇ ਕਮ ਖੁਸ਼ ਹੋਣਾ ਹੀ ਸਿੱਖ ਲਓ, ਹੱਸਣਾ ਸਿੱਖ ਲਓ, ਮੁਸਕਰਾਣਾ ਹੀ ਸਿੱਖ ਲਓ। ਬੋਲੋ ਸਮਝਦੇ ਹੋ ਕਿ ਨਹੀਂ। ਇਸ ਲਈ ਅੱਜ ਤੋਂ ਮੁਸਕਰਾਣਾ ਹੈ। ਤੁਸੀਂ ਚਾਹੁੰਦੇ ਹੋ ਤੁਹਾਡੇ ਵਾਸਤੇ ਸਾਲ ਖੁਸ਼ੀਆਂ ਭਰਿਆ ਹੋਵੇ। ਚਲੋ ਹੁਣ ਵੀ ਗੱਲ ਕਰ ਲਈਏ, ਰਾਤ ਨੂੰ ਵੀ ਇਹਦੇ ਬਾਰੇ ਵਿਸਤਾਰ ਨਾਲ ਗੱਲ ਕਰਾਂਗੇ। ਹੁਣ ਇੱਕ ਇਸ਼ਾਰਾ ਕਰ ਦਈਏ ਕਿਉਂਕਿ ਰਾਤ ਦਾ ਸਤਸੰਗ ਤਾਂ ਵੇ ਹੋਣਾ ਹੀ ਇਹਦੇ ਬਾਰੇ ਹੈ, ਪੂਰਾ ਜੋਸ਼ ਭਰਨਾ ਹੈ। ਹੁਣ ਇੱਕ ਗੱਲ ਕਰ ਲਓ, ਜਿਹੜੇ ਜੀਵ ਜਾਣ ਵਾਲੇ ਉਹ ਤਾਂ ਰਾਤ ਨੂੰ ਨਹੀਂ ਹੋਣਗੇ, ਇਸ ਲਈ ਉਹਨਾਂ ਨੂੰ ਹੁਣੇ ਕਰ ਲੈਂਦੇ ਆ, ਠੀਕ ਹੈ। ਜਿਹੜੇ ਰਹਿਣ ਵਾਲੇ ਉਹ ਰਾਤ ਨੂੰ ਵੀ, ਉਹਨਾਂ ਨੂੰ ਕੁਝ ਸਟੈਪ ਦੱਸਣੇ ਆ ਅਸੀਂ, ਪਰ ਜਿਹੜੇ ਹੁਣ ਜਾਣ ਵਾਲੇ ਉਹ ਹੁਣੇ ਥੋੜਾ ਜਿਹਾ ਸਟੈਪ ਕਵਾਂਗੇ। ਚਾਹੁੰਦੇ ਹੋ ਤੁਹਾਡੇ ਵਾਸਤੇ ਸਾਲ ਖੁਸ਼ੀਆਂ ਭਰਿਆ ਆਵੇ, ਚਾਹੁੰਦੇ ਹੋ ਖੁਸ਼ੀਆਂ ਭਰਿਆ ਆਵੇ, ਤਾਂ ਫਿਰ ਹੁਣ ਸਾਡੇ ਨਾਲ ਇੱਕ ਸਮਝੌਤਾ ਕਰ ਲਓ। ਸਮਝੌਤੇ ਦਾ ਮਤਲਬ ਸਮਝਦੇ ਹੋ ਨਾ, ਇੱਕ ਇਹਨੂੰ ਐਗਰੀਮੈਂਟ ਮਤਲਬ ਕਿ ਤੁਸੀਂ ਆਹ ਕਰਨਾ ਤਾਂ ਉਹਦੇ ਬਦਲੇ ਅਸੀਂ ਆਹ ਕਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ। ਹੁਣ ਤੁਸੀਂ ਸਾਡੇ ਨਾਲ ਇੱਕ ਸਮਝੌਤਾ ਕਰ ਲਓ ਜੇ ਚਾਹੁੰਦੇ ਹੋ ਸਾਲ ਖੁਸ਼ੀਆਂ ਭਰਿਆ ਹੋਵੇ। ਉਹ ਕੀ ਸਮਝੌਤਾ ਹੈ ਕਿ ਤੁਸੀਂ ਅੱਜ ਤੋਂ ਸਾਡੇ ਨਾਲ ਇਹ ਵਾਅਦਾ ਕਰ ਲਓ ਕਿ ਤੁਹਾਡੇ ਚਿਹਰੇ ਤੇ ਹਮੇਸ਼ਾ ਸਮਾਈਲ ਰਹੇਗੀ, ਤੁਸੀਂ ਕਿਸੇ ਨੂੰ ਬੁਰਾ ਨਹੀਂ ਬੋਲੋਗੇ, ਤੁਹਾਡੇ ਚਿਹਰੇ ਤੇ ਹਮੇਸ਼ਾ ਸਮਾਈਲ ਰਹੇਗੀ, ਤੁਹਾਡੇ ਸੋਚ ਵਿੱਚ ਕਦੀ ਬੁਰਾਈ ਨਹੀਂ ਹੋਏਗੀ, ਕਦੀ ਬੁਰਾ ਨਹੀਂ ਸੋਚੋਗੇ, ਕਦੀ ਬੁਰਾ ਕਰੋਗੇ ਨਹੀਂ, ਚਿਹਰੇ ਤੇ ਹਮੇਸ਼ਾ ਸਮਾਈਲ ਰਹੇਗੀ। ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਵਾਂਗੇ। ਇਹ ਵਾਅਦਾ ਕਰ ਰਹੇ ਹਾਂ ਸਟੇਜ ਤੇ ਬਹਿ ਕੇ। ਪਰ ਯਾਦ ਰੱਖੋ ਜਦੋਂ ਤੁਸੀਂ ਸਮਝੌਤਾ ਤੋੜਿਆ ਤਾਂ ਫਿਰ ਸਾਨੂੰ ਨਾ, ਕਿਉਂਕਿ ਸਟੈਪ ਪਹਿਲਾਂ ਤੁਸੀਂ ਉਠਾਉਣਾ ਹੈ। ਵਾਅਦਾ ਕਰ ਲਓ ਮੈਂ ਚਿਹਰੇ ਤੇ ਹਮੇਸ਼ਾ ਸਮਾਈਲ ਰੱਖਣੀ ਹੈ। ਕਰਦੇ ਇੱਕ ਦੂਜੇ ਨੂੰ ਦੇਖ ਕੇ ਸਮਾਈਲ, ਨਾਲ ਦਿਆਂ ਨੂੰ, ਇਹ ਆਪਣੇ ਵਾਸਤੇ ਨਹੀਂ ਰੱਖਣੀ, ਦੂਜੇ ਨੂੰ ਵੀ ਦੇਣੀ ਹੈ ਸਮਾਈਲ। ਜਰਾ ਲੈਫਟ ਰਾਈਟ ਕਰੋ, ਤੁਹਾਡੇ ਲਾਗੇ ਬੈਠੇ ਦਿਓ ਸਮਾਈਲ, ਇੱਕ ਦੂਜੇ ਨੂੰ ਦੇਖੀਏ। ਚਾਹੁੰਦੇ ਹੋ ਖੁਸ਼ੀ, ਚਾਹੁੰਦੇ ਹੋ, ਫਿਰ ਆਲੇ ਦੁਆਲੇ ਤਾਂ ਪਹਿਲਾਂ ਦਿਓ, ਕਿਉਂਕਿ ਦੱਸਿਆ ਜੋ ਵੰਡਾਂਗੇ ਉਹੀ ਮਿਲਣਾ ਸਾਨੂੰ। ਹੁਣ ਜੇ ਇੱਥੇ ਅਸੀਂ ਨਾਲ ਦੇ ਨੂੰ ਦੇਖ ਕੇ ਨਹੀਂ ਮੁਸਕਰਾ ਸਕਦੇ, ਨਾਲ ਦੇ ਨੂੰ ਦੇਖ ਕੇ ਖੁਸ਼ੀ ਨਹੀਂ ਦੇ ਸਕਦੇ, ਤਾਂ ਰੱਬ ਨੇ ਕਹਿਣਾ ਤੇਰੇ ਲਾਗੇ ਬੈਠਾ ਸੀ ਉਹਨੂੰ ਖੁਸ਼ੀ ਦਿੱਤੀ ਨਹੀਂ ਤਾਂ ਮੈਂ ਤੈਨੂੰ ਕਿਉਂ ਦੇਵਾਂ। ਪਰ ਜਿੰਨਾ ਜ਼ਿਆਦਾ ਤੁਸੀਂ ਨਾਲ ਦੇ ਨੂੰ ਦੇਖ ਕੇ ਸਮਾਈਲ ਕਰੋਗੇ ਨਾ, ਵੱਡੀ ਖੁਸ਼ੀ ਦਵੋਗੇ, ਉਹਨਾਂ ਰੱਬ ਨੇ ਤੁਹਾਨੂੰ ਦੁੱਗਣੀਆਂ ਦੇਣੀਆਂ। ਹੁਣ ਜਰਾ ਕਰੋ ਇੱਕ ਵਾਰੀ ਫਿਰ ਦੇਖੀਏ ਜਰਾ ਕੌਣ ਕੌਣ ਦੇ ਰਿਹਾ ਇੱਕ ਦੂਜੇ ਨੂੰ, ਨਾਲ ਆਲੇ ਦੁਆਲੇ ਦੇਖ ਕੇ ਜਰਾ, ਕਿਉਂਕਿ ਨਾਲ ਦਾ ਹੱਸੇ। ਹਾਂ ਜੀ ਠੀਕ ਹੈ, ਦਿਓ ਸਮਾਈਲ।
ਔਰ ਇਹ ਸਮਾਈਲ ਕਾਇਮ ਰੱਖਣੀ ਹੈ ਆਪਣੇ ਫੇਸ ਤੇ। ਤੁਸੀਂ ਇਹ ਸਮਾਈਲ ਕਾਇਮ ਰੱਖਣੀ ਹੈ, ਅੱਛਾ ਬੋਲਣਾ ਹੈ, ਅੱਛਾ ਸੋਚਣਾ ਹੈ, ਅੱਛਾ ਕਰਨਾ ਹੈ। ਇਹ ਤਿੰਨ ਚੀਜ਼ਾਂ ਤੁਸੀਂ ਕਰਨੀਆਂ ਤਾਂ ਤੁਹਾਡੇ ਪੂਰੇ ਜੀਵਨ ਦੀ ਗਰੰਟੀ ਅਸੀਂ ਲੈਂਦੇ ਖੁਸ਼ੀਆਂ ਨਾਲ ਭਰਾਂਗੇ ਉਹਨੂੰ। ਤੁਸੀਂ ਤਿੰਨ ਕੰਮ ਕਰਨੇ, ਅਸੀਂ ਪੂਰੇ ਜੀਵਨ ਦੀ ਗਰੰਟੀ ਲੈ ਰਹੇ ਹਾਂ ਤੁਹਾਡੀ। ਦੇਖ ਲਓ ਕਿੱਡੀ ਵੱਡੀ ਗੱਲ ਹੈ। ਹੁਣ ਇਹ ਨਾ ਸੋਚੋ ਕਿ ਅਸੀਂ ਬਹੁਤ ਕੁਝ ਕਰ ਰਹੇ, ਤੁਸੀਂ ਤਾਂ ਥੋੜਾ ਜਿਹਾ ਕਰਨਾ ਆ, ਪੂਰੀ ਲਾਈਫ ਦੀ ਤਾਂ ਜ਼ਿੰਮੇਵਾਰੀ ਅਸੀਂ ਚੱਕ ਰਹੇ ਹਾਂ ਤੁਹਾਡੀ। ਇੱਕ ਚਿਹਰੇ ਤੇ ਸਮਾਈਲ ਰੱਖਣਾ, ਅੱਛਾ ਸੋਚਣਾ, ਅੱਛਾ ਬੋਲਣਾ, ਅੱਛਾ ਕਰਨਾ। ਅਗਰ ਤੁਸੀਂ ਇਹ ਚਾਰ ਕੰਮ ਕਰਨ ਨੂੰ ਤਿਆਰ ਨਹੀਂ ਹੋ ਤਾਂ ਫਿਰ ਜ਼ਰਾ ਸੋਚੋ ਜ਼ਰਾ। ਤਾਂ ਫਿਰ ਬੰਦਾ ਕਹੇ ਰੱਬਾ ਮੈਨੂੰ ਖੁਸ਼ੀ ਨਹੀਂ ਦੇ ਰਿਹਾ, ਤਾਂ ਰੱਬ ਨੇ ਕਹਿਣਾ ਭੇਜਿਆ ਤਾਂ ਸੀ ਮੌਕਾ ਬਈ ਤੈਨੂੰ ਇੱਕ ਫਕੀਰ ਦੇ ਜ਼ਰੀਏ, ਪਰ ਤੂੰ ਹੀ ਨਹੀਂ ਐਗਰੀਮੈਂਟ ਸਾਈਨ ਕੀਤਾ, ਤਾਂ ਹੁਣ ਮੈਨੂੰ ਕਿਉਂ ਦੋਸ਼ ਦਿੰਦਾ ਹੈ? ਕਿਉਂਕਿ ਰੱਬ ਜਦ ਵੀ ਖੁਸ਼ੀਆਂ ਭੇਜਦਾ ਨਾ ਤਾਂ ਸੰਤਾਂ ਫਕੀਰਾਂ ਨੂੰ ਜ਼ਰੀਆ ਬਣਾ ਕੇ ਭੇਜਦਾ ਹੈ। ਅੱਜ ਸਮਝ ਲਓ ਇੱਕ ਨਵਾਂ ਸਾਲ ਚੜ੍ਹ ਰਿਹਾ, ਇਹ ਐਗਰੀਮੈਂਟ ਹੋ ਰਿਹਾ ਤੁਹਾਡੇ ਨਾਲ ਰੱਬ ਦਾ। ਇਹ ਸਾਡਾ ਨਹੀਂ ਹੈ, ਇਹ ਸਾਡੇ ਰੱਬ ਦਾ ਹੈ। ਆਹੀ ਤਾਂ ਅਸੀਂ ਕਹੀਦਾ ਹੈ ਨਾ कि फकीर हूं मैं, अपना अंदाज सबसे जुदा रखता हूं, लोग ढूंढते हैं मंदिर मस्जिद में, मैं अपने दिल में खुदा रखता हूं। कि लोग तो मंदिर मस्जिद च रब नूं लभदे आ, असीं तां इत्थे देखदे ओनूं, ये अंदर है साडे, ओह रोम रोम चो ही है। इस करके रब एग्रीमेंट करन आया तुहाडे नाल साडे जरिए। हुण ला दिओ मोहर तुसीं भी, ठीक है असीं वचन करदे आ, असीं चेहरे ते स्माइल रखांगे, ਅਸੀਂ ਵਚਨ ਕਰਦੇ ਹਾਂ ਅੱਛਾ ਸੋਚਾਂਗੇ, ਅਸੀਂ ਵਚਨ ਕਰਦੇ ਹਾਂ ਅੱਛਾ ਬੋਲਾਂਗੇ, ਅਸੀਂ ਵਚਨ ਕਰਦੇ ਹਾਂ ਅੱਛਾ ਕਰਾਂਗੇ। ਕਰ ਦਿਓ ਐਗਰੀਮੈਂਟ, ਤਾਂ ਫਿਰ ਅਸੀਂ ਵਚਨ ਕਰਦੇ ਹਾਂ ਤੁਹਾਡੀ ਸਾਰੀ ਜ਼ਿੰਦਗੀ ਖੁਸ਼ੀਆਂ ਨਾਲ ਭਰਾਂਗੇ। ਕੋਈ ਨਹੀਂ, ਹੁਣੇ ਪਤਾ ਲੱਗਣਾ ਸਤਸੰਗ ਤੋਂ ਮੱਥਾ ਟੇਕਣ ਲੱਗੇ ਕਿਹਦੇ ਚਿਹਰੇ ਤੇ ਸਮਾਈਲ ਹੈ ਤਾਂ ਕਿਹੜਾ। ਕਈ ਵਾਰ ਕਹਿੰਦਾ ਮੂੰਹ ਕਿਉਂ ਫੁਲਾ ਕੇ ਬੈਠਾ ਹੈ, ਇੱਥੇ ਮੂੰਹ ਤਾਂ ਨਹੀਂ ਫੁੱਲਿਆ ਕਿਸੇ ਦਾ, ਉਹ ਫਿਰ ਐਗਰੀਮੈਂਟ ਤੋਂ ਬਾਹਰ ਹੈ। ਕਿਉਂਕਿ ਪਹਿਲਾਂ ਤੁਹਾਡੇ ਵੱਲੋਂ ਹੋਣੀ ਹੈ ਤਾਂ ਫਿਰ ਅਸੀਂ ਬੋਲੋ ਸਮਝਦੇ ਹੋ ਕਿ ਨਹੀਂ। ਇੱਦਾਂ ਬੰਦਾ ਕਹਿੰਦਾ ਟਿਕਟ ਖਰੀਦ ਲਈ, ਪਲੇਨ 'ਚ ਬਹਿ ਗਏ, ਪਹਿਲਾਂ ਮੈਨੂੰ ਕੰਮ ਕਰਨਾ ਪੈਣਾ ਤਾਂ ਫਿਰ ਬਾਕੀ ਕੰਮ ਪਾਇਲਟ ਦਾ ਹੈ, ਉਹਨਾਂ ਉਡਾਰੀ ਇੱਦਾਂ ਦੀ ਮਰਵਾਉਣੀ ਹੈ ਸਾਨੂੰ ਉਹ ਦੇਸ਼ ਤੱਕ ਲੈ ਜਾਣਾ ਜਿੱਥੇ ਹੀ ਜਾਣਾ ਚਾਹੁੰਦੇ। ਹੁਣ ਸਮਝ ਲਓ ਇੱਦਾਂ ਹੀ ਬਸ ਤੁਸੀਂ ਇਹ ਚਾਰ ਚੀਜ਼ਾਂ ਦਾ ਐਗਰੀਮੈਂਟ ਕਰਨਾ ਹੈ ਤਾਂ ਫਿਰ ਇੱਦਾਂ ਦੀ ਉਡਾਰੀ ਤੁਹਾਡੀ ਮਰਵਾਉਣੀ ਹੈ ਕਿ ਤੁਹਾਨੂੰ ਆਨੰਦ ਤੱਕ ਲੈ ਕੇ ਜਾਣਾ ਹੈ, ਪ੍ਰਭੂ ਤੱਕ ਲੈ ਕੇ ਜਾਣਾ ਹੈ, ਪਰਮਾਤਮਾ ਤੱਕ ਲੈ ਕੇ ਜਾਣਾ ਹੈ, ਤੁਹਾਡੀ ਮੰਜ਼ਿਲ ਤੱਕ ਲੈ ਕੇ ਜਾਣਾ ਹੈ। ਕਰ ਲਿਆ ਐਗਰੀਮੈਂਟ ਪੱਕਾ? ਤੇ ਕਹਿ ਦਿਓ ਅੱਜ ਤੋਂ ਮੈਂ ਆਪਣੇ ਚਿਹਰੇ ਤੇ ਕੀ ਰੱਖਣਾ ਹੈ? ਸਮਾਈਲ। ਮੈਂ ਅੱਛਾ ਸ਼ਾਬਾਸ਼। ਇਸ ਲਈ ਇਹ ਚੀਜ਼ ਨੂੰ ਹੁਣ ਦਿਲ 'ਚ ਬਿਠਾ ਲਿਓ, ਦਿਲ 'ਚ। ਹੋਰ ਨਾ ਇੱਥੋਂ ਨਿਕਲ ਕੇ ਬਾਹਰ ਜਾ ਕੇ ਕੀ ਕਿਹਾ ਸੀ ਮਾਲਕਾਂ ਨੇ ਭਲਾ, ਆ ਕਿਹੜਾ ਐਗਰੀਮੈਂਟ ਹੋਇਆ ਸੀ, ਕੀ ਗੱਲ ਸੁਣਿਆ ਨਹੀਂ, ਮੈਂ ਤਾਂ ਸੁੱਤਾ ਪਿਆ ਸੀ, ਜਾਂ ਮੇਰਾ ਧਿਆਨ ਤਾਂ ਲੰਗਰ ਵੱਲ ਸੀ, ਸਤਸੰਗ ਖਤਮ ਹੋਇਆ ਲੰਗਰ ਛਕਾਂ। ਨਹੀਂ, ਐਦਾਂ ਨਹੀਂ ਮਜ਼ਾ ਆਏਗਾ। ਫਿਰ ਪੂਰਾ ਧਿਆਨ ਸਾਡੇ ਵੱਲ ਹੈ ਕਿ ਨਹੀਂ? ਜੇ ਕੋਈ ਸੁੱਤਾ ਦੇਖੋ ਵਾਲੇ ਵਾਲੇ ਕੋਣੀ ਮਾਰ ਕੇ ਦਿਖਾਓ ਮਾੜੇ ਜਿਹਾ ਉਹਨੂੰ। ਵੈਸੇ ਸੌਣ ਤਾਂ ਅਸੀਂ ਦੇਈਦਾ ਨਹੀਂ, એનર્ਜੀ ਇਦਾਂ ਦੀ ਭਰ ਦੇਈਦੀ, ਬੰਦੇ ਨੀਂਦ ਆਵੇ ਉਹ ਵੀ ਉਡਾ ਦਿੱਤੀ ਹੈ। ਇੱਕ ਵਾਰੀ ਇੱਕ ਜੀਵ ਆਇਆ ਦਿੱਲੀ ਤੋਂ ਸਿੱਧਾ, ਕਹਿੰਦਾ ਮਾਲਕੋ ਮੈਂ ਬਾਹਰੋਂ ਆਣਾ, ਕੈਨੇਡਾ ਤੋਂ ਆਇਆ, ਸਿੱਧਾ ਉਹ ਦਰਬਾਰ ਤੇ ਆਇਆ, ਲੰਬਾ ਸਫ਼ਰ ਕਰਕੇ ਆਇਆ। ਸਤਸੰਗ ਹੋਣਾ ਸੀ ਵੀਰਵਾਰ ਨੂੰ, ਔਰ ਪਿੱਛੇ ਬਹਿ ਗਿਆ। ਸਤਸੰਗ ਤੋਂ ਬਾਅਦ ਆ ਕੇ ਸਾਨੂੰ ਕਹਿੰਦਾ ਮਾਲਕੋ ਮੈਂ ਤਾਂ ਸੋਚਿਆ ਸੀ ਮੈਂ ਸੌ ਜਾਣਾ, ਪਰ ਮੇਰੀ ਤਾਂ ਥਕਾਵਟ ਹੀ ਦੂਰ ਹੋ ਗਈ, ਨੀਂਦ ਹੀ ਉੱਡ ਗਈ ਮੇਰੀ ਤਾਂ। ਅਸੀਂ ਤਾਂ ਮਜ਼ਾ ਹੀ ਇਹ ਹੁੰਦਾ ਸਤਸੰਗ ਦਾ। ਇਹ ਥੋੜੀ ਇਹ ਸਤਸੰਗ ਸੌਣ ਥੋੜੀ ਆਉਂਦੇ ਆ, ਅਸੀਂ ਤਾਂ ਜਨਮਾਂ ਦੀ ਨੀਂਦ ਤੋਂ ਜਾਗਣ ਆਉਂਦੇ ਆ। ਮੁਰਸ਼ਦ ਦਾ ਕੰਮ ਹੀ ਹੁੰਦਾ ਸਾਨੂੰ ਜਗਾ ਦੇਣਾ, ਹਿਲਾ ਦੇਣਾ, ਇਦਾਂ ਹਿਲਾ ਦੇਣਾ ਕਿ ਬੰਦੇ ਦੀ ਸਾਰੀ ਸੁਸਤੀ ਜੇ ਦੂਰ ਹੋ ਜਾਵੇ। ਤੁਹਾਡੀ ਹੋਈ ਕਿ ਨਹੀਂ ਦੂਰ? ਦਿਖਾ ਦਿਓ ਫਿਰ। ਮਾਲਕ ਦੀ ਰਹਿਮਤ ਨਾਲ ਮੈਂ ਬਹੁਤ ਖੁਸ਼ ਹਾਂ, ਮਾਲਕ ਦੀ ਰਹਿਮਤ ਨਾਲ ਮੈਂ ਬਹੁਤ, ਮਾਲਕ ਦੀ ਰਹਿਮਤ ਨਾਲ ਮੈਂ ਬਹੁਤ, ਮਾਲਕ ਦੀ ਰਹਿਮਤ ਨਾਲ ਮੈਂ ਬਹੁਤ। ਹੁਣ ਇੱਕ ਕਹਿਣਾ ਮਾਲਕ ਦੀ ਰਹਿਮਤ ਨਾਲ ਹੀ ਕਹਿਣਾ, ਫਿਰ ਤੁਸੀਂ ਕਹਿਣਾ ਮੈਂ ਜੋਸ਼ ਨਾਲ ਭਰਪੂਰ ਹਾਂ। ਮਾਲਕ ਦੀ ਰਹਿਮਤ ਨਾਲ ਮੈਂ ਜੋਸ਼ ਨਾਲ, ਮੈਂ ਜੋਸ਼ ਨਾਲ, ਮੈਂ ਜੋਸ਼ ਨਾਲ। ਗਰਮੀ ਆਈ ਕਿ ਨਹੀਂ? ਕਿਹਨੂੰ ਆਈ ਗਰਮੀ? ਠੰਡ ਦੂਰ ਹੋਈ ਕਿ ਨਹੀਂ? ਬਹੁਤ ਅੱਛੀ ਗੱਲ ਹੈ। ਹੁਣ ਇਹ ਜੋਸ਼ ਨੂੰ ਕਾਇਮ ਰੱਖਣਾ ਹੈ, ਇਹ ਵਿਸ਼ਵਾਸ ਨੂੰ ਕਾਇਮ ਰੱਖਣਾ ਹੈ, ਕਿਉਂਕਿ ਜਿਹੜਾ ਅੱਛਾਈ ਨਾਲ ਜੁੜ ਗਿਆ, ਮਾਲਕ ਨਾਲ ਦਿਲੋਂ ਜੁੜ ਗਿਆ, ਜਿਹੜਾ ਹੋ ਗਿਆ ਉਸ ਮਾਲਿਕ ਦਾ, ਫਿਰ ਉਹਦੇ ਜੀਵਨ 'ਚ ਖੁਸ਼ੀਆਂ ਜ਼ਰੂਰ ਆਉਂਦੀਆਂ ਹੈ, ਖੁਸ਼ੀਆਂ ਜ਼ਰੂਰ ਮਿਲਦੀਆਂ ਹੈ, ਫਿਰ ਸਾਰੀਆਂ ਕਮੀਆਂ ਦੂਰ ਹੋ ਜਾਂਦੀਆਂ ਹੈ। ਇਸ ਲਈ ਇੱਕ ਵਾਰ ਫਿਰ ਤੁਹਾਨੂੰ ਕਵਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਜਿਹੜੇ ਜੀਵ ਰੁਕ ਸਕਦੇ ਹੈ, ਜਿਹੜੇ ਜੀਵ ਰੁਕ ਸਕਦੇ ਆ, ਕੋਸ਼ਿਸ਼ ਕਰੋ ਕਿ ਅੱਜ ਰਾਤ ਜ਼ਰੂਰ ਰੁਕੀਏ। ਰਾਤ ਨੂੰ ਸਤਸੰਗ ਤੋਂ ਬਾਅਦ ਬੇਸ਼ੱਕ ਚਲੇ ਜਾਈਏ, ਕਿਉਂਕਿ ਸਾਧਨ ਤਾਂ ਬੰਦੇ ਕੋ ਹੁੰਦੇ ਹੀ ਆ। ਹੁਣ ਟਾਈਮ ਕਿੰਨਾ ਕੁ ਰਹਿ ਗਿਆ?
ਰਾਤ ਦਾ ਆਨੰਦ ਲੈ ਕੇ ਬੰਦਾ ਸਤਸੰਗ ਤੋਂ ਬਾਅਦ ਵੀ ਜਾ ਸਕਦਾ ਹੈ। ਤਾਂ ਜਿਹਨਾਂ ਨੂੰ ਕੋਈ ਮਜਬੂਰੀ ਹੈ ਫਿਰ ਕੋਈ ਗੱਲ ਨਹੀਂ। ਔਰ ਰਾਤ ਦਾ ਤਾਂ ਹੋਰ ਵੀ ਅਸੀਂ ਆਨੰਦ ਲੈਣਾ ਹੈ, ਕਿਉਂਕਿ ਹਾਲ ਤਾਂ ਪੰਡਾਲ ਤਾਂ ਹੁਣੇ ਹੀ ਭਰ ਗਿਆ, ਰਾਤ ਨੂੰ ਤਾਂ ਹੋਰ ਖਚਾ ਖਚ ਭਰਨਾ ਹਾਲੇ। ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖਣਾ ਹੈ। ਸੋ ਇਹ 4 ਚੀਜ਼ਾਂ ਯਾਦ ਰੱਖਣੀਆਂ ਹੈ, ਤਾਂ ਮਾਲਕ ਦੀ ਕਿਰਪਾ ਐਸੀ ਹੋਏਗੀ ਕਿ ਜੀਵਨ 'ਚ ਕੋਈ ਤੋਟ, ਕੋਈ ਘਾਟ, ਕਮੀ ਨਹੀਂ ਰਹਿ ਜਾਏਗੀ। ਜਿਹਨਾਂ ਅੰਦਰ ਵਿਸ਼ਵਾਸ ਹੈ ਫਿਰ ਮਾਲਕ ਉਹਨਾਂ ਨੂੰ ਇੰਨਾ ਭਰਪੂਰ ਕਰ ਦਿੰਦੇ ਕਿ ਬੰਦਾ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਸੰਭਾਲਾਂ ਕਿੱਦਾਂ ਮੈਂ। ਸੋ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਖੁਸ਼ੀਆਂ ਨਾਲ, ਰਹਿਮਤਾਂ ਨਾਲ, ਬਰਕਤਾਂ ਨਾਲ ਭਰਪੂਰ ਕਰਨ। ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ ਨੂੰ ਮਾਲਕ ਦੂਰ ਕਰਨ। ਔਰ ਜੋ 4 ਚੀਜ਼ਾਂ ਤੁਹਾਨੂੰ ਕਹੀਆਂ ਹੈ, ਮੁਸਕਰਾਣਾ, ਅੱਛਾ ਸੋਚਣਾ, ਅੱਛਾ ਬੋਲਣਾ, ਅੱਛਾ ਕਰਨਾ, ਮਾਲਕ ਇਹਨਾਂ 4 ਚੀਜ਼ਾਂ ਨੂੰ ਆਪਣੇ ਜੀਵਨ 'ਚ ਉਤਾਰਨ ਵਿੱਚ ਤੁਹਾਡੀ ਮਦਦ ਕਰਨ। ਇਹਨਾਂ ਚੀਜ਼ਾਂ ਨੂੰ ਅਪਣਾ ਕੇ, ਇਹਨਾਂ ਚੀਜ਼ਾਂ ਤੇ ਅਮਲ ਕਰਕੇ ਤੁਸੀਂ ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰ ਸਕੋ, ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਸਕੋ। ਇੰਨੀ ਤਾਕਤ ਮਾਲਕ ਦੇਣ ਔਰ ਆਪਣੀ ਕਿਰਪਾ, ਦਇਆ, ਮਿਹਰ ਹਮੇਸ਼ਾ ਮਾਲਕ ਤੁਹਾਡੇ ਤੇ ਬਣਾਏ ਰੱਖਣ। ਔਰ ਅੱਜ ਜਿੰਨੇ ਵੀ ਜੀਵ ਇਸ ਪਵਿੱਤਰ ਦਿਨ ਤੇ ਮਾਲਕ ਦੇ ਕਦਮਾਂ 'ਚ ਹਾਜ਼ਰੀ ਲਗਾ ਰਹੇ ਆ, ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਅੱਜ ਜਿਹੜੇ ਜੀਵ ਉਸ ਮਾਲਕ ਦੇ ਨਾਮ ਦੀ ਨਿਆਜ਼ ਲੈ ਕੇ ਆਏ ਹੈ, ਕਿਉਂਕਿ ਜਦੋਂ ਇਨਸਾਨ ਨਿਆਜ਼ ਦਿੰਦਾ ਤਾਂ ਨਿਆਜ਼ ਨਾਲ ਪ੍ਰੇਮ ਜੁੜਿਆ ਹੁੰਦਾ ਹੈ, ਵਿਸ਼ਵਾਸ ਜੁੜਿਆ ਹੁੰਦਾ ਹੈ। ਜਿਹੜੇ ਅੱਜ ਮਾਲਕ ਦੇ ਨਾਲ ਪ੍ਰੇਮ ਨਾਲ, ਖੁਸ਼ੀਆਂ ਦੇ ਨਾਲ, ਉਹਦੇ ਦਰਬਾਰ ਨਾਲ ਜੁੜੇ ਹੈ, ਯਾਨੀ ਦਰਬਾਰ ਤੇ ਆਏ ਹੈ ਔਰ ਮਾਲਕ ਦੇ ਨਾਮ ਦੀ ਨਿਆਜ਼ ਲੈ ਕੇ ਆਏ ਹੈ, ਤਾਂ ਜਿਹੜਾ ਜੀਵ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਕੇ ਉਹ ਜੀਵ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਭਰ ਦੇਣ ਕਿ ਆਉਣ ਵਾਲਾ ਹਰ ਪਲ, ਹਰ ਘੜੀ, ਹਰ ਸਾਲ ਉਹਦੇ ਵਾਸਤੇ ਖੁਸ਼ੀਆਂ ਭਰਿਆ ਹੋਵੇ। ਤਾਂ ਜੇ ਕੋਈ ਜੀਵ ਆਪਣੀ ਤਕਲੀਫ, ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਜਿਸ ਭਾਵਨਾ ਨਾਲ ਉਹ ਜੀਵ ਨਿਆਜ਼ ਲੈ ਕੇ ਆਇਆ ਹੈ, ਜਿਹੜੀ ਤਕਲੀਫ ਦੀ ਉਹ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਉਹ ਨਿਆਜ਼ ਨੂੰ ਕਬੂਲ ਕਰਕੇ ਉਹ ਜੀਵ ਦੀ ਤਕਲੀਫ ਨੂੰ ਦੂਰ ਕਰਨ, ਉਹਦੀ ਉਹ ਭਾਵਨਾ ਨੂੰ, ਕਾਮਨਾ ਨੂੰ ਪੂਰਾ ਕਰਨ। ਔਰ ਆਪਣੀ ਕਿਰਪਾ, ਦਇਆ, ਮਿਹਰ ਮਾਲਕ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਆਉਣ ਵਾਲਾ ਹਰ ਪਲ ਖੁਸ਼ੀਆਂ ਭਰਿਆ ਹੋਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। सब्सक्राइब कीजिए सर्व साझा दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल, आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी।